सत श्री अकाल जी सारिਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਇਸ ਆਨਲਾਈਨ ਸੈਸ਼ਨ ਦੇ ਵਿੱਚ ਸਵਾਗਤ ਹੈ। ਸਪੇਸ ਸਾਇੰਸ ਪੁਲਾੜ ਦੀ ਸਾਇੰਸ ਨੂੰ ਲੈ ਕੇ ਆਪਣੀ ਸੀਰੀਜ਼ ਚੱਲ ਰਹੀ ਸੀ, ਉਸੇ ਨੂੰ ਆਪਾਂ ਅੱਗੇ ਫਰਦਰ ਕੰਟੀਨਿਊ ਕਰਦੇ ਹਾਂ। ਲਾਸਟ ਦੇ ਵਿੱਚ ਆਪਾਂ ਨੇ ਜੋ ਕਵਰ ਕੀਤਾ ਸੀ ਪਿਛਲੇ ਲੈਕਚਰ 'ਚ ਉਹ ਸੀਗਾ ਜਿਹੜਾ ਆਪਣਾ ਸਾਊਥ ਏਸ਼ੀਆ ਸੈਟੇਲਾਈਟ, ठीक है, जिहड़ा कि सार्क कंट्रीज़ ने मिल के भारत ने बनाया सार्क कंट्रीज़ वास्ते एक्सक्लूडिंग पाकिस्तान, क्योंकि सार्क दे विच तां पाकिस्तान भी आउंदा ना। सो उस तो बाद अगे आपां कंटिन्यू करते हैं। अगला साडे कोल जिहड़ा हिस्सा आउंदा दैट इज़ IDRSS। IDRSS दी पहला फुल फॉर्म देख लो, इंडियन डाटा रिले सैटेलाइट सिस्टम। इंडियन डाटा रिले सैटेलाइट सिस्टम, पहला एक गल समझते हैं आपां। ਹੁਣ हर कंट्री ਦੇ नासा की गल कर लो, अमेरिका की, ਜਾਂ फिर रॉसकॉस्मोस ਆਪਾਂ ਉਹਦੀ ਗੱਲ ਕਰ ਲਈਏ रशिया वाली ਦੀ, हर एक ਦੇ किन्ने नंबर ऑफ सैटेलाइट्स ਜਿਹੜੇ ਹੈਗੇ ਨੇ ਉੱਪਰ ਘੁੰਮਦੇ ਫਿਰਦੇ ਨੇ। ठीक है, कोई ਹੁਣ ਤਾਂ ਆਪਾਂ ਸਾਰੇ ਸੈਟੇਲਾਈਟ ਦੀਆਂ ਟਾਈਪਸ ਵੀ ਪੜ੍ਹ ਲਈਆਂ ਹੈ ਨਾ। ਕੋਈ ਕਮਿਊਨੀਕੇਸ਼ਨ ਸੈਟੇਲਾਈਟ ਹੈ, ਕੋਈ ਨੈਵੀਗੇਸ਼ਨਲ ਹੈ, ਕੋਈ ਕਿਸੇ ਪਰਪਸ ਲਈ ਹੈ, ਕੋਈ ਅਰਥ ਆਬਜ਼ਰਵੇਸ਼ਨ ਵਾਸਤੇ ਹੈ। पर हुण की वो सारे सैटेलाइट सही सलामत चल रहे हैं, सही सलामत काम कर रहे हैं? उन्हां सैटेलाइट्स की इन्फॉर्मेशन, उन्हां तो इन्फॉर्मेशन इकट्ठी करनी ते उहदी सारी जानकारी रखनी, इहदे लई भी तां सानूं कोई ना कोई एक अद्धा सैटेलाइट चाहीदा है। हुण तक इस चीज़ लई भारत अमेरिका दे उत्ते निर्भर करदा सी, नासा दे उपर, पर हुण भारत ने वो निर्भरता नूं खत्म करते हुए अपना IDRSS बना लिया, जिहदा नाम हैगा इंडियन डाटा रिले सैटेलाइट सिस्टम। ਇਹਦੇ ਵਿੱਚ ਸੈੱਟ ਆਫ ਸੈਟੇਲਾइट ਹੋਣਗੇ ਜਿਹੜੇ ਕਿ ट्रैक करनगे, सेंड करनगे इन्फॉर्मेशन दूजे भारती सैटेलाइट्स तो, ਜਿਹੜੇ दूजे भारत ਦੇ ਛੱਡੇ ਹੋਏ सैटेलाइट्स ने ਉੱਪਰ ਜਿਹੜੇ ਵੀ टाइप ਦੇ, ਉਹ ਸਾਰਿਆਂ ਤੋਂ ਇਨਫੋਰਮੇਸ਼ਨ ਇਕੱਠੀ ਕਰਨਗੇ ਇਹ ਤੇ ਉਹਨਾਂ ਤੇ ਨਿਗਾਹ ਵੀ ਬਣਾ ਕੇ ਰੱਖਣਗੇ। 2000 ਕਿਲੋ ਇਹਦਾ ਭਾਰ ਹੈ ਪੂਰੇ ਸੈਟੇਲਾइट ਦਾ, ਤੇ ਨਾਲ ਹੀ ਇਹਨੂੰ ਲਾਂਚ ਕਰਨ ਵਾਲਾ ਜਿਹੜਾ ਵਹੀਕਲ ਹੈ ਜਿਹਦੇ ਨਾਲ ਉੱਪਰ ਛੱਡ ਕੇ ਆਏ ਆ ਉਹ ਹੈਗਾ GSLV ਦੀ ਮਦਦ ਦੇ ਨਾਲ ਇਹਨੂੰ ਉੱਪਰ ਛੱਡਿਆ ਗਿਆ ਤੇ ਲਗਭਗ ਯਾਨੀ ਕਿ 36000 ਕਿਲੋਮੀਟਰ ਦੀ ਦੂਰੀ ਤੇ ਇਹਨੂੰ ਛੱਡਿਆ ਗਿਆ। ਤਾਂ ਤੁਸੀਂ ਕਹਿ ਸਕਦੇ ਹੋ ਕਿ ਜੀਓਸਿੰਕਰੋਨਸ ਆਰਬਿਟ ਦੇ ਵਿੱਚ ਇਹਨੂੰ ਛੱਡ ਕੇ ਆਏ ਨੇ। ਤਾਂ ਆਹ ਕੁਝ ਗੱਲਾਂ ਨੇ ਜਿਹੜੀਆਂ ਸਾਨੂੰ ਪਤਾ ਹੋਣ। ਇਹ ਪ੍ਰਾਇਮਰਲੀ ਕੀ ਕਰੂਗਾ, ਸਾਨੂੰ ਰੀਅਲ ਟਾਈਮ ਦੇ ਵਿੱਚ ਕਮਿਊਨੀਕੇਸ਼ਨ ਕਰੂਗਾ ਲੋਅਰ ਅਰਥ ਆਰਬਿਟ ਤੋਂ, ਮਤਲਬ ਗਰਾਊਂਡ ਸਟੇਸ਼ਨ ਦੇ ਨਾਲ। ਜੇ ਗਰਾਊਂਡ ਸਟੇਸ਼ਨ ਦਾ ਮਤਲਬ ਹੁੰਦਾ ਥੱਲੇ ਜਿੱਥੇ ਸਾਡਾ ਸੰਪਰਕ ਬਣਿਆ ਹੋਇਆ ਧਰਤੀ ਦੇ ਉੱਪਰ, ਸਾਨੂੰ ਲਗਾਤਾਰ ਇਨਫੋਰਮੇਸ਼ਨ ਰੀਅਲ ਟਾਈਮ ਦੇ ਵਿੱਚ, ਮਤਲਬ ਰੀਅਲ ਲਾਈਫ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਕਿ ਕੋਈ ਸੈਟੇਲਾਈਟ ਦੇ ਵਿੱਚ ਕੋਈ ਖਰਾਬੀ ਤਾਂ ਨਹੀਂ, ਸਾਰੇ ਸੈਟੇਲਾਈਟ ਬਰਾਬਰ ਚੱਲ ਰਹੇ ਨੇ, ਕੋਈ ਪ੍ਰੋਬਲਮ ਤਾਂ ਨਹੀਂ। ਤਾਂ ਇਹ ਸਾਨੂੰ ਹੱਲ ਕੱਢ ਕੇ ਦਿੰਦਾ। ਅਗੇਨ ਬਹੁਤ ਸਾਰੇ ਸਟੂਡੈਂਟਸ ਨੂੰ ਪ੍ਰੋਬਲਮ ਆ ਰਹੀ ਸੀ ਕੰਟੈਕਟ ਕਰਨ 'ਚ ਨੰਬਰ, ਤਾਂ ਆਹ 2 ਕੰਟੈਕਟ ਨੰਬਰ ਨੇ ਸਾਡੇ ਜਿਨ੍ਹਾਂ ਦੇ ਤੁਸੀਂ ਸੰਪਰਕ ਕਰ ਸਕਦੇ ਹੋ, ਕਿਉਂਕਿ ਕੁਝ ਸਟੂਡੈਂਟਸ ਦਾ ਮੈਨੂੰ ਆਇਆ ਇਹ ਕੰਪਲੇਂਟ ਕਿ ਸਾਨੂੰ ਕੰਟੈਕਟ ਨੰਬਰਸ ਦੇ ਵਿੱਚ ਇਸ਼ੂ ਆ ਰਿਹਾ ਕਿ ਕਿਹੜੇ ਨੰਬਰ ਤੇ ਸੰਪਰਕ ਕਰੀਏ, ਜਾਂ ਇੱਕ ਨੰਬਰ ਕਈ ਵਾਰ ਬਿਜ਼ੀ ਹੁੰਦਾ ਹੈ। ਤਾਂ ਇਹ ਨੰਬਰ ਪ੍ਰਦੀਪ ਸਰ ਦਾ 9914685650 ਤੇ ਦੂਸਰਾ ਨੰਬਰ ਹੈਗਾ 8054400797। ਤੁਸੀਂ ਐਕਸਾਈਜ਼ ਦੀ ਜਿਹੜੀ ਫ੍ਰੀ ਟੈਸਟ ਸੀਰੀਜ਼ ਹੈ ਉਹਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਜਾਂ ਫਿਰ ਸਾਡਾ ਜੋ ਫਿਊਚਰ ਪ੍ਰੋਗਰਾਮ ਤੁਹਾਨੂੰ ਆਲਰੇਡੀ ਮੈਂ ਦੱਸ ਹੀ ਦਿੱਤੇ, ਇਹਦੇ ਵਿੱਚ ਕੋਈ ਕੋਰਸ ਦੇ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਲੈਣੀ ਹੈ ਜਾਂ ਕੋਈ ਕੋਰਸ ਪਰਚੇਜ਼ ਕਰਨਾ, ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲਈ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ। ਠੀਕ ਹੈ, ਤਾਂ ਇਹ ਹੁਣ ਤੁਸੀਂ ਨੋਟ ਕਰ ਲਿਓ। ਲਓ ਜੀ ਅੱਗੇ ਚੱਲਦੇ ਹਾਂ। देखो ਉਹੀ ਗੱਲ ਇਹਦੇ ਵਿੱਚ ਲਿਖੀ ਹੈ ਕਿ ਭਾਰਤ ਪਹਿਲਾਂ ਨਾਸਾ ਦੇ ਉੱਤੇ ਨਿਰਭਰ ਕਰਦਾ ਸੀਗਾ, ਪਰ ਹੁਣ ਇਹ ਨਿਰਭਰਤਾ ਭਾਰਤ ਨੇ ਖਤਮ ਕਰਤੀ। ਤਾਂ ਮੈਂ ਉਮੀਦ ਕਰਦਾ ਕਿ ਇਹਦੀ ਕੀ ਜ਼ਰੂਰਤ ਹੈ ਕੀ ਨਹੀਂ, ਇਹ ਸਾਰੀਆਂ ਗੱਲਾਂ ਤੁਹਾਨੂੰ ਹੁਣ ਪਤਾ ਲੱਗ ਗਈਆਂ ਹੋਣਗੀਆਂ। ਲਓ ਜੀ ਅੱਗੇ ਚੱਲਦੇ ਹਾਂ। ਕੁਝ ਕੁ ਕੁਐਸਚਨ ਹੁਣ ਜਿਹੜੇ ਆਪਾਂ ਕੱਲ ਚੀਜ਼ਾਂ ਪੜ੍ਹੀਆਂ ਸੀ, ਨਾਲ ਤਾਂ ਤੁਹਾਡੀਆਂ ਰੀਕੈਪ ਹੋ ਜਾਣਗੀਆਂ, ਰੀਕਾਲ ਕਰੋਗੇ ਉਹਨਾਂ ਨੂੰ, ਤਾਂ ਉਹ ਚੀਜ਼ਾਂ ਦੇ ਉੱਤੇ ਆਪਾਂ ਕੁਝ ਕੁ ਕੁਐਸਚਨ ਦੇਖਦੇ ਹਾਂ ਕਿ ਕਿਹੜੀ ਚੀਜ਼ ਕੀ ਕੀ ਹੁੰਦੀ ਹੈ। ਲਓ ਜੀ ਆਹ ਜਿਹੜੀਆਂ 4 ਆਪਸ਼ਨਾਂ ਦਿੱਤੀਆਂ ਨੇ, ਇਹਨਾਂ ਦੇ ਵਿੱਚ ਤੁਸੀਂ ਮੈਨੂੰ ਦੱਸਣਾ ਕਿ ਅੱਜ ਦੇ ਮੌਜੂਦਾ ਕਾਲ ਦੇ ਵਿੱਚ ਜਿਹੜੇ ਭਾਰਤ ਨੇ ਆਪਰੇਸ਼ਨਲ ਸੈਟੇਲਾਈਟ ਨੇ, ਜਿਹੜੇ ਆਲਰੇਡੀ ਭਾਰਤ ਦੇ ਚੱਲ ਰਹੇ ਸੈਟੇਲਾਈਟ ਨੇ ਉੱਪਰ ਛੱਡੇ ਹੋਏ ਨੇ, ਇਹਨਾਂ ਚੋਂ ਕਿਹੜੀ ਟਾਈਪ ਦਾ ਸੈਟੇਲਾਈਟ ਭਾਰਤ ਦਾ ਨਹੀਂ ਹੈਗਾ, ਵੀ ਜਿਹੜਾ ਹਰੇ ਤੱਕ ਭਾਰਤ ਨੇ ਲਾਂਚ ਹੀ ਨਹੀਂ ਕੀਤਾ, ਜਾਂ ਫਿਰ ਹੋ ਸਕਦਾ ਐਗਜ਼ਾਮੀਨਰ ਨੇ ਵੈਸੀ ਕੋਈ ਆਪਦੇ ਵੱਲੋਂ ਆਪਸ਼ਨ ਬਣਾ ਕੇ ਪਾਤੀ ਹੋਵੇ। ਦੇਖੋ ਕਮਿਊਨੀਕੇਸ਼ਨ ਸੈਟੇਲਾਈਟ ਆਪਾਂ ਪੜ੍ਹੇ ਨੇ, GSAT ਸੀਰੀਜ਼ ਵਾਲੇ ਸਾਰੇ। ਨੈਵੀਗੇਸ਼ਨਲ ਸੈਟੇਲਾਈਟ ਨੈਵਿਕ ਜਾਂ IRNSS ਪੜ੍ਹਾਇਆ ਤੁਹਾਨੂੰ ਮੈਂ ਪੂਰੇ ਦਾ ਪੂਰਾ। अर्थ ऑब्जर्वेशन सैटेलाइट EOS, ठीक है, जिहदे विच EOS 01 02 वो वाली सीरीज़ पूरी आपां पढ़ी है, तीनों हैगे आ। जुपिटर ऑर्बिटर सैटेलाइट का आपां कोई नहीं पढ़िया हैगा, तो इस करके दा करैक्ट आंसर की हो गया, D हो गया। लो जी अगे आ जाओ अगले क्वेश्चन ते। ये आपां वेखे सी कि वक्रे वक्रियां दे रॉकेट गलत लिखा गया, इनू तुसी लिख लो कि अपने कोले बेसिकली ये की ने, ये सारे नैविगेशनल सैटेलाइट ने। तुसी नैविगेशन सैटेलाइट लिख सकते हो उरे।
ਕਾਪੀ ਪੇਸਟ ਗੜਬੜ ਹੋ ਗਈ ਕਿਤੇ, ਚਲੋ ਐਨੀਵੇਜ਼। ਤੇ ਇਧਰ ਦੀ ਪੈਰਲਲ ਕੰਟਰੀ, ਆਪਾਂ ਦਾ ਕੁਐਸਚਨ ਸਮਝਣ ਤੱਕ ਮਤਲਬ ਹੈ GPS ਗਲੋਬਲ ਪੋਜੀਸ਼ਨਿੰਗ ਸਿਸਟਮ ਕਿਹਦਾ ਹੈਗਾ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਮਰੀਕਾ ਦਾ ਹੈ। ਗਲੋਨਸ ਬਾਰੇ ਆਪਾਂ ਨੇ ਪੜਿਆ ਸੀਗਾ, ਗਲੋਨਸ ਕਿਹਦਾ, ਰਸ਼ੀਆ ਦਾ ਹੈ। ਤੀਸਰਾ ਗਲੀਲੀਓ ਕਿਹਦਾ ਸੀਗਾ, ਯੂਰਪੀਅਨ ਯੂਨੀਅਨ ਦਾ ਸੀ, ਜਿਹੜੇ ਯੂਰਪ ਦੇ ਦੇਸ਼ ਨੇ ਸਾਰੇ ਉਹਨਾਂ ਨੇ ਮਿਲ ਕੇ ਬਣਾਇਆ ਹੋਇਆ। ਤੇ ਆ ਜਿਹੜਾ ਮੇਰੇ ਕੋਲੇ ਹੈਗਾ QZSS ਕੁਆਜ਼ੀ ਜ਼ੈਨਿਥ ਸੈਟੇਲਾਈਟ ਸਿਸਟਮ, ਇਹ ਜਾਪਾਨ ਦਾ ਹੈ। ਤਾਂ ਇਹਦੇ ਹਿਸਾਬ ਨਾਲ ਇਹਦੀ ਕਰੈਕਟ ਆਪਸ਼ਨ ਕੀ ਬਣਦੀ ਆ, ਇਹ ਬਣਦੀ ਆ। ਮੈਂ ਉਮੀਦ ਕਰਦਾ ਕਿ ਹੁਣ ਇਹ ਸਵਾਲ ਤੁਹਾਨੂੰ ਕੋਈ ਔਖੇ ਨਹੀਂ ਲੱਗ ਰਹੇ ਹੋਣਗੇ, ਜੇ ਤੁਸੀਂ ਕੰਟੀਨਿਊ ਇਹ ਸੀਰੀਜ਼ ਨੂੰ ਸੁਣਦੇ ਜਾ ਰਹੇ ਹੋ ਤਾਂ ਤੁਹਾਨੂੰ ਤੁਹਾਡੇ ਲਈ ਇਹ ਸਵਾਲ ਕੱਢਣੇ ਔਖੇ ਨਹੀਂ ਹੋਣਗੇ। ਲਓ ਜੀ, ਇਸ ਸਵਾਲ ਦਾ ਮੈਂ ਆਨਸਰ ਲੁਕੋਦਾ, ਇਸ ਸਵਾਲ ਦਾ ਆਨਸਰ ਤੁਸੀਂ ਦੱਸੋ ਮੈਨੂੰ, ਸੋਲਵ ਹੋਣਾ ਚਾਹੀਦਾ ਜੇ ਤੁਸੀਂ ਨੇ ਬੜੇ ਧਿਆਨ ਨਾਲ ਲੈਕਚਰਸ ਨੂੰ ਸੁਣਿਆ। ਪ੍ਰੀਵੀਅਸ ਈਅਰ ਪੇਪਰਾਂ ਦੀ ਕੁਐਸਚਨ ਨੇ ਇਸ ਟਾਈਪ ਦੇ ਕੁਐਸਚਨ, ਇਹ ਮੈਂ ਕੁਐਸਚਨ ਤਾਂ ਤੁਹਾਡੇ ਸਾਹਮਣੇ ਰੱਖ ਦਿੰਦਾ ਨਾਲ 4-5 ਕਿ ਤੁਹਾਨੂੰ ਆਈਡੀਆ ਹੋਵੇ ਵੀ ਇਹਦੇ ਵਿੱਚੋਂ ਕੁਐਸਚਨ ਕਿਹੋ ਜਿਹੇ ਬਣਨਗੇ, ਕਿਹੋ ਜਿਹੇ ਕੁਐਸਚਨ ਪੁੱਛੇ ਜਾਣਗੇ, ਕਿਉਂਕਿ ਉਸ ਫੋਕਸ ਦੇ ਹਿਸਾਬ ਨਾਲ ਫਿਰ ਆਪਾਂ ਥਿਊਰੀ ਦੇ ਉੱਤੇ ਕੰਸੈਂਟਰੇਟ ਕਰ ਸਕਦੇ ਹਾਂ। ਲਓ ਜੀ, IRNSS ਬਾਰੇ ਲਿਖਿਆ, ਜਿਹੜਾ ਭਾਰਤ ਦਾ ਨੈਵੀਗੇਸ਼ਨਲ ਸੈਟੇਲਾਈਟ ਹੈ। ਕਹਿੰਦਾ ਇਹ ਕੰਬੀਨੇਸ਼ਨ ਹੈ 5 ਸੈਟੇਲਾਈਟਾਂ ਦਾ, ਮਤਲਬ 5 ਸੈਟੇਲਾਈਟਾਂ ਤੋਂ ਮਿਲ ਕੇ ਬਣਿਆ ਹੋਇਆ। ਜਰਾ ਆਪਦੇ ਦਿਮਾਗ ਤੇ ਜ਼ੋਰ ਦਿਓ ਕਿ ਮੈਂ 5 ਸੈਟੇਲਾਈਟ ਪੜ੍ਹਾਏ ਸੀਗੇ ਕਿ 7 ਪੜ੍ਹਾਏ ਸੀ। ਜੇ ਤੁਹਾਨੂੰ ਯਾਦ ਹੋਵੇ ਤਾਂ ਮੈਂ 7 ਦੱਸੇ ਸੀ, 4 + 3, 4 ਇੱਕ ਆਰਬਿਟ 'ਚ, 3 ਇੱਕ ਆਰਬਿਟ ਦੇ ਵਿੱਚ, ABCD ਵਾਲੀ ਸੀਰੀਜ਼ ਰਿਵਾਈਜ਼ ਕਰਿਓ ਉੱਥੋਂ ਜਾ ਕੇ। ਤਾਂ 5 ਨਹੀਂ ਸੀਗੇ ਜੀ, ਕਿੰਨੇ ਸੀ ਇਹ, 7 ਸੀਗੇ। ਤਾਂ ਪਹਿਲੀ ਤਾਂ ਹੋ ਗਈ ਗਲਤ ਮੇਰੇ ਕੋਲੇ। ਕਹਿੰਦਾ ਇਹ ਇੱਕ ਇੰਡੀਪੈਂਡੈਂਟ ਹੈ, ਰੀਜਨਲ ਨੈਵੀਗੇਸ਼ਨਲ ਸੈਟੇਲਾਈਟ ਹੈ, ਜਿਹੜਾ ਡਿਜ਼ਾਈਨ ਕੀਤਾ ਗਿਆ ਪੋਜੀਸ਼ਨ ਦੇਣ ਵਾਸਤੇ ਭਾਰਤੀ ਰੀਜਨ ਦੇ ਵਿੱਚ। ਬਿਲਕੁਲ 2-3 ਗੱਲਾਂ ਹੋਰ ਨੋਟ ਕਰ ਲਓ। 1500 ਕਿਲੋਮੀਟਰ ਦੀ ਰੇਂਜ ਹੈ ਤੇ 20 ਮੀਟਰ ਦੀ ਐਕੂਰੇਸੀ ਦੇ ਨਾਲ ਸਾਨੂੰ ਰਿਜ਼ਲਟ ਕੱਢ ਕੇ ਦਿੰਦਾ। ਆ 3-4 ਗੱਲਾਂ ਇੰਪੋਰਟੈਂਟ ਨੇ ਇਹਦੇ ਬਾਰੇ, ਇਹਦੇ ਵਿੱਚੋਂ ਹੀ ਸਟੇਟਮੈਂਟਾਂ ਦੇ ਉੱਤੇ ਸਵਾਲ ਬਣਨੇ ਹੈਗੇ। ਤਾਂ ਇਸ ਹਿਸਾਬ ਨਾਲ ਦੂਜਾ ਤਾਂ ਬਿਲਕੁਲ ਠੀਕ ਹੈ, ਪਹਿਲਾ ਹੋ ਗਿਆ ਗਲਤ। ਤਾਂ ਆਨਸਰ ਮੇਰੇ ਕੋਲੇ ਕਿਹੜਾ ਹੋ ਗਿਆ, 2 ਓਨਲੀ। ਜੇ ਕਰੈਕਟ ਕੱਢਣਾ 2 ਓਨਲੀ, ਗਲਤ ਕੱਢਣਾ ਤਾਂ 1 ਓਨਲੀ। ਤਾਂ ਇੱਥੇ ਕਰੈਕਟ ਪੁੱਛਿਆ ਤਾਂ 2 ਓਨਲੀ, B ਮੇਰੇ ਕੋਲੇ ਆਪਸ਼ਨ ਹੋ ਗਿਆ। ਤਾਂ ਉਮੀਦ ਕਰਦਾ ਕਿ ਤੁਹਾਨੂੰ ਇਹ ਕੁਐਸਚਨ ਤੁਸੀਂ ਸੋਲਵ ਕਰਨ ਦੇ ਵਿੱਚ ਬਿਲਕੁਲ ਸਕਸੈਸਫੁਲ ਹੋ ਪਾਏ ਹੋਵੋਗੇ ਜੇ ਤੁਸੀਂ ਧਿਆਨ ਨਾਲ ਸੀਰੀਜ਼ ਸੁਣਦੇ ਜਾ ਰਹੇ ਹੋ ਤਾਂ। ਲਓ ਜੀ, ਹੁਣ ਆਪਾਂ ਜਿਹੜੇ ਮਿਸ਼ਨ ਪਿੱਛੇ ਆਪਾਂ ਡਿਸਕਸ ਕਰ ਰਹੇ ਸੀਗੇ, ਜਦੋਂ ਸ਼ੁਰੂ ਵਾਲੀਆਂ ਸਲਾਈਡਾਂ 'ਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਥੇ ਸਿਰਫ ਇੰਟਰੋਡਕਟਰੀ ਪਾਰਟ ਹੈ, ਜਿੱਥੇ ਮੈਂ ਲਿਖਿਆ ਸੀਗਾ ਕਿ ਚੰਦਰਯਾਨ 1, ਚੰਦਰਯਾਨ 2 ਜਾਂ ਫਿਰ ਹਨਾ ਮਾਰਸ ਆਰਬਿਟਰ ਮਿਸ਼ਨ ਇਹ PSLV ਨਾਲ ਲਾਂਚ ਕੀਤੇ ਨੇ। ਪਰ ਮੈਂ ਉੱਥੇ ਬੋਲ ਰਿਹਾ ਸੀ ਬਾਰ-ਬਾਰ ਕਿ ਅੱਗੇ ਡਿਟੇਲ 'ਚ ਆਊਗਾ, ਡਿਟੇਲ 'ਚ ਮੈਂ ਉੱਥੇ ਹੀ ਪੜਾਊਂਗਾ। ਲਓ ਜੀ, ਡਿਟੇਲ 'ਚ ਦੇਖੋ। ਚੰਦਰਯਾਨ 1 ਸਭ ਤੋਂ ਪਹਿਲਾਂ, ਨਾਮ ਤੋਂ ਹੀ ਸਮਝ ਆ ਰਿਹਾ ਕਿ ਚੰਦ ਨੂੰ ਲੈ ਕੇ ਆ। ਪਹਿਲਾ ਮਿਸ਼ਨ ਸੀ ਭਾਰਤ ਦਾ ਚੰਦ ਨੂੰ ਲੈ ਕੇ, ਮੂਨ ਦੇ ਉੱਤੇ, ਚੰਦਰਮਾ ਦੇ ਉੱਪਰ। ਤਰੀਕ ਯਾਦ ਕਰ ਲਿਓ, ਮੋਸਟ ਇੰਪੋਰਟੈਂਟ ਹੈ। ਤਰੀਕ ਹੈਗੀ ਸੀ ਜੀ 22 ਅਕਤੂਬਰ 2008। ਲਿੰਕ ਕਿਵੇਂ ਕਰ ਸਕਦੇ ਹੋ, ਮਹਾਤਮਾ ਗਾਂਧੀ ਦਾ ਜਨਮ ਦਿਨ 2 ਅਕਤੂਬਰ ਨੂੰ ਹੁੰਦਾ, ਮਤਲਬ ਅਕਤੂਬਰ ਮਹੀਨੇ ਦੇ ਵਿੱਚ ਚੰਦ ਚੜਿਆ ਸੀਗਾ ਉੱਪਰ। ਠੀਕ ਹੈ, ਚੰਦ ਦੇ ਉੱਪਰ ਅਸੀਂ ਨੇ ਆਪਣਾ ਮਿਸ਼ਨ ਭੇਜਿਆ ਸੀ। ਲਿੰਕ ਤਾਂ ਕਰਨਾ ਹੀ ਪੈਂਦਾ ਨਾ ਚੀਜ਼ਾਂ ਨੂੰ, ਫੇਰ ਹੀ ਯਾਦ ਰਹਿੰਦੀਆਂ ਨੇ, ਨਹੀਂ ਤਾਂ ਇੰਨੀਆਂ ਕਿੰਨੀਆਂ ਡੇਟਸ ਆਪਾਂ ਯਾਦ ਕਰ ਲਾਂਗੇ। ਤਾਂ ਮਹਾਤਮਾ ਗਾਂਧੀ ਦੇ ਜਨਮ ਦਿਨ ਦੇ ਨਾਲ ਲਿੰਕ ਕਰਕੇ ਇਹਨੂੰ ਯਾਦ ਕਰਿਆ ਜਾ ਸਕਦਾ। ਹੁਣ ਸਾਰੇ ਆਪਾਂ ਨੇ ਕੀ ਪੜ੍ਹੇ ਸੀਗੇ, ਸਾਰੇ ਦੇ ਸਾਰੇ ਇਸਰੋ ਦੇ ਚੇਅਰਮੈਨ ਪੜ੍ਹੇ ਸੀ। ਹੁਣ ਇਸੇ ਕੰਟੈਕਸਟ 'ਚ ਸਵਾਲ ਪੁੱਛਿਆ ਜਾਵੇ ਕਿ ਜਦੋਂ ਚੰਦਰਯਾਨ 1 ਭੇਜਿਆ ਗਿਆ ਸੀ, ਉਸ ਟਾਈਮ ਦੇ ਉੱਤੇ ਸਾਡੇ ਇਸਰੋ ਦੇ ਚੇਅਰਮੈਨ ਕੌਣ ਸੀ? ਤਾਂ ਯਾਦ ਕਰੋ ਕਿ 2008 ਵਾਲਾ ਜਿਹੜਾ ਸਾਲ ਆ, ਜਾਂ ਦੁਬਾਰਾ ਉੱਥੋਂ ਰਿਵਾਈਜ਼ ਕਰਿਓ ਉਸ ਚੱਕ ਕੇ ਸਲਾਈਡ ਨੂੰ, ਕਿ ਉਦੋਂ ਮਾਧਵਨ ਨਾਇਰ ਜੀ ਦਾ ਨਾਮ ਉੱਥੇ ਮੈਂਸ਼ਨ ਹੋਊਗਾ ਕਿ ਇਹ ਉਸ ਟਾਈਮ ਦੇ ਕੀ ਸੀਗੇ, ਸਾਡੇ ਕੋਲੇ ਚੇਅਰਮੈਨ ਸੀ। ਤੇ 2 ਤੁਹਾਨੂੰ ਮੈਂ ਇੱਕ ਥੁੰਬਾ ਵਾਲਾ, ਇੱਕ ਸ੍ਰੀ ਹਰੀਕੋਟਾ ਵਾਲਾ, 2 ਹੀ ਤਾਂ ਮੈਂ ਸਟੇਸ਼ਨ ਦੱਸੇ ਨੇ ਜਿੱਥੋਂ ਲਾਂਚ ਕਰ ਸਕਦੇ ਹਾਂ ਅਸੀਂ, ਭਾਰਤ 'ਚ ਮੌਜੂਦ ਨੇ। ਤੇ ਇਹਨੂੰ ਜਿਹੜਾ ਸਤੀਸ਼ ਧਵਨ ਸਪੇਸ ਸੈਂਟਰ ਹਰੀਕੋਟਾ ਵਾਲਾ ਹੈਗਾ ਆਂਧਰਾ ਪ੍ਰਦੇਸ਼ 'ਚ, ਉੱਥੋਂ ਲਾਂਚ ਕਰਿਆ ਗਿਆ। ਤਾਂ ਦੋਨੇ ਤਿੰਨੇ ਗੱਲਾਂ ਦਿਮਾਗ 'ਚ ਰਹਿਣ, ਜਿਹੜੀਆਂ ਕਿ ਸਟੈਟਿਕ ਐਂਗਲ ਤੋਂ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਨੇਗੀਆਂ, PSSB 'ਚ ਖਾਸ ਕਰਕੇ, ਕਿਉਂਕਿ PPSC 'ਚ ਤਾਂ ਸਵਾਲ ਚਲੋ ਫਿਰ ਵੀ ਥੋੜੇ ਥੋਰੋ ਬਣ ਜਾਂਦੇ ਨੇ, ਪਰ ਇਹਦੇ ਵਿੱਚ ਤਾਂ ਡਾਇਰੈਕਟ ਹੀ ਤੁਹਾਨੂੰ ਸਵਾਲ ਪੁੱਟ ਕਰੇ ਜਾਣਗੇ। ਲਓ ਜੀ, ਇਹ ਜਿਹੜਾ ਹੈਗਾ ਕਹਿੰਦਾ ਸਪੇਸ ਕਰਾਫਟ ਆਰਬਿਟਡ ਅਰਾਊਂਡ ਦਾ ਮੂਨ, ਮੂਨ ਦੇ ਆਲੇ ਦੁਆਲੇ ਚੱਕਰ ਕੱਢਦਾ ਹੈ 100 ਤੋਂ ਲੈ ਕੇ 200 ਕਿਲੋਮੀਟਰ ਦੀ ਰੇਂਜ ਦੇ ਵਿੱਚ, ਇੰਨੀ ਹਾਈਟ ਦੇ ਉੱਪਰ, ਯਾਨੀ ਕਿ ਐਲਟੀਟਿਊਡ ਦੇ ਉੱਪਰ ਆਪਾਂ ਨੂੰ ਛੱਡਿਆ ਹੋਇਆ। ਬੇਸਿਕ ਪਰਪਸ ਕੀ ਸੀਗਾ, ਇਹਨੇ ਲੱਭ ਕੇ ਕੀ ਲਿਆਂਦਾ, ਇਹ ਇੰਪੋਰਟੈਂਟ ਪੁਆਇੰਟ ਹੈ ਕਿਉਂਕਿ ਇਹਦੇ ਤੇ ਕੁਐਸਚਨ ਪੁੱਛੇ ਗਏ ਨੇ। ਇਹਨੇ ਕੀ ਚੀਜ਼ਾਂ ਲੱਭੀਆਂ, ਦੇਖੋ ਪਾਣੀ ਲੱਭਿਆ, ਠੀਕ ਹੈ, ਜਾਂ ਹਾਈਡਰੋਕਸਾਈਲ ਬੋਲ ਦੋ, OH ਆਇਨਸ। फिर ना न्यू स्पाइनल रिच रॉक, एक पत्थर दी वो है स्पाइनल अमीन चट्टान यानी कि लभी। एक्सरेज उत्थे पाईयां गईयां चंद दे उत्ते। कैल्शियम भी लभ्या ने, टाइटेनियम, ये सारे अपने कोले एलीमेंट्स ने।
ਆਇਰਨ ਦੀ ਪ੍ਰੈਜ਼ੈਂਸ ਉੱਥੇ ਲੱਭੀ ਕਿ ਹਾਂ ਲੋਹਾ ਹੈਗਾ, ਐਲੂਮੀਨੀਅਮ ਬਿਲਕੁਲ ਲੱਭਿਆ, ਮੈਗਨੀਸ਼ੀਅਮ। ਤਾਂ ਆਹ ਕੁਝ ਚੀਜ਼ਾਂ ਲੱਭੀਆਂ। ਹੁਣ ਇੱਥੋਂ ਤੁਸੀਂ ਮੋਟਾ ਧਿਆਨ ਰੱਖੋ, ਕਿਉਂਕਿ ਉਹਨੇ ਕੋਈ ਨਾ ਕੋਈ ਇੱਕ ਅੱਧਾ ਹੋ ਸਕਦਾ ਕਿਸੇ ਕੁਐਸਚਨ ਐਗਜ਼ਾਮੀਨਰ ਸਾਨੂੰ ਇਹ ਪਾ ਦੇ ਕਿ ਫਲਾਣੀ ਚੀਜ਼ ਲੱਭੀ ਸੀ ਕਿ ਨਹੀਂ ਲੱਭੀ ਸੀ। ਜੇ ਸਾਨੂੰ ਮੋਟਾ ਆਈਡੀਆ ਹੈਗਾ ਤਾਂ ਸ਼ਾਇਦ ਅਸੀਂ ਕੱਢ ਲਾਂਗੇ, ਬਹੁਤਾ ਸਪੈਸੀਫਿਕ ਤਾਂ ਨਹੀਂ ਹੋ ਸਕਦੇ। ਤਾਂ ਇਹ ਚੀਜ਼ਾਂ ਚੰਦਰਯਾਨ 1 ਬਾਰੇ ਸਾਨੂੰ ਆਈਡੀਆ ਹੋਣਾ ਚਾਹੀਦਾ। ਤੇ ਦੂਸਰੀ ਗੱਲ ਇਹ ਤੁਹਾਨੂੰ ਜ਼ਰੂਰ ਪਤਾ ਹੋਵੇ ਕਿ ਇੱਥੇ ਉੱਥੇ ਲਿਖਿਆ ਹੋਇਆ ਸੀ ਤਾਂ ਇੱਥੇ ਲਿਖਣਾ ਰਹਿ ਗਿਆ ਕਿ PSLV ਦੇ ਨਾਲ ਇਹਨੂੰ ਲਾਂਚ ਕੀਤਾ ਗਿਆ ਸੀਗਾ। ਤਾਂ ਇਹ ਤਾਂ ਮੈਨੂੰ ਲੱਗਦਾ ਹੁਣ ਤੁਹਾਨੂੰ ਯਾਦ ਹੋ ਹੀ ਗਿਆ ਹੋਊਗਾ, ਜਦੋਂ ਇੰਨੀਆਂ ਚੀਜ਼ਾਂ ਤੇ ਆਪਾਂ ਨੇ ਬਾਰ-ਬਾਰ ਇਸ ਚੀਜ਼ ਦਾ ਜ਼ਿਕਰ ਲਿਆਈ ਜਾ ਰਹੇ ਹਾਂ ਆਪਾਂ PSLV GSLV ਦਾ। ਦੂਸਰਾ ਮਿਸ਼ਨ ਮੇਰੇ ਕੋਲੇ ਆ ਗਿਆ ਚੰਦਰਯਾਨ 2, ਜਿਹਦੇ ਤੇ ਚੰਦਰਯਾਨ 2 ਹਾਲੇ ਰੀਸੈਂਟ ਕੁਝ ਕੁ ਸਾਲ ਪਹਿਲਾਂ ਹੀ ਆਪਾਂ ਨੇ ਲਾਂਚ ਕੀਤਾ ਸੀਗਾ। ਇਹ ਦੂਜਾ ਚੰਦ ਨੂੰ ਐਕਸਪਲੋਰ ਕਰਨ ਵਾਸਤੇ ਸਾਡਾ ਮਿਸ਼ਨ ਸੀ। ਪਰ ਇਹ 'ਚ ਖਾਸੀਅਤ ਕੀ ਸੀ? ਪਹਿਲਾ ਮਿਸ਼ਨ ਤਾਂ ਅਸੀਂ ਜਸਟ ਸੈਟੇਲਾਈਟ ਘੁਮਾਇਆ ਸੀ। ਇਸ ਮਿਸ਼ਨ ਦੇ ਵਿੱਚ ਅਸੀਂ ਨੇ ਕੋਸ਼ਿਸ਼ ਕੀਤੀ ਸੀ ਕਿ ਅਸੀਂ ਚੰਦ ਦੀ ਧਰਤੀ ਤੇ ਲੈਂਡ ਕਰੀਏ, ਤੇ ਲੈਂਡ ਕਰਕੇ ਉੱਥੇ ਅਸੀਂ ਆਪਣੀ ਇੱਕ ਗੱਡੀ ਜੀ ਜਿਹਨੂੰ ਅਸੀਂ ਰੋਵਰ ਬੋਲ ਦਿੰਦੇ ਆ ਉਹਨੂੰ ਛੱਡੀਏ, ਤੇ ਉਹ ਉੱਥੇ ਜਾ ਕੇ ਵੱਖਰੇ ਐਕਸਪੈਰੀਮੈਂਟ ਕਰੇ ਤੇ ਸਾਨੂੰ ਲੱਭ ਕੇ ਲਿਆ ਕੇ ਦੇਵੇ ਐਕਸਪੈਰੀਮੈਂਟਾਂ ਦੇ ਤੌਰ ਦੇ ਉੱਤੇ ਨਵੀਆਂ ਚੀਜ਼ਾਂ। ਤਾਂ ਇਹਦੇ ਵਿੱਚ ਇੱਕ ਲੈਂਡਰ ਅਸੀਂ ਕਿਹਨੂੰ ਬੋਲਦੇ ਹਾਂ? ਦੇਖੋ ਆਹ ਲੈਂਡਰ ਹੁੰਦਾ, ਮਤਲਬ ਆਹ ਤੁਹਾਡਾ ਸੈਟੇਲਾਈਟ ਆ ਪੂਰਾ, ਇਹਦੇ ਵਿੱਚੋਂ ਐਵੇਂ ਦਾ ਇੱਕ ਲੈਂਡਰ ਨਿਕਲੂਗਾ ਜਿਹਦੀਆਂ 4-5 ਲੱਤਾਂ ਨਿਕਲਣਗੀਆਂ ਤੇ ਇਹ ਬਿਲਕੁਲ ਐ ਸਰਫੇਸ ਦੇ ਉੱਤੇ ਲੈਂਡ ਕਰਦਾ ਹੈ। ਲੈਂਡ ਕਰਨ ਤੋਂ ਬਾਅਦ ਇਹ ਖੁੱਲ ਜਾਂਦਾ ਹੈ, ਖੁੱਲ ਕੇ ਇਹਦੇ ਵਿੱਚੋਂ ਆ ਗੱਡੀ ਨਿਕਲਦੀ ਐਵੇਂ ਦੀ ਟਾਇਰਾਂ ਵਾਲੀ, ਜਿਹਨੂੰ ਅਸੀਂ ਰੋਵਰ ਬੋਲ ਦਿੰਦੇ ਆ। ਇਹ ਟਰਮਾਂ ਸਪੈਸੀਫਿਕ ਨੇ, ਟਰਮਸ 'ਚ ਜਿਹੜੇ ਬੱਚੇ ਤਾਂ ਚਲੋ ਪੁਰਾਣੇ ਨੇ ਤਿਆਰੀ ਦੇ ਵਿੱਚ ਉਹ ਤਾਂ ਇਹਦੇ ਨਾਲ ਫੈਮਿਲੀਅਰ ਹੋਣਗੇ, ਨਵੇਂ ਬੱਚਿਆਂ ਲਈ ਇਹ ਨਵੀਆਂ ਟਰਮਸ ਹੋਣਗੀਆਂ, ਕਿਉਂਕਿ ਲੈਂਡਰ ਕੀ ਹੈ, ਰੋਵਰ ਕੀ ਹੈ, ਹਨਾ। ਤਾਂ ਸਾਨੂੰ ਆਈਡੀਆ ਹੋਣਾ ਚਾਹੀਦਾ ਕਿ ਜਿਹੜੀ ਚੀਜ਼ ਉੱਥੇ ਉਤਰੀ ਉਹਨੂੰ ਲੈਂਡਰ ਕਹਤਾ ਕਿ ਲੈਂਡ ਕਰ ਰਿਹਾ ਹੈ, ਜਿਹੜੀ ਚੀਜ਼ ਉੱਥੋਂ ਵਿੱਚੋਂ ਨਿਕਲੂਗੀ ਤੇ ਜਿਵੇਂ ਉਹ ਆਪਾਂ ਰਿਮੋਟ ਵਾਲੀਆਂ ਕਾਰਾਂ ਹੁੰਦੀਆਂ ਬੱਚਿਆਂ ਦੀਆਂ, ਬਸ ਉਸ ਤਰ੍ਹਾਂ ਦੀ ਹੀ ਚੀਜ਼ ਹੈ ਰੋਵਰ ਜਿਹੜੀ ਉੱਥੇ ਭੱਜੂਗੀ। ਹੁਣ ਇਹਨਾਂ ਦੇ ਨਾਮ ਜ਼ਰੂਰ ਪਤਾ ਹੋਣਾ ਇੰਪੋਰਟੈਂਟ ਹੈ ਪੇਪਰ ਦੇ ਐਂਗਲ ਤੋਂ। ਲੈਂਡਰ ਦਾ ਨਾਮ ਤਾਂ ਹੈਗਾ ਵਿਕਰਮ, ਇਸ ਲੈਂਡਰ ਦਾ ਨਾਮ ਸੀਗਾ ਵਿਕਰਮ। ਤੇ ਜਿਹੜਾ ਮੇਰੇ ਕੋਲੇ ਰੋਵਰ ਹੈ, ਰੋਵਰ ਦਾ ਨਾਮ ਆਪਣੇ ਕੋਲੇ ਪ੍ਰਗਿਆਨ। ਰੋਵਰ ਦਾ ਕੀ ਨਾਮ ਸੀਗਾ? ਪ੍ਰਗਿਆਨ। ਇਹ ਨਾਮ ਜ਼ਰੂਰ ਯਾਦ ਹੋਣ। ਪੇਪਰਾਂ 'ਚ ਜਦੋਂ ਇਹ ਲਾਂਚ ਹੋਇਆ ਸੀ ਉਹ ਤਾਂ ਬਹੁਤ ਹੀ ਪੁੱਛਿਆ ਗਿਆ ਸੀ, ਪਰ ਇਹ ਕਿਤੇ ਵੀ ਇਰਰੈਲੇਵੈਂਟ ਨਹੀਂ ਹੋਇਆ, ਕਿਸੇ ਵੀ ਪੇਪਰ 'ਚ ਅੱਜ ਦੀ ਡੇਟ 'ਚ ਵੀ ਪੁੱਛਿਆ ਜਾ ਸਕਦਾ, ਠੀਕ ਹੈ। ਕਿਉਂਕਿ ਇੱਕ ਤਰ੍ਹਾਂ ਨਾਲ ਕਿਉਂਕਿ ਉਪਲਬਧੀ ਹੈ ਨਾ ਭਾਰਤ ਦੀ, ਇਹਨੂੰ ਤਾਂ ਇਹ ਇੱਕ ਸਟੈਟਿਕ ਜੀਕੇ ਬਣ ਚੁੱਕੀ ਹੈ ਅੱਜ ਦੀ ਡੇਟ 'ਚ, ਜੋ ਪੁੱਛੀ ਜਾ ਸਕਦੀ ਹੈ ਸਾਡੇ ਕੋਲੇ। ਕਿਹਦੇ ਨਾਲ ਲਾਂਚ ਕੀਤਾ? ਲਾਂਚ ਕਰਨ ਵਾਸਤੇ ਜਿਹੜਾ ਲਾਂਚ ਵਹੀਕਲ ਸੀ GSLV Mark 3। ਮੈਂ ਉਹ ਟਰਮਾਂ ਸਪੈਸੀਫਿਕ ਤੁਹਾਡੇ ਸਾਹਮਣੇ ਰੱਖ ਰਿਹਾ, ਜਿਹੜੀਆਂ ਚੀਜ਼ਾਂ ਬਾਰੇ ਸਵਾਲ ਬਣਨੇ ਆ ਮੈਂ ਉਹਨੂੰ ਸਰਕਲ ਕਰ ਰਿਹਾ, ਕਿਉਂਕਿ ਉਹ ਚੀਜ਼ਾਂ ਦੇ ਉੱਤੇ ਹੀ ਆਪਾਂ ਨੇ ਜ਼ਿਆਦਾ ਫੋਕਸ ਕਰਨਾ ਹੈ। ਤਾਂ 3-4 ਚੀਜ਼ਾਂ ਨਿਕਲ ਆਈਆਂ। ਹੁਣ ਅਗਲੀ ਗੱਲ ਜਿਹੜੀ ਹੈ ਮੇਰੇ ਕੋਲੇ, ਹੁਣ ਨਾ ਮੂਨ ਦੀਆਂ 2 ਸਾਈਡਾਂ ਨੇ, ਇੱਕ ਤਾਂ ਜਿਹੜੀ ਸਾਹਮਣੇ ਸਾਨੂੰ ਦਿਖਦੀ ਹੈ, ਇੱਕ ਜਿਹੜੀ ਉਹਦੀ ਪਿਛਲੀ ਸਾਈਡ ਹੈ, ਕਿਉਂਕਿ ਧਰਤੀ ਦੇ ਨਾਲ ਉਹਦੀ ਰੋਟੇਸ਼ਨ ਹੋਣ ਕਰਕੇ ਪਿਛਲੀ ਸਾਈਡ ਤਾਂ ਸਾਨੂੰ ਕਦੇ ਦਿਖਦੀ ਨਹੀਂ, ਉਹਨੂੰ ਅਸੀਂ ਫਾਰ ਸਾਈਡ ਬੋਲ ਦਿੰਦੇ ਆ, ਠੀਕ ਹੈ। ਉਹਨੂੰ ਅਸੀਂ ਕੀ ਬੋਲਦੇ ਆ? ਫਾਰ ਸਾਈਡ। ਫਾਰ ਸਾਈਡ ਤੇ ਤਾਂ ਬਹੁਤ ਘੱਟ ਮਿਸ਼ਨ ਲਾਂਚ ਹੋਏ ਨੇ। ਆ ਹੁਣੇ ਪਿੱਛੇ ਦੇ ਚਾਈਨਾ ਨੇ ਇੱਕ ਫਾਰ ਸਾਈਡ, ਮੂਨ ਦੀ ਫਾਰ ਸਾਈਡ ਤੇ ਮਿਸ਼ਨ ਲਾਂਚ ਕੀਤਾ ਸੀ, ਉਹਨੂੰ ਡਾਰਕ ਸਾਈਡ ਫਾਰ ਸਾਈਡ ਬੋਲ ਦਿੰਦੇ ਆ। ਜ਼ਿਆਦਾਤਰ ਤਾਂ ਫਰੰਟ ਸਾਈਡ ਦੇ ਉੱਤੇ ਹੀ ਹੁੰਦੇ ਨੇ। ਤੇ ਭਾਰਤ ਦਾ ਜਿਹੜਾ ਇਹ ਮਿਸ਼ਨ ਵੀ ਸੀ, ਇਹ ਨੀਅਰ ਸਾਈਡ ਤੇ ਹੀ ਸੀ। ਨੀਅਰ ਸਾਈਡ ਜਿਹੜੀ ਸਾਹਮਣੇ ਵਾਲੀ ਸਾਈਡ ਸਾਨੂੰ ਦਿਖਦੀ ਰਹਿੰਦੀ ਹੈ ਚਮਕਦਾ ਚੰਦ, ਉੱਥੇ ਹੀ ਸੀ। ਤਾਂ ਆਹ ਗੱਲ ਵੀ ਸਾਨੂੰ ਪਤਾ ਹੋਣੀ ਚਾਹੀਦੀ ਆ। ਫਾਰ ਸਾਈਡ, ਨੀਅਰ ਸਾਈਡ ਜਾਂ ਮੂਨ ਦੀ, ਇਹਨੂੰ ਲੈ ਕੇ ਵੀ ਕਨਫਿਊਜ਼ ਕੀਤਾ ਜਾ ਸਕਦਾ ਪੇਪਰ ਦੇ ਵਿੱਚ ਇੱਕ ਲਾਈਨ ਬਣਾ ਕੇ ਕਿ ਜਿਹੜਾ ਮਿਸ਼ਨ ਇੱਥੇ ਤਾਂ ਤੁਸੀਂ ਸਾਰਿਆਂ ਨੂੰ ਪਤਾ ਚੰਦਰਯਾਨ 2 ਹਾਂਜੀ ਲਾਂਚ ਕੀਤਾ ਗਿਆ, ਕਿੱਥੇ ਲਾਂਚ ਕੀਤਾ ਗਿਆ? ਚੰਦ ਦੇ ਉੱਪਰ। ਜੇ ਉਹਨਾਂ ਨੇ ਇੱਕ ਲਾਈਨ 'ਚ ਇੱਕ ਟਰਮ ਹੀ ਬਦਲਣੀ ਹੈ ਕਿ ਚੰਦ ਦੀ ਫਾਰ ਸਾਈਡ ਤੇ ਜਾਂ ਚੰਦ ਦੀ ਨੀਅਰ ਸਾਈਡ ਤੇ, ਜੇ ਐਂਗਲ ਨਹੀਂ ਪਤਾ ਹੋਊਗਾ ਕੱਟ ਗਿਆ ਨੰਬਰ ਨਾਲ ਦੀ ਨਾਲ, ਠੀਕ ਹੈ। ਤਾਂ ਆਹ ਐਂਗਲ ਵੀ ਸਾਨੂੰ ਪਤਾ ਹੋਵੇ, ਇੰਪੋਰਟੈਂਟ ਹੈ। ਕੰਮ ਉਹੀ ਹੈ ਕਿ ਉੱਥੇ ਜਾਊਗਾ, ਐਕਸਪਲੋਰ ਕਰੂਗਾ, ਉਤਰ ਕੇ ਨਵੀਆਂ ਰਿਸਰਚ ਦੀਆਂ ਚੀਜ਼ਾਂ ਕੱਢ ਕੇ ਲਿਆਊਗਾ, ਹਨਾ। ਕੰਮ ਤਾਂ ਲਗਭਗ ਉਹੀ ਹੁੰਦੇ ਨੇ ਕਿ ਉੱਥੇ ਐਕਸਪਲੋਰ ਕਰਨਾ ਕਿ ਕੀ ਚੀਜ਼ਾਂ ਹੋਣਗੀਆਂ, ਕੀ ਚੀਜ਼ਾਂ ਨਹੀਂ ਹੋਣਗੀਆਂ। ਆ ਪਰਪਸ ਇੱਥੇ ਲਿਖੇ ਨੇ, ਤੁਸੀਂ ਦੇਖ ਸਕਦੇ ਹੋ। ਟਰੇਸ, ਪਾਣੀ ਤੇ ਹੀਲੀਅਮ ਦੇ ਟਰੇਸ ਲੱਭਣੇ, ਠੀਕ ਹੈ। ਉੱਥੇ ਕੁਝ ਕੁ ਰਸਾਇਣਿਕ ਵਿਸ਼ਲੇਸ਼ਣ ਕਰਨੇ, ਔਨ ਸਾਈਟ ਉਹਨਾਂ ਦਾ ਐਨਾਲਿਸਿਸ ਕਰਨਾ, ਠੀਕ ਹੈ। ਪਿਕਚਰਾਂ ਕੱਢ ਕੇ ਦੇਣੀਆਂ ਸਾਰੀਆਂ ਉੱਥੋਂ ਦੀਆਂ ਕਿ ਉੱਥੇ ਕਿਵੇਂ ਦਾ ਸਰਫੇਸ ਹੈਗਾ, ਜਾਂ ਉੱਥੇ ਕ੍ਰੇਟਰ ਵਗੈਰਾ ਕੁਝ ਇਹੋ ਜਿਹੇ ਤਾਂ ਨਹੀਂ ਬਣੇ ਹੋਏ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ। ਹੁਣ ਇਹਨੂੰ ਲੈ ਕੇ ਕਿਵੇਂ ਦਾ ਸਵਾਲ ਸਾਡੇ ਕੋਲੇ ਬਣਿਆ ਹੋਇਆ, ਲਓ ਮੈਂ ਆਨਸਰ ਨਹੀਂ ਦਿਖਾਉਂਦਾ, ਤੁਸੀਂ ਪਹਿਲਾਂ ਸਵਾਲ ਕੱਢਣ ਦੀ ਕੋਸ਼ਿਸ਼ ਕਰੋ। ਦੇਖਦੇ ਹਾਂ ਕਿ ਤੁਹਾਡੇ ਵਿੱਚੋਂ ਕਿੰਨੇ ਇਸ ਕੁਐਸਚਨ ਦਾ ਆਨਸਰ ਕਰ ਪਾਉਂਦੇ ਨੇ। ਚੰਦਰਯਾਨ 1 ਜਿਹੜਾ ਸੀਗਾ, ਇਹ ਚੰਦਰਯਾਨ 1 ਨੂੰ ਲੈ ਕੇ ਹੈ। ਚੰਦਰਯਾਨ 1 ਲਾਂਚ ਕੀਤਾ ਸੀਗਾ ਸਤੀਸ਼ ਧਵਨ ਸਪੇਸ ਸੈਂਟਰ ਤੇ ਸ਼੍ਰੀ ਹਰੀਕੋਟਾ ਤੋਂ। ਇਹ ਗੱਲ ਠੀਕ ਹੈ ਕਿ ਗਲਤ ਹੈ? ਬਿਲਕੁਲ, ਪਿੱਛੇ ਮੈਂ ਤੁਹਾਨੂੰ ਚੰਦਰਯਾਨ 1 'ਚ ਇਹੀ ਗੱਲ ਤਾਂ ਦੱਸੀ ਹੈ। ਕੀ ਇਹਨੇ
ਸੋਡੀਅਮ ਦੀ ਪ੍ਰੈਜ਼ੈਂਸ ਡਿਟੈਕਟ ਕਰੀ ਸੀ। ਜਿਹੜਾ ਦੁਬਾਰਾ ਸਲਾਈਡ ਤੇ ਜਾਂ ਆਪਦੇ ਦਿਮਾਗ ਤੇ ਜ਼ੋਰ ਦਿਓ, ਹਾਲੇ ਤੱਕ 5 ਮਿੰਟ ਹੀ ਹੋਏ ਨੇ ਪੜ੍ਹਾਏ ਨੂੰ। ਸੋਡੀਅਮ ਦਾ ਉੱਥੇ ਕਿਤੇ ਜ਼ਿਕਰ ਨਹੀਂ ਆਇਆ ਸੀ। ਮੈਂ ਤੁਹਾਨੂੰ ਦੱਸਿਆ ਸੀ ਨਾ ਇਸ ਐਂਗਲ ਤੋਂ ਸਵਾਲ ਬਣ ਸਕਦਾ ਪੇਪਰ ਦੇ ਵਿੱਚ, ਤਾਂ ਸੋਡੀਅਮ ਦਾ ਕੋਈ ਜ਼ਿਕਰ ਨਹੀਂ। ਅੱਛਾ, ਇਹਨੂੰ ਜਿਹੜਾ ਲਾਂਚ ਕਰਿਆ ਗਿਆ ਸੀਗਾ ਚੰਦਰਯਾਨ ਨੂੰ, ਇਹ ਚੰਦਰਯਾਨ 2, ਇੱਥੇ ਵਿੱਚ ਹੀ ਮਿਕਸ ਕਰਤੇ ਦੋਵਾਂ ਦੇ ਸਵਾਲ। ਚੰਦਰਯਾਨ 2 ਨੂੰ ਲਾਂਚ ਕੀਤਾ ਗਿਆ GSLV Mark 3 ਨਾਲ, ਇਹ ਗੱਲ ਬਿਲਕੁਲ ਠੀਕ ਹੈ। ਚੰਦਰਯਾਨ 1 ਜਿਹੜਾ ਸੀਗਾ ਉਹ PSLV ਨਾਲ ਲਾਂਚ ਕੀਤਾ ਗਿਆ ਸੀਗਾ, ਤੇ ਚੰਦਰਯਾਨ 2 ਜਿਹੜਾ ਹੈਗਾ ਉਹ GSLV ਦੇ ਨਾਲ Mark 3, ਜਿਹਨੂੰ ਆਪਾਂ ਜਿਹੜਾ ਸਾਡਾ ਸਭ ਤੋਂ ਤਾਕਤਵਰ ਲਾਂਚਰ ਹੈ, ਇਹ ਆਪਾਂ ਪੜ੍ਹ ਚੁੱਕੇ ਹਾਂ ਇਹ ਚੀਜ਼ਾਂ ਸਾਰੀਆਂ, ਠੀਕ ਹੈ। ਤਾਂ ਆਹ ਆਪਣੇ ਆਪ 'ਚ ਬਿਲਕੁਲ ਠੀਕ ਹੋ ਗਈ। ਵੈਸੇ ਤਾਂ ਜੇ ਆਪਾਂ ਦੇਖੀਏ 2 ਨੂੰ ਗਲਤ ਕਰ ਦਈਏ ਤਾਂ 2 ਦੇ ਨਾਲ ਮੇਰਾ ਇਹ ਵੀ ਗਲਤ ਹੋ ਗਿਆ, 2 ਦੇ ਨਾਲ ਮੇਰਾ ਇਹ ਵੀ ਗਲਤ ਹੋ ਗਿਆ, ਤੇ ਤੀਜਾ ਮੈਂ ਠੀਕ ਕਰ ਰਿਹਾ, ਤਾਂ ਚੌਥਾ ਤਾਂ ਆਟੋਮੈਟਿਕਲੀ ਹੀ ਠੀਕ ਹੋ ਗਿਆ। ਠੀਕ ਹੈ, ਇਹ ਤਾਂ ਆਟੋਮੈਟਿਕਲੀ ਕੀ ਹੋ ਗਿਆ ਮੇਰੇ ਕੋਲ, ਠੀਕ ਹੋ ਗਿਆ, ਕਿਉਂਕਿ ਜੇ ਤੁਸੀਂ ਆਪਸ਼ਨਾਂ ਦੇ ਅਕੋਰਡਿੰਗਲੀ ਚੱਲਦੇ ਹੋ। ਵੈਸੇ ਜ਼ਿਆਦਾਤਰ ਇਹੋ ਜਿਹੇ ਸਵਾਲ ਆਪਸ਼ਨਾਂ 'ਚੋਂ ਹੀ ਐਲੀਮੀਨੇਟ ਹੋ ਕੇ ਸੋਲਵ ਹੁੰਦੇ ਨੇ, ਕਿਉਂਕਿ ਅੱਧੀਆਂ ਚੀਜ਼ਾਂ ਤਾਂ ਸਾਨੂੰ ਉਹਦੇ ਵਿੱਚੋਂ ਨਹੀਂ ਪਤਾ ਹੁੰਦੀਆਂ। ਕਈ ਵਾਰ ਡੂੰਗੀ ਕੋਈ ਚੀਜ਼ ਪੁੱਛ ਲੈਂਦੇ ਨੇ, ਪਰ ਉਹ ਡੂੰਗੀ ਚੀਜ਼ ਐਗਜ਼ਾਮੀਨਰ ਇਸ ਹਿਸਾਬ ਨਾਲ ਪੁੱਛਦਾ ਕਿ ਉਹ ਐਲੀਮੀਨੇਟ ਹੋ ਰਹੀ ਹੁੰਦੀ ਹੈ ਕਿਸੇ ਲੈਵਲ ਦੇ ਉੱਤੇ ਜਾ ਕੇ, ਬੇਸਿਕ ਇਨਫੋਰਮੇਸ਼ਨ ਜੇ ਤੁਹਾਨੂੰ ਪਤਾ ਹੋਵੇ ਉਸ ਤੋਂ ਬਾਅਦ। ਤਾਂ ਇਹਦਾ ਆਨਸਰ ਮੇਰੇ ਕੋਲੇ ਕੀ ਹੋ ਗਿਆ ਜੀ, C ਹੋ ਗਿਆ। ਉਮੀਦ ਹੈ ਕਿ ਕਲੀਅਰ ਹੋਇਆ ਹੋਊਗਾ। ਅਗਲਾ ਸਾਡਾ ਮਿਸ਼ਨ ਜਿਹੜਾ ਹੈਗਾ ਮੰਗਲਯਾਨ, ਬੜਾ ਹੀ ਇੰਪੋਰਟੈਂਟ ਮਿਸ਼ਨ ਸੀਗਾ। ਭਾਰਤ ਦੀ ਨੇ ਬੜੀ ਵਾਹਵਾ ਖੱਟੀ ਇਸ ਮਿਸ਼ਨ ਨੂੰ ਲਾਂਚ ਕਰਨ ਤੋਂ ਬਾਅਦ। ਕਈ ਕਾਰਨ ਸੀ, ਕਈ ਮੈਂ ਦੱਸ ਚੁੱਕਿਆ, ਹੁਣ ਦੁਬਾਰਾ ਦੱਸ ਦੂੰਗਾ। ਇਹਦਾ ਨਾਮ ਮਾਰਸ ਆਰਬਿਟਰ ਮਿਸ਼ਨ ਸੀ, ਜਿਹਨੂੰ ਮੌਮ ਵੀ ਬੋਲਿਆ ਜਾਂਦਾ, MOM, ਫੁੱਲ ਫਾਰਮ ਪੁੱਛੀ ਜਾ ਸਕਦੀ ਹੈ। ਭਾਰਤ ਦਾ ਪਹਿਲਾ ਇੰਟਰਪਲੈਨੇਟਰੀ ਮਿਸ਼ਨ ਸੀ, ਜਿਹੜਾ ਕਿਸੇ ਪਲੈਨਟ ਗ੍ਰਹਿ ਨੂੰ ਲੈ ਕੇ ਭਾਰਤ ਨੇ ਭੇਜਿਆ ਸੀ, ਅੰਤਰਗ੍ਰਹਿ ਮਿਸ਼ਨ ਸੀਗਾ। PSLV ਦੇ ਨਾਲ ਲਾਂਚ ਕੀਤਾ ਗਿਆ। ਸਭ ਤੋਂ ਮਹੱਤਵਪੂਰਨ ਗੱਲ, ਆਹ ਗੱਲ ਤਾਂ ਜ਼ਰੂਰ ਪਤਾ ਹੋਵੇ ਕਿ ਕਿਹੜਾ ਮਿਸ਼ਨ ਕਿਹੜੇ ਲਾਂਚਰ ਦੇ ਨਾਲ ਲਾਂਚ ਕੀਤਾ ਗਿਆ ਹੈ। ਇਹ ਪੇਪਰ ਦਾ ਫੇਵਰਟ ਸਵਾਲ ਹੈ। ਤਰੀਕ ਸੀਗੀ ਜੀ 25 ਨਵੰਬਰ, PSLV 25 ਤਾਂ ਉਹਦਾ ਨਾਮ ਸੀਗਾ ਜਿਹੜੇ ਉਹਦੇ ਨਾਲ ਰਾਕਟ ਦੇ ਨਾਲ ਉੱਪਰ ਛੱਡ ਕੇ ਆਏ। ਤਰੀਕ 5 ਨਵੰਬਰ 2013 ਸੀ। ਤਰੀਕ ਸੀ 5 ਨਵੰਬਰ 2013। ਇਹ ਤਰੀਕ ਸੀ ਲਾਂਚ ਕਰਨ ਦੀ, ਜਿੱਦਣ ਇੱਥੋਂ ਥੱਲੋਂ ਆਪਾਂ ਨੇ ਛੱਡਤਾ, ਤੇ ਪਹੁੰਚਦਾ ਉੱਥੇ ਜਾ ਕੇ 24 ਸਤੰਬਰ 2014 ਨੂੰ। ਜ਼ਿਆਦਾ ਇੰਪੋਰਟੈਂਟ ਇਹ ਡੇਟ ਹੈ, 5 ਨਵੰਬਰ 2013, ਮਤਲਬ ਲਗਭਗ ਤੁਸੀਂ ਦੇਖ ਸਕਦੇ ਹੋ ਕਿ ਸਾਲ ਦੇ ਨੇੜੇ ਤੇੜੇ ਹੀ ਟਾਈਮ ਲੱਗ ਗਿਆ ਇਹਨੂੰ ਪਹੁੰਚਣ ਦੇ ਵਿੱਚ। 1350 ਕਿਲੋ ਭਾਰ ਸੀ ਇਹਦਾ, ਜਿਹੜਾ ਸਾਡੇ ਲਈ ਇੰਪੋਰਟੈਂਟ ਹੈ। 300 ਦਿਨ ਟਰੈਵਲ ਕੀਤਾ ਇਹਨੇ ਸਪੇਸ ਦੇ ਵਿੱਚ, ਫੇਰ ਕਿਤੇ ਜਾ ਕੇ 65 ਕਰੋੜ ਕਿਲੋਮੀਟਰ ਡਿਸਟੈਂਸ ਤੈਅ ਕਰਕੇ ਉੱਥੇ ਆਪਦੇ ਉਸਦੇ ਮਾਰਸ ਦੇ ਆਰਬਿਟ 'ਚ ਪਹੁੰਚਿਆ, ਉੱਥੇ ਘੁੰਮਣਾ ਸ਼ੁਰੂ ਕੀਤਾ ਇਹਨੇ। ਠੀਕ ਹੈ, ਚੌਥੀ ਭਾਰਤ ਦੀ ਜਿਹੜੀ ਏਜੰਸੀ ਇਸਰੋ ਹੈ, ਇਹ ਜਦੋਂ ਉਹਨੇ ਟੀਚਾ ਹਾਸਲ ਕਰ ਲਿਆ ਤਾਂ ਚੌਥੀ ਇਹੋ ਜਿਹੀ ਸਪੇਸ ਏਜੰਸੀ ਬਣ ਗਈ ਸੀ ਜਿਹੜੀ ਕਿ ਮਾਰਸ ਤੇ ਪਹੁੰਚ ਪਾਈ ਸੀ। ਇਸ ਤੋਂ ਪਹਿਲਾਂ ਇਹ ਕਾਰਨਾਮਾ ਸੋਵੀਅਤ ਯੂਨੀਅਨ, ਜਿਹਦੀ ਰੋਸਕੋਸਮੋਸ ਆਪਾਂ ਜਾਣਦੇ ਹਾਂ, ਨਾਸਾ ਨੇ, ਤੇ ਤੀਜੀ ਯੂਰਪੀਅਨ ਸਪੇਸ ਏਜੰਸੀ, ਇਹੀ 3 ਜਿਹੜੀਆਂ ਮੇਨ ਏਜੰਸੀਆਂ ਸੀ ਇਹ ਟੀਚਾ ਹਾਸਲ ਕਰ ਪਾਈਆਂ ਸੀ। ਚੌਥੀ ਭਾਰਤ ਬਣ ਗਈ ਸੀ। ਪਰ ਇਹਦੇ ਨਾਲ ਹੀ ਸਪੈਸੀਫਿਕ ਭਾਰਤ ਦੀ ਖਾਸੀਅਤ ਇਹ ਸੀ ਕਿ ਇਹ ਸਾਰੀਆਂ ਪਹਿਲੀ ਟਰਾਈ ਦੇ ਵਿੱਚ ਨਹੀਂ ਪਹੁੰਚ ਪਾਈਆਂ ਸੀ। ਭਾਰਤ ਇਕਲੌਤਾ ਇਹੋ ਜਿਹਾ ਦੇਸ਼ ਬਣਿਆ ਸੀ, ਇਸਰੋ ਇਹੋ ਜਿਹੀ ਇਕਲੌਤੀ ਏਜੰਸੀ ਬਣੀ ਸੀ ਜਿਹੜੀ ਪਹਿਲੀ ਟਰਾਈ ਦੇ ਵਿੱਚ ਹੀ ਉੱਥੇ ਪਹੁੰਚ ਗਈ ਸੀ। ਤੇ ਇਹਨਾਂ ਸਾਰਿਆਂ ਨਾਲੋਂ ਜਿਹੜਾ ਸਾਡੇ ਇਸ ਮਿਸ਼ਨ ਦਾ ਖਰਚਾ ਸੀ ਉਹ ਬਹੁਤ ਹੀ ਨੋਮੀਨਲ, ਬਹੁਤ ਹੀ ਜ਼ਿਆਦਾ ਘੱਟ ਸੀ। ਇਸੇ ਕਰਕੇ ਵਾਹਵਾ ਜ਼ਿਆਦਾ ਖੱਟੀ ਭਾਰਤ ਨੇ ਇਹਨੂੰ ਸਕਸੈਸਫੁਲੀ ਲਾਂਚ ਕਰਨ ਤੋਂ ਬਾਅਦ। ਠੀਕ ਹੈ, ਆਹ ਦੇਖੋ ਲਿਖਿਆ ਵੀ ਹੈ ਕਿ ਭਾਰਤ ਪਹਿਲਾ ਨੇਸ਼ਨ ਬਣਿਆ ਸੀ ਜਿਹੜਾ ਪਹਿਲੀ ਅਟੈਂਪਟ ਦੇ ਵਿੱਚ ਹੀ ਉੱਥੇ ਪਹੁੰਚ ਗਿਆ ਸੀਗਾ। ਉਹ ਬਾਕੀ ਦਾ ਆਬਜੈਕਟਿਵ ਤਾਂ ਉਹੀ ਸੀਗੇ ਕਿ ਠੀਕ ਹੈ, ਉੱਥੋਂ ਦੇ ਤੁਸੀਂ ਖਣਿਜ ਵਿਗਿਆਨ ਜਾਂ ਫਿਰ ਉੱਥੋਂ ਦੀਆਂ ਸਤਹ ਸਰਫੇਸ ਦੀਆਂ ਜਿਹੜੀਆਂ ਕੀ ਕਰੈਕਟਰਿਸਟਿਕ ਵਿਸ਼ੇਸ਼ਤਾਵਾਂ ਨੇ, ਵਾਯੂਮੰਡਲ ਦੀ ਖੋਜ ਕਰਨੀ, ਉੱਥੋਂ ਦੀ ਐਟਮੋਸਫੇਅਰ ਕਿੱਦਾਂ ਦਾ, ਉੱਥੇ ਕਿਹੜੀਆਂ ਗੈਸਸ ਹੈਗੀਆਂ ਨੇ, ਕਿਹੜੀਆਂ ਨਹੀਂ ਹੈਗੀਆਂ। ਇਹਦਾ ਮੇਨ ਆਬਜੈਕਟਿਵ ਸੀਗਾ, ਉਦੇਸ਼ ਸੀਗਾ ਇਸ ਮਿਸ਼ਨ ਦਾ। ਇਹ ਤੋਂ ਇਲਾਵਾ ਕੁਝ ਚੀਜ਼ਾਂ ਇਹ ਕਰਨ ਵਾਸਤੇ ਜਿਹੜੀਆਂ ਭੇਜੀਆਂ, ਤਾਂ ਕੁਝ ਕੁ ਯੰਤਰ ਸੀ ਜਿਹੜੇ ਇਹਦੇ ਨਾਲ ਭੇਜੇ ਸੀ। ਥੋੜਾ ਡੂੰਘਾਈ ਵਾਲਾ ਸਵਾਲ ਹੋ ਜਾਊਗਾ, ਪਰ ਫਿਰ ਵੀ ਨਿਗਾਹ ਮਾਰ ਲਓ, ਕੋਈ ਪਤਾ ਨਹੀਂ ਹੁੰਦਾ ਪੇਪਰਾਂ ਦਾ, ਜਿਵੇਂ ਅੱਜ ਕੱਲ੍ਹ ਲੈਵਲ ਹੋ ਚੁੱਕਿਆ। ਵਾਤਾਵਰਨ ਨੂੰ ਅਧਿਐਨ ਕਰਨ ਵਾਸਤੇ, ਪੜ੍ਹਨ ਵਾਸਤੇ ਜਿਹੜਾ ਇਹਦੇ ਵਿੱਚ ਡਿਵਾਈਸ ਲਾ ਕੇ ਭੇਜਿਆ ਸੀ, ਯੰਤਰ ਲਾ ਕੇ ਭੇਜਿਆ ਸੀ, ਉਹਦਾ ਨਾਮ ਸੀਗਾ ਲੀਮਨ ਅਲਫਾ ਫੋਟੋਮੀਟਰ। ਠੀਕ ਹੈ, ਬੇਸਿਕਲੀ ਇਹ ਮਿਥੇਨ ਸੈਂਸਰ ਸੀ। ਮਤਲਬ ਇਹਨੇ ਇਹ ਦੱਸਣਾ ਸੀ ਸਾਨੂੰ ਕਿ ਮਾਰਸ ਦੀ ਜਿਹੜੀ ਸਤਹ ਆ ਉਹਦੇ ਉੱਤੇ ਮਿਥੇਨ ਗੈਸ ਹੈਗੀ ਆ ਕਿ ਨਹੀਂ। ਜੇ ਮਿਥੇਨ ਹੋਊਗੀ ਤਾਂ ਸੈਂਸਰ ਨੇ ਸੈਂਸ ਕਰਨੀ ਸੀ ਤੇ ਨਾਲ ਦੇ ਨਾਲ ਲਾਈਟ ਲੂਇਟ ਜਗਾ ਦੇਣੀ ਸੀ ਤੇ ਸਾਨੂੰ ਪਤਾ ਚੱਲ ਜਾਣਾ ਸੀਗਾ। ਅੱਗੇ ਦੂਜਾ ਹੈਗਾ ਸੀਗਾ ਜਿਹੜਾ এনवायरमेंट ਦੀ ਸਟੱਡੀਜ਼ ਵਾਸਤੇ, ਇਹ ਸੀਗਾ ਮੈਨਕਾ ਦੀ ਫੁੱਲ ਫਾਰਮ ਸੀਗੀ ਮਾਰਸ ਐਗਜ਼ੋਸਫੇਰਿਕ ਨਿਊਟਰਲ ਕੰਪੋਜੀਸ਼ਨ ਐਨਾਲਾਈਜ਼ਰ। ਤੀਸਰਾ ਮੇਰੇ ਕੋਲ ਜਿਹੜਾ ਸੀਗਾ ਉਹ ਸੀਗਾ
ਥਰਮਲ ਇਨਫਰਾਰੈਡ ਇਮੇਜਿੰਗ ਸਪੈਕਟਰੋਮੀਟਰ, ਇੱਕ ਕਲਰ ਕੈਮਰਾ ਵੀ ਸੀਗਾ ਨਾਲ, ਜਿਹਨੇ ਉੱਥੋਂ ਦੀਆਂ ਫੋਟੋਆਂ ਭੇਜੀਆਂ ਖਿੱਚ ਕੇ। ਠੀਕ ਹੈ, ਤਾਂ ਇਹ ਆਪਣੇ ਆਪ ਦੇ ਵਿੱਚ ਬੜਾ ਹੀ ਇੰਪੋਰਟੈਂਟ ਸੀ। ਹੁਣ 2024 ਤੱਕ ਇਸਰੋ ਨੇ ਪਲਾਨ ਵੀ ਕਰਿਆ ਹੋਇਆ ਕਿ ਇਹ ਵਾਲਾ ਤਾਂ ਜਿਵੇਂ ਸਾਡਾ ਚੰਦਰਯਾਨ 1 ਚ ਕੀ ਸੀ, ਅਸੀਂ ਨੇ ਲੈਂਡ ਨਹੀਂ ਕੁਝ ਕਰਾਇਆ ਸੀ, ਬਸ ਘੁੰਮਦਾ ਰਿਹਾ। ਇਹਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਅਸੀਂ 2024 ਤੱਕ ਮੰਗਲਯਾਨ 2 ਭੇਜੀਏ। ਉਹ ਕਿਹਦੇ ਨਾਲ ਹੋਵੇ? ਉਹ ਲੈਂਡਰ ਦੇ ਨਾਲ ਹੋਵੇ, ਮਤਲਬ ਲੈਂਡਰ ਹੋਵੇ, ਉਸ ਤੋਂ ਵਿੱਚੋਂ ਰੋਵਰ ਗੱਡੀ ਨਿਕਲੇ, ਉੱਤਰ ਕੇ ਸਟੱਡੀ ਕਰੇ। ਜਦ ਕਿ ਜੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ, ਜਿਹੜਾ ਸਾਡਾ ਚੰਦਰਯਾਨ 2 ਸੀ ਉਹ ਨਾ ਅੱਧਾ ਕੁ ਸਕਸੈਸਫੁਲ ਰਿਹਾ। ਮੈਂ ਅੱਧਾ ਕੁ ਸਕਸੈਸਫੁਲ ਕਿਉਂ ਕਹਿ ਰਿਹਾ? ਕਿਉਂਕਿ ਜਦੋਂ ਉਹ ਉੱਪਰ ਭੇਜਿਆ ਗਿਆ, ਸੈਟੇਲਾਈਟ ਨੇ ਬਿਲਕੁਲ ਆਪਣਾ ਉਹਦੇ ਆਲੇ ਦੁਆਲੇ ਚੱਕਰ ਲਾਉਣੇ ਸ਼ੁਰੂ ਕਰਤੇ, ਚੱਕਰ ਲਾਉਂਦਾ ਰਿਹਾ ਤੇ ਉਹ ਇਨਫੋਰਮੇਸ਼ਨ ਭੇਜਦਾ ਹਲੇ ਵੀ। ਪਰ ਜਿਹੜਾ ਮੇਰੇ ਕੋਲੇ ਉਹਦੇ ਵਿੱਚੋਂ ਲੈਂਡ ਕਰਨ ਵਾਲੀ ਚੀਜ਼ ਸੀ, ਲੈਂਡਰ ਸੀਗੀ, ਜਿਹਦਾ ਨਾਮ ਆਪਾਂ ਨੇ ਵਿਕਰਮ ਸੀਗਾ ਨਾਮ, ਉਹ ਵਿਕਰਮ ਲੈਂਡ ਕਰਦੇ ਕਰਦੇ ਸਹੀ ਲੈਂਡ ਕਰ ਨਹੀਂ ਪਾਇਆ ਤੇ ਉਹ ਲੈਂਡ ਕਰਨ ਤੋਂ ਪਹਿਲਾਂ ਹੀ ਉੱਡ ਗਿਆ ਤੇ ਉਹਦੇ ਨਾਲ ਸਾਡਾ ਕਨੈਕਸ਼ਨ ਟੁੱਟ ਗਿਆ। ਇਸ ਕਰਕੇ ਜਿਹੜੇ ਲੈਂਡਰ ਤੇ ਰੋਵਰ ਪ੍ਰਗਿਆਨ ਤੇ ਵਿਕਰਮ ਦੇ ਥਰੂ ਜਿਹੜੇ ਐਕਸਪੈਰੀਮੈਂਟ ਕਰਨੇ ਸੀ ਉਹ ਕਰਨ 'ਚ ਅਸੀਂ ਸਕਸੈਸਫੁਲ ਨਹੀਂ ਰਹੇ। ਤਾਂ ਕਰਕੇ ਮੈਂ ਕਿਹਾ ਕਿ ਅੱਧੇ ਕੁ ਸਕਸੈਸਫੁਲ ਰਹੇ, ਕਿਉਂਕਿ ਪਹੁੰਚਿਆ ਤਾਂ ਸਹੀ ਨਾ ਉੱਥੇ, ਤੇ ਹਲੇ ਵੀ ਉੱਥੋਂ ਦੀ ਆਲੇ ਦੁਆਲੇ ਘੁੰਮ ਕੇ ਇਨਫੋਰਮੇਸ਼ਨ ਤਾਂ ਸਾਨੂੰ ਦੇ ਹੀ ਰਿਹਾ। ਤਾਂ ਇਹਦੇ ਵਿੱਚ ਹੀ ਮੰਗਲਯਾਨ 1 ਦੇ ਵਿੱਚ ਸਿਰਫ ਘੁਮਾਇਆ ਆਲੇ ਦੁਆਲੇ ਤੇ ਇਨਫੋਰਮੇਸ਼ਨ ਇਕੱਠੀ ਕੀਤੀ ਉਹਦੇ ਆਧਾਰ ਤੇ। ਹੁਣ ਜਿਹੜਾ ਅਗਲਾ ਸਾਡਾ ਮਿਸ਼ਨ 24 ਤੱਕ ਦਾ ਹੈਗਾ, ਉਹਦੇ ਵਿੱਚ ਅਸੀਂ ਲੈਂਡਰ ਵੀ ਨਾਲ ਭੇਜਣਾ ਚਾਹੁੰਦੇ ਹਾਂ। ਤਾਂ ਇਹ ਕੁਛ ਇਹਨੂੰ ਲੈ ਕੇ ਗੱਲ ਹੋ ਗਈ। ਹੁਣ ਆਪਾਂ ਇਹਦੇ ਬਾਰੇ ਇੱਕ ਕੁਐਸਚਨ ਦੇਖਦੇ ਹਾਂ ਮੰਗਲਯਾਨ ਦੇ ਉੱਤੇ, ਜਿਵੇਂ ਦਾ ਕੁਐਸਚਨ ਪੁੱਛਿਆ ਹੋਇਆ। ਇਹਨੂੰ ਮੌਮ ਵੀ ਕਿਹਾ ਜਾਂਦਾ, ਮਾਰਸ ਆਰਬਿਟਰ ਮਿਸ਼ਨ ਬਿਲਕੁਲ ਕਿਹਾ ਜਾਂਦਾ। ਭਾਰਤ ਨੂੰ ਇਹਨੇ ਦੂਜਾ ਦੇਸ਼ ਬਣਾਤਾ ਜਿਹਨੇ ਕਿ USA ਤੋਂ ਬਾਅਦ ਇਹ ਟੀਚਾ ਹਾਸਲ ਕੀਤਾ। ਨਹੀਂ, ਆਪਾਂ ਤਾਂ ਚੌਥਾ ਦੇਸ਼ ਪੜਿਆ, ਤਾਂ ਦੂਜਾ ਤਾਂ ਨਹੀਂ ਹੈਗਾ। ਦੇਖੋ, ਇਨਫੋਰਮੇਸ਼ਨ ਦੇ ਵਿੱਚੋਂ ਹੀ ਡਾਇਰੈਕਟ ਐਵੇਂ ਹੀ ਸਵਾਲ ਬਣਦੇ ਨੇ, ਕੋਈ ਬਹੁਤਾ ਔਖਾ ਸਵਾਲ ਨਹੀਂ ਹੁੰਦਾ। ਪਰ ਜੇ ਆਪਾਂ ਗੋ ਥਰੂ ਨਹੀਂ ਹੋਏ ਫਿਰ ਸ਼ਾਇਦ ਸਾਡੇ ਲਈ ਔਖਾ ਹੋਵੇ, ਜਾਂ ਜਿਹਨੇ ਸਿਰਫ ਇੰਨਾ ਹੀ ਰੱਟਾ ਮਾਰਿਆ ਹੋਊਗਾ ਕਿ ਮੰਗਲਯਾਨ ਜਿਹੜਾ ਸੀਗਾ ਜੀ ਇੰਨੀ ਤਰੀਕ ਨੂੰ ਸੀਗਾ ਤੇ ਇੱਥੋਂ ਲਾਂਚ ਕੀਤਾ ਸੀ। ਜੇ 4 ਲਾਈਨਾਂ ਅਸੀਂ ਹੋਰ ਪੜ੍ਹ ਲਾਂਗੇ ਇਹਦੇ ਬਾਰੇ, ਤਾਂ ਜੇ ਡੂੰਘਾਈ 'ਚ ਸਵਾਲ ਬਣਦਾ ਉਹ ਵੀ ਸਾਡਾ ਸੋਲਵ ਹੋ ਜਾਊਗਾ। ਆਹੀ ਫਾਇਦਾ ਹੁੰਦਾ ਥੋੜੀਆਂ ਜਿਹੀਆਂ 4 ਲਾਈਨਾਂ ਵੱਧ ਪੜ੍ਹਨ ਦਾ, ਨੁਕਸਾਨ ਕੋਈ ਨਹੀਂ ਹੁੰਦਾ ਹੈਗਾ। ਠੀਕ ਹੈ, ਪਹਿਲਾ ਦੇਖੋ ਮੇਰੇ ਕੋਲੇ ਹੋ ਗਿਆ ਜੀ ਸਹੀ, ਦੂਜਾ ਗਲਤ। ਜੇ ਦੂਜਾ ਗਲਤ ਹੈ, ਇਹ ਵੀ ਗਿਆ, ਇਹ ਵੀ ਗਿਆ। ਹੁਣ ਜਾਂ ਤਾਂ ਪਹਿਲਾ ਹੀ ਇਕੱਲਾ ਠੀਕ ਹੈ ਜਾਂ ਤੀਜਾ ਵੀ ਠੀਕ ਹੋ ਸਕਦਾ। ਇੰਡੀਆ ਕੱਲੀ ਕੰਟਰੀ ਬਣੀ ਜਿਹਨੇ ਸਕਸੈਸਫੁਲ ਕੀਤੀ ਮਾਰਸ ਤੇ ਦੀ ਪਹਿਲੀ ਅਟੈਂਪਟ 'ਚ। ਬਿਲਕੁਲ ਠੀਕ ਹੈ, ਵੀ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਭਾਰਤ ਇਸੇ ਕਰਕੇ ਨਾਮ ਭਾਰਤ ਦਾ ਕਾਫੀ ਹੋਇਆ ਇਸ ਮਿਸ਼ਨ ਤੋਂ। ਤਾਂ ਇਹਦਾ ਮਤਲਬ ਸੀ ਕਰੈਕਟ ਆਨਸਰ ਹੋ ਗਿਆ 1 ਤੇ 3। ਅੱਗੇ ਜਿਹੜਾ ਸਾਡਾ ਮਿਸ਼ਨ ਹੈ ਉਹ ਹੈਗਾ ਗਗਨਯਾਨ। ਹੁਣ ਗਗਨਯਾਨ ਨੂੰ ਲੈ ਕੇ ਅੱਜ ਵੀ ਬੜੀ ਨਿਊਜ਼ ਦੇ ਵਿੱਚ ਹੈ ਗਗਨਯਾਨ। ਪਹਿਲਾ ਗਗਨਯਾਨ 'ਚ ਖਾਸੀਅਤ ਕੀ ਹੈ ਕਿ ਹਲੇ ਤੱਕ ਭਾਰਤ ਉੱਪਰ ਚੰਦ ਤੇ ਲਾ ਲਓ ਜਾਂ ਸਪੇਸ ਦੇ ਵਿੱਚ ਲਾ ਲਓ, ਸਪੇਸ 'ਚ ਬੰਦੇ ਨਹੀਂ ਭੇਜ ਪਾਇਆ। ਯਾਨੀ ਕਿ ਜਿਹੜੇ ਸਾਡੇ, ਜਿਨ੍ਹਾਂ ਨੂੰ ਅਸੀਂ ਐਸਟਰੋਨੌਟਸ ਬੋਲਦੇ ਹਾਂ ਅੰਗਰੇਜ਼ੀ ਦੇ ਵਿੱਚ, ਜਿਹੜੇ ਉੱਪਰ ਸਾਡੇ ਪੁਲਾੜ ਦੇ ਵਿੱਚ ਕੰਮ ਕਰਨ ਵਾਲੇ ਸਾਇੰਟਿਸਟ ਹੁੰਦੇ ਨੇ, ਉਹਨਾਂ ਨੂੰ ਨਹੀਂ ਅੱਜ ਤੱਕ ਭੇਜ ਪਾਇਆ। ਤਾਂ ਭਾਰਤ ਦੀ ਹੁਣ ਅਟੈਂਪਟ ਇਹੀ ਚੱਲ ਰਹੀ ਹੈ ਕਿ ਅਸੀਂ 3 ਐਸਟਰੋਨੌਟਾਂ ਨੂੰ ਉੱਪਰ ਭੇਜਣਾ ਹੈ। ਉਹਦੇ ਲਈ ਗਗਨਯਾਨ ਮਿਸ਼ਨ ਭਾਰਤ ਨੇ ਰੱਖਿਆ ਹੈ। ਇਹ ਪਹਿਲਾ ਹਿਊਮਨ ਮਨੁੱਖੀ ਪੁਲਾੜ ਉਡਾਨ ਪ੍ਰੋਗਰਾਮ ਹੋਊਗਾ। 2018 'ਚ ਇਹਨੂੰ ਅਨਾਉਂਸ ਕਰਿਆ ਗਿਆ ਸੀਗਾ ਤੇ 22 ਤੱਕ ਦਾ ਪ੍ਰੋਗਰਾਮ ਸੀ, ਪਰ ਹਲੇ ਤੱਕ ਡਿਲੇ ਚੱਲ ਰਿਹਾ ਕਰੋਨਾ ਕਰਕੇ। ਤੁਹਾਨੂੰ ਪਤਾ ਕਾਫੀ ਚੀਜ਼ਾਂ ਡਿਲੇ ਹੋ ਗਈਆਂ। ਜੇ ਭਾਰਤ ਇਹ ਹਾਸਲ ਕਰ ਲੈਂਦਾ ਹੈ ਤਾਂ ਭਾਰਤ ਚੌਥਾ ਦੇਸ਼ ਬਣ ਜਾਊਗਾ। ਕੀ ਤੋਂ ਬਾਅਦ? ਰਸ਼ੀਆ, USA ਤੇ ਚਾਈਨਾ ਤੋਂ ਬਾਅਦ, ਜਿਹੜਾ ਕਿ ਤੁਸੀਂ ਕਹਿ ਲਓ ਕਿ ਪੁਲਾੜ ਦੇ ਵਿੱਚ, ਸਪੇਸ ਦੇ ਵਿੱਚ ਹਿਊਮਨਸ ਨੂੰ ਭੇਜ ਪਾਊਗਾ। ਕਿੰਨੇ ਸਾਲਾਂ ਤੋਂ ਇਸਰੋ ਨੇ ਬੜੀ ਡਿਵੈਲਪਮੈਂਟ ਕੀਤੀ ਹੈ, ਕਿੰਨੀਆਂ ਟੈਕਨੋਲੋਜੀਆਂ ਹਾਸਲ ਕਰ ਲਈਆਂ। ਤਾਂ ਆਹੀ ਇੱਕ ਰਹਿੰਦਾ ਕਿ ਹਿਊਮਨ ਸਪੇਸ ਫਲਾਈਟ ਵਾਲਾ, ਤਾਂ ਇਹਦੇ ਤੇ ਵੀ ਸਾਡਾ ਕੰਮ ਚੱਲ ਰਿਹਾ ਹੈ। ਤਾਂ ਕੋਈ ਬੜੀ ਵੱਡੀ ਉਹ ਨਹੀਂ ਹੈਗੀ। ਠੀਕ ਹੈ, ਹੁਣ ਇਹਦੇ ਵਿੱਚ ਕੀ ਕੀ ਚੀਜ਼ਾਂ ਐਡ ਹੋਣਗੀਆਂ, ਕੀ ਕੀ ਚੀਜ਼ਾਂ ਪਾਈਆਂ ਜਾਣਗੀਆਂ। ਇੱਕ ਤਾਂ ਸਪੇਸ ਕੈਪਸੂਲ ਰਿਕਵਰੀ ਐਕਸਪੈਰੀਮੈਂਟ ਹੋਊਗਾ। ਠੀਕ ਹੈ, ਕ੍ਰਿਊ ਮੋਡਿਊਲ। ਕ੍ਰਿਊ ਅਸੀਂ ਬੋਲਦੇ ਹਾਂ ਬੇਸਿਕਲੀ ਕਿਸ ਚੀਜ਼ ਨੂੰ? ਕ੍ਰਿਊ ਹੁੰਦਾ ਕਿ ਜਿਹੜੇ ਉਹ ਬੰਦਿਆਂ ਦਾ ਗਰੁੱਪ ਜਾਂ ਉਹ ਐਸਟਰੋਨੌਟਸ ਦਾ ਗਰੁੱਪ ਜਿਹੜਾ ਜਾਊਗਾ ਉੱਪਰ ਨੂੰ, ਉਹ ਕ੍ਰਿਊ ਕਹਾਉਂਦਾ ਸਾਡੇ ਕੋਲੇ। ਤਾਂ ਉਹ ਕ੍ਰਿਊ ਨੂੰ ਉੱਪਰ ਭੇਜਣਾ ਮੇਨ ਸਾਡਾ ਲਾਂਚ ਉਹ ਹੈ। ਤੇ ਰੀਯੂਜ਼ੇਬਲ ਲਾਂਚ ਵਾਹੀਕਲ, ਇਹ ਸਾਰੀਆਂ ਉਹ ਨੇ ਉਪਲਬਧੀਆਂ ਜਿਹੜੀਆਂ ਅੱਜ ਦੀ ਡੇਟ ਦੇ ਵਿੱਚ ਲੱਗਿਆ ਹੋਇਆ ਭਾਰਤ ਅਚੀਵ ਕਰਨ 'ਚ। ਇਹ ਵੀ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀਗਾ ਕਿ ਰੀਯੂਜ਼ੇਬਲ ਲਾਂਚ ਵਾਹੀਕਲ ਹੋਵੇ, ਕਿ ਲਾਂਚ ਵਾਹੀਕਲ ਉੱਪਰੋਂ ਜਾ ਕੇ ਵਾਪਸ ਥੱਲੇ ਆਵੇ। ਇਹਦੇ ਤੇ ਵੀ ਭਾਰਤ ਦਾ ਪੂਰਾ ਜ਼ੋਰ ਲੱਗ ਰਿਹਾ ਕਿਉਂਕਿ ਖਰਚਾ ਬਹੁਤ ਘੱਟ ਜੂਗਾ ਸਾਡਾ। ਹੁਣ ਇਹਨੂੰ ਲੈ ਕੇ ਜੇ ਮੈਂ ਹੋਰ ਤੁਹਾਡੇ ਨਾਲ ਗੱਲ ਡਿਸਕਸ ਕਰਾਂ, ਬੇਸਿਕਲੀ ਪਰਪਸ ਇਹੀ ਹੈ ਇਸ ਮਿਸ਼ਨ ਦਾ
ਕਿ ਅਸੀਂ ਨੇ 3 ਐਸਟਰੋਨੌਟਸ ਨੂੰ ਲੋਅਰ ਅਰਥ ਆਰਬਿਟ ਦੇ ਵਿੱਚ ਭੇਜਣਾ ਹੈ ਤੇ ਵਹੀਕਲ ਜਿਹੜਾ ਇਹਦੇ ਵਿੱਚ ਵਰਤਿਆ ਜਾਊਗਾ GSLV ਮਾਰਕ 3 ਵਰਤਿਆ ਜਾਊਗਾ ਤੇ ਜਿਹੜੇ ਇਹ 3 ਬੰਦੇ ਜਾਣਗੇ 7 ਦਿਨਾਂ ਵਾਸਤੇ ਸਪੇਸ 'ਚ ਰਹਿਣਗੇ ਤੇ ਉੱਥੇ ਕੁਝ ਨਾ ਕੁਝ ਐਕਸਪੈਰੀਮੈਂਟ ਕਰਕੇ ਆਉਣਗੇ, ਠੀਕ ਹੈ, ਜੋ ਇਹਨਾਂ ਨੇ ਮਿਥਿਆ ਹੋਊਗਾ ਐਕਸਪੈਰੀਮੈਂਟ ਕਰਨ ਬਾਰੇ। ਭਾਰਤ ਨੇ ਇਹਦੇ ਲਈ 2 ਦੇਸ਼ਾਂ ਦੀ ਮਦਦ ਲਈ ਹੈ, ਇੱਕ ਤਾਂ ਹੈਗਾ ਜੀ ਰਸ਼ੀਆ ਦੀ ਫਰਮ ਦੀ ਮਦਦ ਲਈ ਹੈ, ਦੂਜੀ ਅਸੀਂ ਫਰਾਂਸ ਵਾਲਿਆਂ ਦੀ ਮਦਦ ਲਈ ਹੈ ਐਸਟਰੋਨੌਟਸ ਨੂੰ ਟ੍ਰੇਨਿੰਗ ਦੇਣ ਵਾਸਤੇ, ਪੱਕਾ ਕਰਨ ਵਾਸਤੇ ਕਿ ਐਸਟਰੋਨੌਟ ਬੇਸਿਕਲੀ ਉੱਥੇ ਜਾ ਕੇ ਰੇਡੀਏਸ਼ਨਾਂ ਤੋਂ ਕਿਵੇਂ ਬਚਣਾ, ਠੀਕ ਹੈ, ਆਪਣਾ ਬਚਾਅ ਕਿਵੇਂ ਕਰਨਾ ਹੈ, ਲਾਈਫ ਦੀ ਕਿਵੇਂ ਸਪੋਰਟ ਉੱਥੇ ਹੋ ਸਕਦੀ ਹੈ, ਆਪਣੀ ਹੈਲਥ ਨੂੰ ਕਿਵੇਂ ਠੀਕ ਰੱਖਣਾ। ਇਹਦੇ ਲਈ ਅਸੀਂ ਫਰਾਂਸ ਦੀ ਜਿਹੜੀ ਸਪੇਸ ਏਜੰਸੀ ਹੈ ਜਿਹਦਾ ਨਾਮ ਹੈਗਾ CNES, ਪਹਿਲੀ ਵਾਰ ਜ਼ਿਕਰ ਆਇਆ, ਧਿਆਨ ਨਾਲ ਨੋਟ ਕਰ ਲਓ। ਦੇਖੋ ਫਰਾਂਸ ਦਾ ਯੂਰਪੀਅਨ ਯੂਨੀਅਨ ਯੂਰਪ ਦੇ ਵਿੱਚ ਆਉਂਦਾ ਹੈ ਤੇ ਯੂਰਪ ਦੇ ਦੇਸ਼ਾਂ ਦਾ ਇੱਕ ਇਕੱਠਾ ਤੁਹਾਨੂੰ ਦੱਸਿਆ ਕਿ ਏਜੰਸੀ ਹੈ ਜਿਹਦਾ ਨਾਮ ਹੈਗਾ ਯੂਰਪੀਅਨ ਯੂਨੀਅਨ। ਪਰ ਯੂਰਪੀਅਨ ਯੂਨੀਅਨ 'ਚ ਤਾਂ ਹਿੱਸਾ ਹੈ ਹੀ ਹੈ ਫਰਾਂਸ ਦਾ, ਪਰ ਫਰਾਂਸ ਨੇ ਆਪਦੀ ਵੀ ਇੱਕ ਏਜੰਸੀ ਬਣਾ ਰੱਖੀ ਹੈ ਜਿਹੜੀ ਇੰਡੀਪੈਂਡੈਂਟ ਉਹਦੇ ਆਪਦੇ ਦੇਸ਼ ਦੀ ਹੈ, ਉਹਦਾ ਨਾਮ CNES ਹੈ। ਫੁੱਲ ਫਾਰਮ ਯਾਦ ਕਰਨ ਦੀ ਲੋੜ ਨਹੀਂ ਕਿਉਂਕਿ ਫਰਾਂਸ ਵਾਲੇ ਸ਼ਬਦ ਇਹੋ ਜਿਹੇ ਹੁੰਦੇ ਨੇ ਕਿ ਉਹ ਸਾਨੂੰ ਯਾਦ ਵੀ ਨਹੀਂ ਹੋ ਸਕਦੇ ਜਦੋਂ ਆਪਾਂ ਫ੍ਰੈਂਚ ਦੇ ਵਿੱਚ ਲਿਖਦੇ ਹਾਂ। ਤਾਂ ਜਿਹੜੀ ਫ੍ਰੈਂਚ ਸਪੇਸ ਏਜੰਸੀ ਹੈ CNES, ਇਹ ਫਰਾਂਸ ਦੀ ਹੈ। ਇਹਦੇ ਨਾਲ ਭਾਰਤ ਦਾ ਸਮਝੌਤਾ ਤੇ ਦੂਜਾ ਕਿਹਦੇ ਨਾਲ ਹੈ? ਰਸ਼ੀਆ ਦੇ ਨਾਲ। ਰਸ਼ੀਆ ਟ੍ਰੇਨ ਕਰੂਗਾ ਉਹਨਾਂ ਨੂੰ, ਇਹ ਉਹਨਾਂ ਨੂੰ ਬਚਾਅ ਦੇ ਉਹ ਸਿਖਾਉਣਗੇ। ਉਮੀਦ ਕਰਦਾ ਗੱਲ ਕਲੀਅਰ ਹੋ ਗਈ ਹੋਵੇ। ਦੋਨਾਂ ਚੀਜ਼ਾਂ ਤੇ ਵੀ ਸਵਾਲ ਬਹੁਤ ਪੇਪਰ 'ਚ ਪੁੱਛੇ ਗਏ ਨੇ ਕਿ ਕੌਣ ਕੀ ਮਦਦ ਕਰੂਗਾ। ਹੁਣ ਇੱਕ ਇਹਦੇ ਵਿੱਚ ਸਭ ਤੋਂ ਪਹਿਲੀ ਕੋਸ਼ਿਸ਼ ਵਿਓਮ ਮਿੱਤਰਾ ਦੀ ਹੈ। ਇਹ ਵਿਓਮ ਮਿੱਤਰਾ ਕੀ ਹੈ? ਦੇਖੋ ਵਿਓਮਾ ਦਾ ਮਤਲਬ ਹੈਗਾ ਸਪੇਸ, ਯਾਨੀ ਕਿ ਪੁਲਾੜ, ਤੇ ਮਿੱਤਰ ਤਾਂ ਫਰੈਂਡ ਹੁੰਦਾ ਹੀ ਹੈ। ਜਿਹੜਾ ਕਿ ਸਪੇਸ ਦਾ ਮਿੱਤਰ ਹੋਵੇ ਉਹਨੂੰ ਵਿਓਮ ਮਿੱਤਰਾ ਬੋਲ ਦਿੱਤਾ ਜਾਂਦਾ। ਇਹ ਕੀ ਹੈ? ਇਹ ਆਪਣੇ ਆਪ ਦੇ ਵਿੱਚ ਗਾਇਨੋਇਡ ਹੈ। ਗਾਇਨੋਇਡ ਦਾ ਮਤਲਬ ਕੀ ਹੋ ਗਿਆ? ਇੱਕ ਰੋਬੋਟ ਹੈ, ਅੱਧੇ ਧੜ ਵਾਲਾ, ਮਤਲਬ ਇੰਨੇ ਹਿੱਸੇ ਵਾਲਾ ਮੰਨ ਲਓ ਕਿ ਉੱਪਰਲਾ ਬੋਡੀ ਦਾ ਹਿੱਸਾ ਉਹ, ਲੱਤਾਂ ਤੋਂ ਥੱਲੇ ਕੁਝ ਨਹੀਂ ਹੋਊਗਾ, ਲੱਤਾਂ ਦਾ ਹਿੱਸਾ ਨਹੀਂ ਹੋਊਗਾ। ਤਾਂ ਇਹ ਇੱਕ ਫੀਮੇਲ ਹੈ, ਯਾਨੀ ਕਿ ਇੱਕ ਔਰਤ ਮਾਦਾ ਹਿਊਮਨੋਇਡ ਬਣਾਇਆ ਗਿਆ। ਇਹ ਤਾਂ ਬਣਾਇਆ ਗਿਆ ਕਿ ਅਸੀਂ ਸਿੱਧਾ ਬੰਦਿਆਂ ਨੂੰ ਉੱਪਰ ਭੇਜ ਦਈਏ, ਕੋਈ ਨੁਕਸਾਨ ਹੋ ਜਾਏ, ਪਹਿਲਾਂ ਅਸੀਂ ਇੱਕ ਰੋਬੋਟ ਭੇਜ ਕੇ ਦੇਖਦੇ ਹਾਂ ਤੇ ਉਹਦੇ ਤੇ ਕੀ ਇੰਪੈਕਟ ਪੈ ਰਿਹਾ ਜਦੋਂ ਅਸੀਂ ਕ੍ਰਿਊ 'ਚ ਉਹਨੂੰ ਭੇਜਦੇ ਹਾਂ। ਉਸ ਤੋਂ ਬਾਅਦ ਹੀ ਫਿਰ ਅਸੀਂ ਜਿਹੜੇ 3 ਐਸਟਰੋਨੌਟ ਨੇ ਉਹਨਾਂ ਨੂੰ ਭੇਜਾਂਗੇ। ਤਾਂ ਇਹ ਚੀਜ਼ ਮੇਨਲੀ ਇਹਨੂੰ ਯਾਦ ਰੱਖ ਲਿਓ। ਉਹਦਾ ਨਾਮ ਕੀ ਆ? ਵਿਓਮਾ ਮਿੱਤਰਾ ਇਹਦਾ ਨਾਮ ਹੈ, ਠੀਕ ਹੈ। ਇਹ ਵੀ ਇਸਰੋ ਹੀ ਬਣਾ ਰਿਹਾ ਹੈ। ਹੁਣ ਇਹਦੇ ਵਿੱਚ ਇੱਕ ਹੈਗੀ ਹਿਊਮਨ ਸਪੇਸ ਫਲਾਈਟ ਸੈਂਟਰ। ਹਾਲੇ ਤੱਕ ਭਾਰਤ ਕੋਲੇ ਹੈ ਨਹੀਂ ਸੀਗਾ, ਮਤਲਬ ਜੇ ਹੁਣ ਕਿਉਂਕਿ ਹਾਲੇ ਤੱਕ ਅਸੀਂ ਨੇ ਕੋਈ ਲਾਂਚ ਹੀ ਨਹੀਂ ਕੀਤਾ ਯਾਰ, ਬੰਦਿਆਂ ਨੂੰ ਉੱਪਰ ਭੇਜਿਆ ਹੀ ਨਹੀਂ ਹੈਗਾ। ਪਹਿਲੀ ਵਾਰ ਤਾਂ ਅਸੀਂ ਭੇਜਣ ਲੱਗੇ ਹਾਂ ਹਿਊਮਨਸ ਨੂੰ ਉੱਪਰ। ਹੁਣ ਹਿਊਮਨਸ ਨੂੰ ਜੇ ਉੱਪਰ ਭੇਜਣਾ, ਹਿਊਮਨਸ ਦੀ ਟ੍ਰੇਨਿੰਗ ਕਿਵੇਂ ਹੋਵੇ, ਉਹਨਾਂ ਨੂੰ ਕਿਹੜੀਆਂ ਚੀਜ਼ਾਂ ਸਿਖਲਾਈਆਂ ਜਾਣ, ਇਹਦੇ ਲਈ ਤਾਂ ਅਸੀਂ ਜਾਂ ਰਸ਼ੀਆ ਕੋਲ ਤੁਰੇ ਫਿਰਦੇ ਹਾਂ ਜਾਂ ਫਿਰ ਫ੍ਰੈਂਚ ਕੋਲ ਤੁਰੇ ਫਿਰਦੇ ਹਾਂ। ਫਿਰ ਇਸਰੋ ਨੇ ਸੋਚਿਆ ਕਿ ਇਹ ਕੋਈ ਸਾਡਾ ਪਹਿਲਾ ਤੇ ਆਖਰੀ ਤਾਂ ਹੈ ਨਹੀਂ ਮਿਸ਼ਨ ਜਿਹੜਾ ਹਿਊਮਨਸ ਲਈ ਭੇਜ ਰਹੇ ਹਾਂ, ਕੱਲ੍ਹ ਨੂੰ ਵੀ ਫਿਊਚਰ 'ਚ ਅਸੀਂ ਨੇ ਲਾਂਚ ਕਰਨੇ ਹੋ ਸਕਦੇ ਨੇ। ਤਾਂ ਇਹਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੇ ਆਪਣਾ ਹੀ ਇੱਕ ਸੈਂਟਰ ਡਿਵੈਲਪ ਕਰ ਲਿਆ। ਉਹ ਸੈਂਟਰ ਕਿੱਥੇ ਬਣਾਇਆ? ਉਹ ਸੈਂਟਰ ਬਣਾਇਆ ਗਿਆ ਜੀ, ਆਹ ਜਗ੍ਹਾ ਦਾ ਨਾਮ ਨੋਟ ਕਰ ਲਓ ਤੁਸੀਂ, ਕਰਨਾਟਕਾ ਦੇ ਵਿੱਚ ਆ। ਇਹਦਾ ਨਾਮ ਪੂਰਾ ਹੈਗਾ ਚੈਲੇਕਰੇ ਚਿਤਰਾਦੁਰਗਾ, ਜਿਹੜਾ ਡਿਸਟ੍ਰਿਕਟ ਦਾ ਨਾਮ ਹੈ, ਜ਼ਿਲ੍ਹੇ ਦਾ ਨਾਮ ਹੈ, ਤੇ ਜਗ੍ਹਾ ਦਾ ਨਾਮ ਹੈਗਾ ਚੈਲੇਕਰੇ। ਇੰਪੋਰਟੈਂਟ ਹੈ, ਮਾਰਕ ਕਰ ਲਿਓ, ਠੀਕ ਹੈ। ਇਹ ਜਗ੍ਹਾ ਦੇ ਉੱਤੇ ਇਹ ਬਣਾਇਆ ਸੀ ਨੇ, ਐਸਟੈਬਲਿਸ਼ ਕੀਤਾ 2019 ਦੇ ਵਿੱਚ ਬਣਾਇਆ ਸੀ। ਬੇਸਿਕਲੀ ਕੰਮ ਉਹੀ ਹੈ ਕਿ ਸਪੋਰਟ ਕਰੂਗਾ ਗਗਨਯਾਨ ਜਿਹੜਾ ਮਿਸ਼ਨ ਹੈ ਉਹਦੀ ਇੰਪਲੀਮੈਂਟੇਸ਼ਨ ਦੇ ਵਿੱਚ। ਅੱਗੇ ਜਿਹੜੇ ਨਵੇਂ ਮਿਸ਼ਨ ਆਉਣਗੇ ਉਹਨਾਂ 'ਚ ਤਾਂ ਕਰੂਗਾ ਹੀ ਕਰੂਗਾ। ਫਿਲਹਾਲ ਤਾਂ ਗਗਨਯਾਨ ਹੀ ਹੈ ਨਾ ਸਾਡੀ ਰੇਂਜ ਦੇ ਵਿੱਚ। ਲਓ ਜੀ, ਫੇਰ ਹੈਗਾ ਸ਼ੁੱਕਰਯਾਨ, ਯਾਨੀ ਕਿ ਵੀਨਸ ਦੇ ਲਈ। ਸ਼ੁੱਕਰ ਗ੍ਰਹਿ ਅਸੀਂ ਵੀਨਸ ਨੂੰ ਬੋਲਦੇ ਹਾਂ। ਵੀਨਸ ਵਾਸਤੇ ਵੀ ਭਾਰਤ ਪਲਾਨ ਕਰੀ ਬੈਠਾ ਹੈ ਕਿ 2023 'ਚ ਅਸੀਂ ਨੇ ਵੀਨਸ ਤੇ ਵੀ ਜ਼ਰੂਰ ਭੇਜਣਾ ਹੈ। ਦੇਖੋ ਵੀਨਸ ਦੇ ਅੱਗੇ ਆਉਣਗੇ ਮੈਂ, ਜਿਹੜੇ ਕਿ ਹੁਣ ਰੀਸੈਂਟ ਪਿਛਲੇ 1 ਸਾਲ 'ਚ ਨਿਊਜ਼ 'ਚ ਰਹੇ ਨੇ, ਜਿਹੜੇ ਨਾਸਾ ਨੇ 2-3 ਮਿਸ਼ਨ ਲਾਂਚ ਕਰੇ ਨੇ, ਠੀਕ ਹੈ। ਉਹਨਾਂ ਦਾ ਜ਼ਿਕਰ ਅੱਗੇ ਆਊਗਾ ਕਿਉਂਕਿ ਲਾਸਟ ਦੇ ਵਿੱਚ ਮੈਂ ਉਹ ਸਾਰੇ ਮਿਸ਼ਨਾਂ ਦੇ ਨਾਮ ਉਹਨਾਂ ਨੂੰ ਡਿਟੇਲ 'ਚ ਨਹੀਂ ਪੜਾਊਂਗਾ, ਬਸ ਮਿਸ਼ਨ ਦੇ ਨਾਮ ਪਤਾ ਹੋਣ। ਡਿਟੇਲ 'ਚ ਤਾਂ ਸਿਰਫ ਸਾਨੂੰ ਆਪਣੇ ਵਾਲੇ ਪਤਾ ਹੋਣੇ ਚਾਹੀਦੇ ਨੇ ਜਿਹੜੇ ਭਾਰਤ ਨੇ ਕਰੇ ਨੇ, ਕਿਉਂਕਿ ਉਹਦੇ ਵਿੱਚੋਂ ਹੀ ਡਿਟੇਲ ਪੁੱਛੀ ਜਾ ਸਕਦੀ ਹੈ। ਬਾਕੀ ਤਾਂ ਨਾਮ ਦੇ ਕੇ ਪੁੱਛ ਸਕਦੇ ਨੇ ਕਿ ਕਿਹੜੀ ਏਜੰਸੀ ਦਾ, ਕਿਹੜੇ ਗ੍ਰਹਿ ਲਈ ਹੈ ਜਾਂ ਕਿਹੜੀ ਚੀਜ਼ ਦੇ ਲਈ ਹੈ। ਲਓ ਜੀ, ਦੇਖਦੇ ਹਾਂ। ਸ਼ੁੱਕਰਯਾਨ ਦਾ ਵੀ ਉਹੀ ਹੈ ਕਿ ਵਾਤਾਵਰਨ ਦੀ ਸਟੱਡੀ ਕਰੂਗਾ, ਠੀਕ ਹੈ। ਉੱਥੇ ਦੇ ਸਰਫੇਸ ਦੀਆਂ ਫੀਚਰਸ ਕੱਢ ਕੇ ਲਿਆਊ, ਉੱਥੋਂ ਦੀ ਮਿੱਟੀ ਦੇ ਵਿੱਚ ਕੀ ਹੈ, ਤਾਂ ਬਾਕੀਆਂ ਦੇ ਨਾਲ ਸੋਲਰ ਰੇਡੀਏਸ਼ਨ ਦਾ ਉਹਦੇ ਉੱਤੇ ਕੀ ਇੰਟਰੈਕਸ਼ਨ ਦਾ ਪ੍ਰਭਾਵ ਹੁੰਦਾ, ਉਹ ਸਾਰੀਆਂ ਚੀਜ਼ਾਂ ਰੀਡ ਕਰੂਗਾ। ਤੇ ਇਹ ਮਿਸ਼ਨ ਸਾਡਾ 2023 ਦਾ ਪਲਾਨ ਹੋਇਆ ਜਾਊਗਾ, ਤਾਂ ਅੱਗੇ ਹੀ ਸਾਨੂੰ ਪਤਾ। ਇੱਕ ਕੁਐਸਚਨ ਜਿਹੜਾ ਬਹੁਤ ਪੇਪਰ 'ਚ ਰਿਪੀਟ ਹੁੰਦਾ, ਭਾਰਤ ਦਾ ਇਕਲੌਤਾ ਸੂਰਜ ਦੇ ਉੱਤੇ ਮਿਸ਼ਨ, ਸਨ ਮਿਸ਼ਨ ਕਹਿ ਲਓ ਤੁਸੀਂ, ਉਹਦਾ ਨਾਮ ਕੀ ਹੈ? ਉਹਦਾ ਨਾਮ ਹੈਗਾ ਆਦਿਤਿਆ ਮਿਸ਼ਨ। ਬੇਸਿਕਲੀ ਇਹਨੂੰ ਆਦਿਤਿਆ L1 ਬੋਲਦੇ ਆ। ਕੀ ਬੋਲਦੇ ਆ ਜੀ? ਆਦਿਤਿਆ L1। ਇੰਪੋਰਟੈਂਟ ਹੈ, ਨੋਟ ਕਰ ਲਿਓ ਆਦਿਤਿਆ L1।
ਹੁਣ L1 ਕਿਉਂ ਕਹਿੰਦੇ ਉਹ ਵੀ मैं ਤੁਹਾਨੂੰ ਸਮਝਾਉਣਾ। ਲੈਗਰੇਂਜ ਪੁਆਇੰਟ ਹੁੰਦਾ, ਲੈਗਰੇਂਜ ਪੁਆਇੰਟ ਕੀ ਹੁੰਦੇ ਨੇ ਉਹਨਾਂ ਤੇ ਆਪਾਂ ਚਰਚਾ ਲਵਾਂਗੇ ਇਸੇ ਪਾਰਟ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਹੋਵੇ ਕਿ ਪਹਿਲਾ ਮਿਸ਼ਨ ਹੈ ਜਿਹੜਾ ਸੂਰਜ ਦੀ ਸਟੱਡੀ ਵਾਸਤੇ ਭਾਰਤ ਨੇ ਲਾਂਚ ਕਰਨ ਦੀ ਸੋਚੀ ਹੈ ਤੇ 2023 ਦੇ ਵਿੱਚ ਇਹ ਪਲਾਨਡ ਹੈ, ਹਲੇ ਕਰਿਆ ਨਹੀਂ। ਸੂਰਜ ਦੀਆਂ ਵੱਖਰੀਆਂ ਦੇਖੋ ਸਤਹਾਂ ਹੁੰਦੀਆਂ ਨੇ, ਜਿਹਦੇ ਵਿੱਚੋਂ ਕਰੋਨਾ ਇੱਕ ਸਤਹ ਹੈ, ਕ੍ਰੋਮੋਸਫੀਅਰ ਇੱਕ ਹੁੰਦੀ ਹੈ, ਫੋਟੋਸਫੀਅਰ ਇੱਕ ਹੁੰਦੀ ਹੈ। ਮੇਨ ਪਰਪਸ ਤਾਂ ਇਹਦਾ ਕਰੋਨਾ ਨੂੰ ਸਟੱਡੀ ਕਰਨਾ ਗਾ, ਪਰ ਹੁਣ ਕੁਝ ਐਡੀਸ਼ਨਸ ਕਰੀਆਂ ਗਈਆਂ ਨੇ ਇਹਦੇ ਪੇਲੋਡ ਦੇ ਵਿੱਚ, ਜਿਵੇਂ ਇਹ ਤੇ ਕੰਮ ਚੱਲ ਰਿਹਾ। ਉਹ ਕਹਿੰਦੇ ਕ੍ਰੋਮੋਸਫੀਅਰ ਤੇ ਫੋਟੋਸਫੀਅਰ ਬਾਰੇ ਵੀ ਕੁਛ ਨਾ ਕੁਛ ਇਹ ਜਾਣਕਾਰੀ ਸਾਨੂੰ ਕੱਢ ਕੇ ਦਊਗਾ। ਜਿਹੜੀਆਂ ਪਰਤਾਂ ਨੇ ਸੂਰਜ ਦੀਆਂ ਪਰਤਾਂ ਹੁੰਦੀਆਂ ਨੇ, ਇਹ ਕ੍ਰੋਮੋਸਫੀਅਰ, ਫੋਟੋਸਫੀਅਰ, ਜਦੋਂ ਸਾਨੂੰ ਪੜਾਂਗੇ ਉਦੋਂ ਆਪਾਂ ਉਹਨੂੰ ਦੇਖਾਂਗੇ। ਇਹਦੇ ਵਿੱਚ ਬੇਸਿਕਲੀ ਕੰਮ ਤਾਂ ਉਹੀ ਹੈ ਕਿ ਸਨ ਦੇ ਬਾਰੇ ਸਟੱਡੀ, ਕਿ ਸਨ ਦੇ ਉੱਤੋਂ ਜਿਹੜੀਆਂ ਰੇਜ਼ ਆਉਂਦੀਆਂ ਨੇ ਕਈ ਵਾਰ ਉਹ ਇੰਨੀਆਂ ਹਾਰਮਫੁਲ ਹੁੰਦੀਆਂ ਨੇ, ਉਹ ਕਿਉਂ ਆਉਂਦੀਆਂ ਨੇ, ਉਹਦਾ ਕਾਰਨ ਕੀ ਹੈ, ਜਿਨ੍ਹਾਂ ਨੂੰ ਅਸੀਂ ਸੋਲਰ ਵਿੰਡਸ ਜਾਂ ਸੋਲਰ ਫਲੇਅਰਸ ਕਹਿ ਦਿੰਦੇ ਆ, ਇਹਦਾ ਨਾਮ ਹੁੰਦਾ। ਇਹਦੇ ਬਾਰੇ ਜਾਣਕਾਰੀ ਹਾਸਲ ਕਰਨੀ, ਠੀਕ ਹੈ, ਇਹ ਮੇਨ ਸਾਡਾ ਮਕਸਦ ਰਹੂਗਾ। ਹੁਣ ਮੈਂ ਗੱਲ ਕਰਦਾ ਲੈਗਰੇਂਜ ਪੁਆਇੰਟ ਦਾ ਜ਼ਿਕਰ ਆਇਆ, ਜਿਵੇਂ L1 ਆਇਆ ਕਿ ਲੈਗਰੇਂਜ ਪੁਆਇੰਟ ਕੀ ਹੁੰਦੇ ਨੇ। ਦੇਖੋ ਆਹ ਚੀਜ਼ਾਂ ਨੂੰ ਸਮਝੋ। ਇੱਥੇ ਇੱਕ ਡਾਇਗਰਾਮ ਹੋਊਗੀ। ਆ ਸਾਡੇ ਕੋਲੇ ਟੋਟਲ ਸਪੇਸ ਦੇ ਵਿੱਚ 5 ਲੈਗਰੇਂਜ ਪੁਆਇੰਟ ਨੇ। L1 ਆਹ, ਇਹ L2, L4, ਆ L3 ਰਹਿ ਗਿਆ ਇੱਧਰ, ਆ L5। ਆ ਸਾਡਾ ਸਨ ਹੈ ਜਿਹੜਾ ਸੈਂਟਰ ਦੇ ਵਿੱਚ ਹੈ। ਇਹ ਜਿਹੜੀ ਸਾਡੀ ਆ ਬਣਿਆ ਹੋਇਆ, ਇਹ ਸਾਡੀ ਅਰਥ ਹੈ, ਯਾਨੀ ਕਿ ਧਰਤੀ ਹੈ। ਹੁਣ ਤੁਸੀਂ ਦੇਖ ਸਕਦੇ ਹੋ ਕਿ ਇੱਕ ਤਾਂ L1 ਤਾਂ ਜਿਹੜਾ ਹੈਗਾ ਇਹ ਧਰਤੀ ਦੇ ਸੂਰਜ ਦੇ ਵਿਚਕਾਰ ਆਉਂਦਾ, ਬਿਲਕੁਲ ਸੈਂਟਰ ਦੇ ਵਿੱਚ। ਜਿਹੜਾ ਇਹ L2 ਹੈ ਇਹ ਧਰਤੀ ਦੇ ਦੂਜੇ ਪਾਸੇ ਆ ਜਾਂਦਾ, ਕਿ ਸਨ ਜੇ ਖੱਬੇ ਪਾਸੇ ਕਹਿ ਲੂੰ ਤਾਂ ਇਹ ਸੱਜੇ ਪਾਸੇ ਹੈ। ਇਹ ਬਿਲਕੁਲ L3 ਦੇ ਪਿੱਛੇ ਆਉਂਦਾ ਹੈ। ਆ ਅਪ ਤੇ ਡਾਊਨ, ਨਾਰਥ ਸਾਊਥ ਡਾਇਰੈਕਸ਼ਨ ਦੇ ਵਿੱਚ ਜਿਹੜੇ ਪਏ ਨੇ, ਡਾਇਰੈਕਸ਼ਨਾਂ ਪਤਾ ਲੱਗ ਗਈਆਂ। ਹੁਣ ਆਪਾਂ ਚੱਲਦੇ ਹਾਂ ਕਿ ਹੁੰਦੇ ਕੀ ਨੇ, ਇਹਦੀ ਡੈਫੀਨੇਸ਼ਨ ਪੜ੍ਹਦੇ ਹਾਂ। ਕਹਿੰਦਾ ਲੈਗਰੇਂਜੀਅਨ ਪੁਆਇੰਟਸ ਆਰ ਦਾ ਲੋਕੇਸ਼ਨਸ ਇਨ ਦਾ ਸਪੇਸ ਜਿੱਥੇ ਕੰਬਾਈਨਡ ਗ੍ਰੈਵੀਟੇਸ਼ਨਲ ਪੁੱਲ ਆਫ ਦਾ ਟੂ ਲਾਰਜ ਮਾਸਸ ਰਫਲੀ ਬੈਲੈਂਸਸ ਈਚ ਅਦਰ। ਹੁੰਦਾ ਕੀ ਆ ਦੇਖੋ ਯਾਰ, ਜਿਵੇਂ ਹੁਣ ਮੈਂ ਕਹਾਂ ਕਿ ਆ ਫਰਜ਼ ਕਰੋ ਇੱਥੇ ਸੂਰਜ ਹੈ, ਇੱਥੇ ਸਾਡੀ ਛੋਟੀ ਜਿਹੀ ਧਰਤੀ ਹੈ, ਇੱਥੇ ਕੋਈ ਇੱਕ ਬੋਡੀ ਪਈ ਹੈ, ਕਿਸੇ ਵੀ ਤਰ੍ਹਾਂ ਦਾ ਐਸਟਰੋਇਡ, ਕੋਈ ਵੀ ਬੋਡੀ ਹੈ। ਇਹਦੀ ਇੱਕ ਆਪਦੇ ਵੱਲ ਇਸ ਚੀਜ਼ ਨੂੰ ਖਿੱਚਣ ਦੀ ਇੱਕ ਸ਼ਕਤੀ ਹੈ, ਜਿਹਨੂੰ ਤੁਸੀਂ ਉਹਦਾ ਗ੍ਰੈਵੀਟੇਸ਼ਨਲ ਪੁੱਲ ਕਹਿ ਸਕਦੇ ਹੋ, ਗੁਰੂਤਵਾਕਰਸ਼ਣ ਸ਼ਕਤੀ ਸੂਰਜ ਦੀ। ਧਰਤੀ ਦੀ ਆਪਣੀ ਗ੍ਰੈਵਿਟੀ ਹੈ ਇੱਕ, ਜਿਹਨੂੰ ਅਸੀਂ ਜਾਣਦੇ ਹਾਂ ਗੁਰੂਤਵਾਕਰਸ਼ਣ ਦੇ ਨਾਲ। ਇਹ ਇਹਨੂੰ ਆਪਦੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦਾ, ਇਹ ਇਹਨੂੰ ਆਪਦੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦਾ। ਅਸੀਂ ਚਾਹੁੰਦੇ ਹਾਂ ਇੱਥੇ ਖੜਾ ਰਵੇ, ਠੀਕ ਹੈ। ਜੇ ਇਹਨੂੰ ਅਸੀਂ ਇੱਥੇ ਖੜਾ ਕੇ ਰੱਖਣਾ ਹੋਵੇ ਤਾਂ ਉਹਦੇ ਵਾਸਤੇ ਸਾਨੂੰ ਉਹਨੂੰ ਘੁਮਾਉਣਾ ਪੈਂਦਾ, ਭਜਾਉਣਾ ਪੈਂਦਾ ਹੈ। ਭਜਾਉਣ ਵਾਸਤੇ ਜੋ ਫਿਊਲ ਲੱਗਦਾ, ਫਿਊਲ ਤੇ ਪੈਸੇ ਲੱਗਦੇ ਨੇ, ਖਰਚਾ ਵੱਧ ਹੁੰਦਾ। ਤਾਂ ਕਿਉਂ ਨਾ ਸਪੇਸ ਦੇ ਵਿੱਚ ਕੁਝ ਇਹੋ ਜਿਹੇ ਪੁਆਇੰਟ ਲੱਭੇ ਜਾਣ ਜਿੱਥੇ ਕਿ ਇਹ ਦੋਨੋਂ ਤਾਕਤਾਂ, ਜੇ ਆਹ ਫੋਰਸ F1 ਹੈ, ਆਹ ਵਾਲੀ ਜਿਹੜੀ ਫੋਰਸ ਹੈ F2 ਹੈ, ਇਹ ਦੋਨੇ ਇੱਕ ਦੂਜੇ ਨੂੰ ਕੈਂਸਲ ਕਰ ਦੇਣ, ਮਤਲਬ ਦੋਨੇ ਆਪਸ 'ਚ ਭਿੜ ਕੇ ਖਤਮ ਹੋ ਜਾਣ। ਇਹਨੂੰ ਨਾ ਇਹ ਖਿੱਚੇ ਨਾ ਇਹ ਖਿੱਚੇ। ਤਾਂ ਉਹ ਪੁਆਇੰਟ ਜਿੱਥੇ ਦੋਹਾਂ ਲਾਰਜ ਬੋਡੀਜ਼ ਦਾ ਜਿਹੜੀ ਖਿੱਚਣ ਦੀ ਸ਼ਕਤੀ ਹੈ ਉਹ ਇੱਕ ਦੂਜੇ ਨੂੰ ਭਿੜਾ ਕੇ ਖਤਮ ਕਰ ਦਿੰਦੀ ਹੈ, ਤੇ ਜਿਹਦੇ ਨਾਲ ਸਾਡੇ ਕੋਲੇ ਬੋਡੀ ਤੇ ਇੰਨਾ ਇੰਪੈਕਟ ਪੈਂਦਾ ਨਹੀਂ ਹੈਗਾ, ਸਾਨੂੰ ਜ਼ੋਰ ਘੱਟ ਲੱਗਦਾ ਹੈ, ਈਂਧਨ ਘੱਟ ਲੱਗਦਾ, ਖਰਚਾ ਘੱਟ ਆਉਂਦਾ। ਤਾਂ ਇਸ ਕਰਕੇ ਕੋਸ਼ਿਸ਼ ਕਰੀ ਜਾਂਦੀ ਹੈ ਕਿ ਲੈਗਰੇਂਜੀਅਨ ਪੁਆਇੰਟਸ ਦੇ ਉੱਤੇ ਹੀ ਅਸੀਂ ਆਪਣੇ ਸੈਟੇਲਾਈਟਸ ਨੂੰ ਲਾਂਚ ਕਰੀਏ, ਕਿਉਂਕਿ ਉਹਦੇ ਨਾਲ ਸਾਡਾ ਖਰਚਾ ਘੱਟ ਹੁੰਦਾ। ਮੈਂ ਉਮੀਦ ਕਰਦਾ ਕਿ ਤੁਹਾਨੂੰ ਗੱਲ ਕਲੀਅਰ ਹੋ ਗਈ ਹੋਊਗੀ। ਤੇ ਜਿਹੜੇ ਇਸ ਆਰਬਿਟ ਦੇ ਵਿੱਚ ਲੈਗਰੇਂਜੀਅਨ ਪੁਆਇੰਟ ਦੇ ਆਰਬਿਟਸ ਦੇ ਵਿੱਚ ਇਹ ਘੁੰਮਦੇ ਨੇ, ਉਹਨਾਂ ਨੂੰ ਇੱਕ ਸਪੈਸ਼ਲ ਆਰਬਿਟ ਦਾ ਨਾਮ ਦਿੱਤਾ ਜਾਂਦਾ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਹੈਲੋ ਆਰਬਿਟ, HALO, ਹੈਲੋ ਆਰਬਿਟ। ਇਹ ਪੀਰੀਓਡਿਕਲੀ 3 ਡਾਇਮੈਂਸ਼ਨਲ ਹੁੰਦਾ, ਕਿਹਦੇ ਨੀਅਰ L1, L2 ਔਰ L3 ਦੇ ਨੀਅਰ। ਤੁਸੀਂ ਦੇਖ ਸਕਦੇ ਹੋ ਇੱਥੇ ਉਹ ਹੈਲੋ ਆਰਬਿਟ ਕਹਾਊਗਾ, ਆ L1, L2, L3 ਦੇ ਨੀਅਰ ਜਿਹੜਾ ਹੈਗਾ ਇਹ ਹੈਲੋ ਆਰਬਿਟ ਕਹਾਊਗਾ, ਜਿਹੜਾ ਇਸ ਆਰਬਿਟ ਦੇ ਵਿੱਚ ਐਵੇਂ ਚੱਕਰ ਲਾਊਗਾ, ਕਿਉਂਕਿ ਆਹੀ ਆਰਬਿਟ ਬਣ ਗਿਆ ਨਾ ਪੂਰੇ ਦਾ ਪੂਰਾ ਜਿਹੜਾ ਸਰਕਲ ਘੁੰਮ ਰਿਹਾ, ਇਹਨੂੰ ਆਪਾਂ ਹੈਲੋ ਆਰਬਿਟ ਬੋਲਦੇ ਹਾਂ। ਤਾਂ ਹੈਲੋ ਆਰਬਿਟ ਪੁੱਛ ਸਕਦੇ ਆ ਕਿ ਕਿਹਨੂੰ ਕਹਿੰਦੇ ਆ, ਲੈਗਰੇਂਜੀਅਨ ਪੁਆਇੰਟ ਦੇ ਨਾਲ ਰਿਲੇਟਡ ਚੀਜ਼ ਹੈ। ਗੱਲ ਕਲੀਅਰ ਹੋਈ। ਹੁਣ ਅੱਗੇ ਆ ਜਾਓ, ਕਿਹੜਾ ਬੰਦਾ ਸੀ, ਥੋੜਾ ਫੈਕਟ ਵੀ ਨੋਟ ਕਰ ਲੈਂਦੇ ਆ ਵੀ ਬੰਦੇ ਦਾ ਨਾਮ ਸੀਗਾ ਜੋਸਫ ਲੂਇਸ ਲੈਗਰੇਂਜ। ਇਹਨੇ ਇੱਕ 3 ਬੋਡੀ ਪ੍ਰੋਬਲਮ ਨਾਮ ਦਾ ਕੁਝ, ਆਪਾਂ ਨੇ ਕੁਝ ਨਹੀਂ ਲੈਣਾ ਉਹ ਤੋਂ, 3 ਬੋਡੀ ਪ੍ਰੋਬਲਮ ਕੀ ਸੀ ਡਿਫਾਈਨ ਕੀਤੀ ਸੀ 1772 ਚ। ਉਹਦੇ ਤੋਂ ਹੀ ਇਹ ਪੁਆਇੰਟਾਂ ਦਾ ਜ਼ਿਕਰ ਆਇਆ ਤੇ ਇਹਨਾਂ ਪੁਆਇੰਟਾਂ ਦਾ ਨਾਮ ਇਸੇ ਸਾਇੰਟਿਸਟ ਦੇ ਨਾਮ ਤੋਂ ਲੈਗਰੇਂਜ ਹੋਣ ਕਰਕੇ ਲੈਗਰੇਂਜੀਅਨ ਪੁਆਇੰਟਸ ਪੈ ਗਿਆ, ਪਤਾ ਹੋਵੇ, ਇੰਪੋਰਟੈਂਟ ਹੈ। ਹੁਣ L1 ਜਿਹੜਾ ਹੈਗਾ ਕਿਉਂ ਚੁਣਿਆ ਗਿਆ, ਹੁਣ L1 ਹੀ ਕਿਉਂ ਚੁਣਿਆ ਗਿਆ, L2 ਨਾ ਚੁਣ ਲਿਆ, 3 ਨਾ ਚੁਣ ਲਿਆ, ਉਹਦਾ ਵੀ ਕੋਈ ਕਾਰਨ ਰਿਹਾ ਹੋਊਗਾ। ਜੇ ਤੁਸੀਂ ਇੱਥੇ ਦੇਖੋ L1 ਪੁਆਇੰਟ ਦੇ ਉੱਤੇ ਜੇ ਮੈਂ ਉਹਦਾ ਸੈਟੇਲਾਈਟ ਉਰੇ ਰੱਖਦਾ
ਤਾਂ ਤੁਹਾਨੂੰ ਨਹੀਂ ਲੱਗ ਰਿਹਾ ਕਿ ਪੂਰੇ ਦਾ ਪੂਰਾ ਸੂਰਜ ਨਜ਼ਰ ਆ ਰਿਹਾ? ਬਿਲਕੁਲ ਧਰਤੀ ਤੋਂ ਸਿੱਧਾ ਸੂਰਜ ਨਜ਼ਰ ਆ ਰਿਹਾ ਤੇ ਸੂਰਜ ਦਾ L1 ਪੁਆਇੰਟ ਦੇ ਉੱਤੇ ਡਾਇਰੈਕਟ ਵਿਜ਼ਨ ਆਉਂਦਾ ਦਿਖਦਾ ਹੈ ਸਾਨੂੰ, ਇਸੇ ਕਰਕੇ L1 ਚੁਣਿਆ ਗਿਆ। ਤਾਂ L1 ਨੂੰ ਚੁਣੇ ਜਾਣ ਦਾ ਇਹੀ ਕਾਰਨ ਸੀ ਕਿ ਇਹ ਪੁਆਇੰਟ ਧਰਤੀ ਤੇ ਸੂਰਜ ਦੇ ਵਿਚਕਾਰ ਹੈ ਤੇ ਜਿਹੜਾ ਵੀ ਸੈਟੇਲਾਈਟ ਹੋਊਗਾ ਉਹਨੂੰ ਇੱਕ ਪੱਕਾ ਕਨਸਟੈਂਟ ਨਿਰੰਤਰ ਦ੍ਰਿਸ਼ ਪ੍ਰਦਾਨ ਕਰਦਾ, ਵਿਊ ਪ੍ਰਦਾਨ ਕਰਦਾ ਸਨ ਦਾ। ਸਨ ਹੀ ਪੜ੍ਹਨਾ, ਅਸੀਂ ਨੇ ਉਹਦੀ ਸਟੱਡੀ ਕਰਨੀ ਹੈ। ਜੇ ਸਾਨੂੰ ਲਗਾਤਾਰ ਦਿਖਦਾ ਰਹੂਗਾ ਓਨੀ ਹੀ ਵਧੀਆ ਇਨਫੋਰਮੇਸ਼ਨ ਜਾਣਕਾਰੀ ਸਾਡੇ ਲਈ ਕੱਢ ਕੇ ਦੇ ਪਾਊਗਾ ਉਹ। ਤਾਂ ਇਹ ਕੁਝ ਪੁਆਇੰਟ ਨੇ ਜਿਹੜੇ ਸਾਨੂੰ ਪਤਾ ਹੋਣ। ਬਾਕੀ ਇਹੀ ਹੈ ਕਿ ਇਹ ਪੁਆਇੰਟ ਤਾਂ ਵਰਤੇ ਜਾਂਦੇ ਨੇ ਸਪੇਸਕ੍ਰਾਫਟ ਦੀ ਕਿਉਂਕਿ ਜਿਹੜੀ ਉਹਦੀ ਫਿਊਲ ਦੀ ਕੰਜ਼ੰਪਸ਼ਨ ਹੈ, ਈਂਧਨ ਦੀ ਕੰਜ਼ੰਪਸ਼ਨ ਹੈ, ਜਿਹੜੀ ਖਪਤ ਹੈ, ਉਹਨੂੰ ਘਟਾਉਂਦੇ ਨੇ ਇਹ ਸਭ ਤੋਂ ਵੱਡਾ ਪੁਆਇੰਟ। ਤਾਂ ਇਸੇ ਕਰਕੇ ਅਸੀਂ ਇਹਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਦੇ ਵਿੱਚ ਹੀ ਰੱਖਿਆ ਜਾਵੇ। ਤਾਂ ਮੈਂ ਉਮੀਦ ਕਰਦਾ ਕਿ ਇਹ ਪੁਆਇੰਟ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਲੈਂਗਰੇਂਜ ਪੁਆਇੰਟ ਇੰਪੋਰਟੈਂਟ ਹੈ। ਤਾਂ ਹੁਣ ਜਾਂਦੇ ਜਾਂਦੇ ਫਿਰ ਚਲੋ ਜਾਂਦੇ ਜਾਂਦੇ ਤਾਂ ਕੀ ਕਹਿਣਾ, ਤੁਸੀਂ ਇੱਕ ਸਵਾਲ ਦਾ ਹੱਲ ਦੇ ਦਿਓ ਮੈਨੂੰ ਕਿ ਇਹਦਾ ਕੀ ਆਨਸਰ ਹੋਣਾ ਚਾਹੀਦਾ। ਲਓ ਜੀ, ਲੈਂਗਰੇਂਜ ਪੁਆਇੰਟ ਦੇ ਬਾਰੇ ਹੀ ਕੁਝ ਕੁਐਸਚਨ ਨੇ। ਕਹਿੰਦਾ ਲੈਂਗਰੇਂਜ ਪੁਆਇੰਟ ਉਹ ਪੋਜੀਸ਼ਨਾਂ ਹੁੰਦੀਆਂ ਨੇ ਸਪੇਸ 'ਚ ਜਿੱਥੇ ਗ੍ਰੈਵੀਟੇਸ਼ਨਲ ਪੁੱਲ ਜਿਹੜਾ ਹੁੰਦਾ ਦੋ ਲਾਰਜ ਮਾਸਸ ਦਾ ਇੱਕ ਦੂਜੇ ਨੂੰ ਬਰਾਬਰ ਕਰ ਦਿੰਦਾ ਹੈ। ਉਹਨਾਂ ਦੀ ਜਿਹੜੀ ਸੈਂਟਰੀਪੀਟਲੀ ਫੋਰਸ ਰਿਕੁਆਇਰਡ ਹੁੰਦੀ ਹੈ ਸਮਾਲ ਬੋਡੀ ਨੂੰ ਟੂ ਮੂਵ ਵਿਦ ਦੈਮ। ਬਿਲਕੁਲ, ਲੈਂਗਰੇਂਜ ਪੁਆਇੰਟ ਸਪੇਸ ਵਿੱਚ ਉਹ ਸਥਾਨ ਹੁੰਦੇ ਹਨ ਜੋ ਦੋ ਵੱਡੇ ਪੁੰਜਾਂ ਦੀ ਗ੍ਰੈਵੀਟੇਸ਼ਨਲ ਖਿੱਚ ਦੀ ਇੱਕ ਛੋਟੀ ਦੂਜੀ ਵਸਤੂ ਉਹਨਾਂ ਨਾਲ ਲੋੜੀ ਦੀ ਜਾਣੀ ਕਿ ਬਰਾਬਰ ਹੋ ਜਾਂਦੀ ਹੈ। ਜੋ ਗੱਲ ਮੈਂ ਸਮਝਾਈ ਹੈ ਕਿ ਉਹਨਾਂ ਦਾ ਆਪਸ 'ਚ ਬੈਲੈਂਸ ਹੋ ਕੇ ਘਟ ਜਾਂਦੀਆਂ ਨੇ ਫੋਰਸਿਸ, ਤੇ ਉਹ ਪੁਆਇੰਟ ਲੈਂਗਰੇਂਜ ਪੁਆਇੰਟ ਕਹਾਉਂਦਾ। ਇਹ ਤਾਂ ਬਿਲਕੁਲ ਡੈਫੀਨੇਸ਼ਨ ਸਹੀ ਹੈ। ਜਿਹੜੀਆਂ ਆਬਜੈਕਟਸ ਮਿਲਦੀਆਂ ਨੇ ਸਾਨੂੰ L2 ਤੇ L3 ਪੁਆਇੰਟਸ ਦੇ ਵਿੱਚ ਉਹਨਾਂ ਨੂੰ ਅਸੀਂ ਟਰੋਜਨਸ ਕਹਿੰਦੇ ਆ। ਦੇਖੋ, ਟਰੋਜਨਸ ਨਾ ਕੁਝ ਨਹੀਂ ਹੁੰਦੇ। ਟਰੋਜਨ ਦੀ ਡੈਫੀਨੇਸ਼ਨ ਸਮਝੋ, ਇਹ ਗਲਤ ਹੈ ਆਪਣੇ ਆਪ ਦੇ ਵਿੱਚ ਪੁਆਇੰਟ। ਜਿਵੇਂ ਹੁਣ ਮੈਂ ਕਹਾਂ ਕਿ ਕੋਈ ਵੱਡੀ ਬੋਡੀ ਲੈ ਲਓ, ਕੋਈ ਮਾਰਸ ਮੰਨ ਲਓ। ਮਾਰਸ ਦਾ ਇੱਕ ਆਰਬਿਟ ਹੈ, ਐਂ ਘੁੰਮਦਾ ਜਾ ਰਿਹਾ। ਆਹ ਮਾਰਸ ਹੈ ਇਹ ਆਪਦੇ ਇੱਕ ਆਰਬਿਟ ਦੇ ਵਿੱਚ ਐਵੇਂ ਘੁੰਮੀ ਜਾਊ, ਸਰਕੂਲਰ ਹੋਊ ਜਾਂ ਐਲਿਪਟੀਕਲ ਹੋਊ, ਕੋਈ ਵੀ ਆਰਬਿਟ ਲਾ ਲਓ। ਕੋਈ ਵੀ ਇਹੋ ਜਿਹੀ ਬੋਡੀ ਪੱਥਰ ਦੀ ਬਣੀ ਹੋਈ, ਐਸਟਰੋਇਡ ਕਹਿ ਲਓ ਤੁਸੀਂ, ਐਸਟਰੋਇਡ ਪੱਥਰ ਦੀ ਬਣੇ ਹੁੰਦੇ ਨੇ ਜਿਹੜੇ ਕਿ ਮਾਰਸ ਦਾ ਸੇਮ, ਇਹਦੇ ਤੋਂ ਸਾਈਜ਼ ਛੋਟਾ ਵੱਡਾ ਕੁਝ ਵੀ ਹੋ ਸਕਦਾ, ਪਰ ਜੋ ਆਰਬਿਟ ਇਹ ਵੱਡੀ ਬੋਡੀ ਦਾ ਹੈਗਾ, ਮਾਰਸ ਦਾ ਹੈਗਾ, ਉਹੀ ਸੇਮ ਆਰਬਿਟ ਫੋਲੋ ਕਰਦੇ ਉਹਦੇ ਪਿੱਛੇ ਪਿੱਛੇ ਜਾਈ ਜਾਣ। ਸੇਮ ਆਰਬਿਟ ਪਿੱਛੇ ਹੋਣ, ਅੱਗੇ ਹੋਣ, ਕਿਤੇ ਵੀ ਹੋਣ, ਸਪੀਡ ਵੱਧ ਘੱਟ ਹੋਊਗੀ, ਨਹੀਂ ਤਾਂ ਭਿੜੀ ਜਾਣਗੇ। ਜਿਹੜੇ ਉਹ ਸੇਮ ਪਾਥ ਨੂੰ ਫੋਲੋ ਕਰਕੇ ਘੁੰਮਦੇ ਨੇ ਉਹ ਸਾਡੇ ਕੋਲੇ ਟਰੋਜਨਸ ਕਹਾਉਂਦੇ ਨੇ। ਜਿਵੇਂ ਕਿ ਇੱਕ ਲੂਸੀ ਮਿਸ਼ਨ ਬੜਾ ਮਸ਼ਹੂਰ ਹੈ। ਲੂਸੀ ਮਿਸ਼ਨ ਲਾਂਚ ਕੀਤਾ ਸੀਗਾ ਅਮਰੀਕਾ ਨੇ, ਨਾਸਾ ਦਾ ਮਿਸ਼ਨ ਹੈ ਇਹ ਬੇਸਿਕਲੀ। ਇਹ ਨਾ ਜੁਪੀਟਰ ਦਾ, ਜਿਹੜਾ ਜੁਪੀਟਰ ਸਾਡਾ ਗ੍ਰਹਿ ਆ, ਜੁਪੀਟਰ ਦਾ ਇੱਕ ਟਰੋਜਨ ਹੈ, ਉਹਨੂੰ ਸਟੱਡੀ ਕਰਨ ਵਾਸਤੇ ਹੈ, ਜੋ ਜੁਪੀਟਰ ਦੇ ਸੇਮ ਮਤਲਬ ਆਰਬਿਟ ਦੇ ਵਿੱਚ ਨਾਲ ਨਾਲ ਉਹਦੇ ਘੁੰਮਦਾ। ਉਹਦੀ ਸਟੱਡੀ ਵਾਸਤੇ ਇਹ ਲੂਸੀ ਮਿਸ਼ਨ ਸੀ। ਬਹਾਨੇ ਸਿਰ ਵੀ ਯਾਦ ਕਰ ਲਿਓ। ਤਾਂ ਲੈਂਗਰੇਂਜ ਪੁਆਇੰਟ L2 L3 ਦੇ ਵਿੱਚ ਹੁੰਦਾ, ਇਹੋ ਜਿਹਾ ਕੁਝ ਨਹੀਂ ਹੁੰਦਾ ਹੈਗਾ। ਤਾਂ ਇਸ ਕਰਕੇ ਇਹ ਕੀ ਹੋ ਗਿਆ, ਗਲਤ ਹੋ ਗਿਆ। ਤਾਂ ਆਨਸਰ ਕਰੈਕਟ ਕੀ ਹੋ ਗਿਆ, ਓਨਲੀ 1। ਲਓ ਜੀ, ਅੱਗੇ ਆ ਜਾਓ। ਅੱਗੇ ਜੇਕਰ ਆਉਂਦਾ ਸਾਡੇ ਕੋਲੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਦਾ। ਇੰਟਰਨੈਸ਼ਨਲ ਸਪੇਸ ਸਟੇਸ਼ਨ ਜਿਹੜਾ ਸਾਡੇ ਕੋਲੇ ਹੈਗਾ, ਬੇਸਿਕਲੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਸਾਡੇ ਕੋਲੇ ਹਾਲੇ ਅੱਜ ਦੀ ਡੇਟ ਦੇ ਵਿੱਚ ਇੱਕੋ ਹੀ ਹੈ। ਦੂਜਾ ਲਗਭਗ ਚੀਨ ਨੇ ਤਿਆਰ ਕਰ ਲਿਆ। ਉਹ ਉਹਨਾਂ ਦਾ ਇਕੱਲਿਆਂ ਦਾ ਇੰਡੀਵਿਜੂਅਲ ਹੈ, ਛੋਟਾ ਜ਼ਰੂਰ ਹੈ, ਪਰ ਇਹ ਮਹਾਰਤ ਬਾਕੀ ਤਾਂ ਇਹ ਤਾਂ 5 ਦੇਸ਼ਾਂ ਨੇ ਮਿਲ ਕੇ ਬਣਾਇਆ। 5 ਦੇਸ਼ ਕਿਹੜੇ ਨੇ ਉਹਦਾ ਵੀ ਜ਼ਿਕਰ ਲੈਂਦੇ ਆ। ਚਲੋ ਇਹਦੇ ਬਾਰੇ ਪੜ੍ਹ ਹੀ ਲੈਂਦੇ ਆ ਆਪਾਂ। ਇੰਡੀਆ ਵੀ ਪਲਾਨ ਕਰ ਰਿਹਾ ਅੱਜ ਦੀ ਡੇਟ 'ਚ ਕਿ ਆਪਦਾ 2030 ਤੱਕ ਅਸੀਂ ਨੇ ਇੱਕ ਛੋਟਾ ਜਿਹਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਬਣਾ ਲੈਣਾ ਹੈ। ਇੰਟਰਨੈਸ਼ਨਲ ਸਪੇਸ ਸਟੇਸ਼ਨ ਹੋਣ ਦਾ, ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਹੋਣ ਦਾ ਮਤਲਬ ਇੰਨਾ ਹੀ ਹੈ ਕਿ ਸਪੇਸ ਦੇ ਵਿੱਚ ਇੱਕ ਛੋਟਾ ਜਿਹਾ ਘਰ ਬਣਾ ਲਈਏ ਜਾਂ ਜਗ੍ਹਾ ਬਣਾ ਲਈਏ ਜਿੱਥੇ ਅਸੀਂ ਆਪਦੇ ਜਿਹੜੇ ਕ੍ਰਿਊ ਦੇ ਮੈਂਬਰ, ਜਿਵੇਂ ਹੁਣ ਆਪਾਂ ਭੇਜਣ ਦੀ ਗਗਨਯਾਨ 'ਚ ਤਿਆਰੀ ਹੈ, 2-4 ਬੰਦਿਆਂ ਨੂੰ ਅਸੀਂ ਉੱਥੇ ਭੇਜ ਪਾਈਏ, ਉੱਥੇ ਰਹਿ ਕੇ ਕੁਝ ਐਕਸਪੈਰੀਮੈਂਟ ਹਫ਼ਤਾ 10 ਦਿਨ ਲਾ ਕੇ ਆਉਣ, ਐਕਸਪੈਰੀਮੈਂਟ ਕਰਕੇ ਆ ਸਕਣ। ਉੱਥੇ ਉਹਨਾਂ ਦੇ ਰਹਿਣ ਦਾ, ਕਿਵੇਂ ਰਹਿਣਾ, ਸਾਰਾ ਕੁਝ ਉਹਦੇ ਵਿੱਚ ਪ੍ਰਬੰਧ ਹੋਵੇ ਟੋਟਲੀ। ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਕਹਾਉਂਦਾ ਹੈ। ਹਾਲੇ ਤੱਕ ਜਿਵੇਂ ਮੈਂ ਦੱਸਿਆ ਕਿ ਇੰਡੀਅਨ ਸਪੇਸ ਸਟੇਸ਼ਨ ਤਾਂ ਛੋਟਾ ਜਿਹਾ ਬਣਾਉਣ ਦੀ ਕਿ 20 ਟਨ ਦਾ ਅਸੀਂ ਬਣਾਵਾਂਗੇ, ਜਿੱਥੇ ਕਿ ਮੇਨਲੀ ਕੀ ਹੈ ਕਿ ਸਪੇਸ ਸਟੇਸ਼ਨ ਦੀ ਜਿਹੜੀ ਹੋਊਗੀ ਕਿ ਲੀਓ ਦੇ ਵਿੱਚ, ਇੱਕ ਗੱਲ ਤਾਂ ਯਾਦ ਹੀ ਰੱਖਿਓ, ਇਹ ਸਾਰੇ ਸਪੇਸ ਸਟੇਸ਼ਨ ਜਿਹੜੇ ਹੋਣਗੇ ਲੋਅਰ ਅਰਥ ਆਰਬਿਟ ਦੇ ਵਿੱਚ ਹੀ ਲਾਂਚ ਕਰੇ ਜਾਂਦੇ ਨੇ, ਕਿਉਂਕਿ ਜੇ ਨੇੜੇ ਹੋਣਗੇ ਤਾਂ ਹੀ ਉੱਥੇ ਪਹੁੰਚਾਉਣੇ, ਕੋਈ ਖਰਾਬੀ ਹੋ ਗਈ ਉਸ ਚੀਜ਼ ਨੂੰ ਠੀਕ ਕਰਨ ਜਾਣਾ, ਮਤਲਬ ਇਹੋ ਜਿਹੀਆਂ ਚੀਜ਼ਾਂ ਤਾਂ ਹੀ ਪੋਸੀਬਲ ਨੇ ਨਾ। ਜੇ ਹੁਣ ਤੁਸੀਂ ਵੈਸੇ ਉਹਨੂੰ ਜੀਓਸਿਨਕ੍ਰੋਨਸ ਆਰਬਿਟ 'ਚ ਛੱਡ ਦੋਗੇ 36,000, ਤਾਂ ਉਹਦਾ ਪਹੁੰਚਣ ਦੇ ਤੁਸੀਂ ਦੇਖ ਲਓ 300 ਦਿਨ ਲੱਗੇ ਸੀਗੇ ਮਾਰਸ ਆਰਬਿਟਰ ਮਿਸ਼ਨ ਨੂੰ ਵੀ। ਤਾਂ ਉਹ ਤਾਂ ਫਿਰ ਉਦੋਂ ਨੂੰ ਤਾਂ ਕਹਾਣੀ ਉਹ ਖਤਮ ਹੋ ਜੂਗੀ ਨਾ ਉਹਨਾਂ ਦੀ। ਇਹ ਜਿਹੜਾ ਇੰਡੀਆ ਦਾ ਪਲਾਨ
ਪਲਾਨ ਹੈ, ਇੰਡੀਆ ਦਾ ਪਲਾਨ ਇਹ ਹੈ ਕਿ 20 ਕੁ ਦਿਨ ਅਸੀਂ ਉੱਥੇ ਆਪਦੇ ਬੰਦੇ ਰੱਖਣੇ ਨੇ ਕਿ 20 ਕੁ ਦਿਨ ਉੱਥੇ ਸਟੱਡੀ ਕਰਕੇ ਆਉਣਗੇ। ਤੇ ਇਸ ਚੀਜ਼ ਨੂੰ ਮੇਨਲੀ ਹਾਲੇ ਸਭ ਤੋਂ ਪਹਿਲਾਂ ਤਾਂ ਸਾਡੀ ਕੋਸ਼ਿਸ਼ ਤੁਸੀਂ ਦੇਖਿਆ ਕਿ ਗਗਨਯਾਨ ਮਿਸ਼ਨ ਨਾਲ ਹੀ ਚੱਲ ਰਹੀ ਹੈ। ਗਗਨਯਾਨ ਮਿਸ਼ਨ ਦੀ ਐਕਸਟੈਂਸ਼ਨ ਹੋਊਗੀ ਅੱਗੇ ਇਹ, ਜੇ ਗਗਨਯਾਨ ਮਿਸ਼ਨ ਅਸੀਂ ਸਕਸੈਸਫੁਲੀ ਕਰ ਪਾਉਂਦੇ ਹਾਂ, ਬੰਦਿਆਂ ਨੂੰ ਉੱਪਰ ਭੇਜ ਪਾਉਂਦੇ ਹਾਂ, ਜਿਹੜੇ 3 ਅਸੀਂ ਐਸਟਰੋਨੌਟ ਪਲਾਨ ਕੀਤੇ ਨੇ, ਅਗਲਾ ਪਲਾਨ ਫਿਰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਦਾ ਹੋਊਗਾ ਕਿ 20 ਟਨ ਦਾ ਅਸੀਂ ਉੱਪਰ ਭੇਜ ਪਾਈਏ। ਲਓ ਜੀ, ਜਿਹੜਾ ਹੁਣ ਅਸਲ 'ਚ ਅੱਜ ਦੀ ਡੇਟ 'ਚ ਹੈਗਾ ਉਹਦੇ ਬਾਰੇ ਜਾਣਕਾਰੀ ਸਾਨੂੰ ਕੀ ਪਤਾ ਹੋਣੀ ਚਾਹੀਦੀ ਹੈ। 400 ਕਿਲੋਮੀਟਰ ਦੇ ਐਲਟੀਟਿਊਡ ਤੇ ਹੈਗਾ, ਮਤਲਬ 400 ਕਿਲੋਮੀਟਰ ਦੀ ਉਚਾਈ ਦੇ ਉੱਤੇ ਸਥਿਤ ਹੈ, ਲੀਓ ਦੇ ਵਿੱਚ ਹੀ ਹੈ, ਲੋਅਰ ਅਰਥ ਆਰਬਿਟ ਦੇ ਵਿੱਚ ਹੀ ਮੌਜੂਦ ਹੈ। ਇਹਦੇ ਵਿੱਚ ਈਸਰੋ ਕੰਮ ਕਰ ਰਹੀ ਹੈ ਸਪੇਸ ਡੌਕਿੰਗ ਐਕਸਪੈਰੀਮੈਂਟ ਦੇ ਉੱਪਰ, ਠੀਕ ਹੈ। ਹੁਣ ਸਪੇਸ ਡੌਕਿੰਗ ਕੀ ਹੁੰਦਾ, ਇੱਕ ਇੰਪੋਰਟੈਂਟ ਟਰਮ ਆ ਗਈ, ਨਵੀਂ ਟਰਮ ਆ ਤੁਹਾਡੇ ਲਈ, ਸਾਨੂੰ ਪਤਾ ਹੋਣਾ ਚਾਹੀਦਾ। ਸਪੇਸ ਡੌਕਿੰਗ ਇੱਕ ਇਹੋ ਜਿਹੀ ਟੈਕਨੋਲੋਜੀ ਹੈ ਜਿਹਦੇ ਨਾਲ ਤੁਸੀਂ ਹਿਊਮਨਸ ਨੂੰ ਇੱਕ ਸਪੇਸ ਕ੍ਰਾਫਟ ਤੋਂ ਦੂਜੇ ਸਪੇਸ ਕ੍ਰਾਫਟ ਦੇ ਵਿੱਚ ਟਰਾਂਸਫਰ ਬਦਲਾ ਕਰ ਸਕਦੇ ਹੋ। ਮਤਲਬ ਇੱਕ ਸਪੇਸ ਕ੍ਰਾਫਟ ਤੋਂ ਹਿਊਮਨ ਕੱਢ ਕੇ ਦੂਜੇ ਸਪੇਸ ਕ੍ਰਾਫਟ 'ਚ ਪਾਉਣੇ ਹੋਣ ਤਾਂ ਅਸੀਂ ਸਪੇਸ ਡੌਕਿੰਗ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਹਾਂ। ਤੁਸੀਂ ਕਹੋਗੇ ਜੀ ਇਹ ਕਿੱਡੀ ਕੁ ਵੱਡੀ ਗੱਲ ਹੈ, ਹਵਾ ਦੇ ਵਿੱਚ 2 ਬਰਾਬਰ ਦੇ ਲਾ ਕੇ ਸ਼ਿਪ ਉਹਨਾਂ ਦੇ ਵਿੱਚ ਭੇਜ ਦਿਓ। ਉਹ ਬਈ ਹਵਾ ਦੇ ਵਿੱਚ ਤਾਂ ਚਲੋ ਸੌਖਾ ਹੋ ਜੂ ਕਿਸੇ ਤਰੀਕੇ ਨਾਲ, ਫਿਊਲ ਵੀ ਤਾਂ ਹਵਾ 'ਚ ਹੀ ਭਰ ਦਿੰਦੇ ਨੇ ਜਿਹੜੇ ਆਪਣੇ 에ਅਰਕ੍ਰਾਫਟਾਂ 'ਚ ਭਰਦੇ ਨੇ, ਬਟ ਸਪੇਸ 'ਚ ਗੱਲ ਅਲੱਗ ਹੈ। ਸਪੇਸ ਦੇ ਵਿੱਚ ਤਾਂ ਤੁਹਾਨੂੰ ਆਕਸੀਜਨ ਸਭ ਕੁਝ ਜਿਹੜੀ ਚੀਜ਼ ਰਿਕੁਆਇਰਡ ਆ ਥੋੜ੍ਹਾ ਮਿਲਦੀ ਹੈ, ਉੱਥੇ ਤਾਂ ਇੱਕ ਪ੍ਰੋਪਰ ਪਲੈਨਡ ਵੇ ਨਾਲ ਹੀ ਹੋ ਸਕਦਾ ਹੈ। ਤੇ ਉਹ ਜਿਹੜੀ ਤਕਨੀਕ ਹੈ ਟ੍ਰਾਂਸਫਰ ਕਰਨ ਦੀ, ਉਹਨੂੰ ਅਸੀਂ ਸਪੇਸ ਡੌਕਿੰਗ ਬੋਲਦੇ ਹਾਂ। ਅੱਜ ਕੱਲ੍ਹ ਬੜੀ ਨਿਊਜ਼ 'ਚ ਆਮ ਸਿੱਧਾ ਪੇਪਰ 'ਚ ਐਵੇਂ ਸਵਾਲ ਬਣ ਸਕਦਾ ਕਿ ਸਪੇਸ ਡੌਕਿੰਗ ਕੀ ਹੁੰਦਾ ਹੈ, ਤਾਂ ਡੈਫੀਨੇਸ਼ਨ ਦੇ ਤੌਰ ਤੇ ਸਾਨੂੰ ਪਤਾ ਹੋਵੇ। ਹੁਣ ਜਿਹੜਾ ਸਾਡੇ ਕੋਲੇ ਕੰਮ ਕਰ ਰਿਹਾ ਇੰਟਰਨੈਸ਼ਨਲ ਸਪੇਸ ਸਟੇਸ਼ਨ, ਇਹਦੇ ਵਿੱਚ ਦੇਖੋ 5 ਦੇਸ਼ਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। 5 ਦੇਸ਼ਾਂ ਨੇ ਮਿਲ ਕੇ ਬਣਾਇਆ ਸੀਗਾ। ਉਹ 5 ਦੇਸ਼ ਕਿਹੜੇ ਨੇ ਮੈਂ ਕਈ ਵਾਰ ਦੱਸ ਚੁੱਕਿਆ, ਦੁਬਾਰਾ ਰਿਪੀਟ ਕਰ ਦੇਣਾ। ਨਾਸਾ, ਰਸ਼ੀਆ ਦੀ ਰੌਸਕੌਸਮੋਸ, ਨਾਸਾ ਕੀ ਦੀ ਹੈ, USA ਦੀ। ਤੀਜੀ ਸਾਡੇ ਕੋਲੇ ਆ ਗਈ ਯੂਰਪੀਅਨ ਸਪੇਸ ਏਜੰਸੀ ਜਿਹੜੀ ਯੂਰਪ ਦੇ ਦੇਸ਼ਾਂ ਦੀ ਹੈ। ਚੌਥੀ ਸਾਡੇ ਕੋਲੇ ਕੈਨੇਡੀਅਨ ਸਪੇਸ ਏਜੰਸੀ, ਤੇ 5ਵਾਂ ਜਾਕਸਾ ਜਿਹਨੂੰ ਅਸੀਂ ਜਾਪਾਨ ਐਰੋਸਪੇਸ ਐਕਸਪਲੋਰੇਸ਼ਨ ਏਜੰਸੀ ਬੋਲਦੇ ਹਾਂ। ਤਾਂ ਮੇਰੇ ਕੋਲੇ ਜਾਕਸਾ JAXA ਯਾਦ ਰੱਖਿਓ। ਤਾਂ ਜਾਪਾਨ ਹੋ ਗਿਆ, ਕੈਨੇਡਾ ਹੋ ਗਿਆ, ਯੂਰਪ ਹੋ ਗਿਆ, ਰਸ਼ੀਆ ਹੋ ਗਿਆ ਤੇ US ਹੋ ਗਿਆ। ਆ 5 ਦੇਸ਼, ਇਹ ਤਾਂ ਬਹੁਤ ਵਾਰ ਕੁਐਸਚਨ ਰਿਪੀਟ ਹੁੰਦਾ ਯਾਰ, ਕਿਹੜੇ ਦੇਸ਼ ਇੰਟਰਨੈਸ਼ਨਲ ਸਪੇਸ ਸਟੇਸ਼ਨ ਦਾ ਹਿੱਸਾ ਹੈਗੇ ਨੇ, ਕਿਹੜੇ ਨਹੀਂ ਹੈਗੇ। ਜਿੰਨੇ ਵਾਰ ਮੈਂ ਆਪਦੀ ਸੀਰੀਜ਼ 'ਚ ਰਿਪੀਟ ਕਰਤਾ, ਮੈਨੂੰ ਲੱਗਦਾ ਹੁਣ ਤਾਂ ਤੁਹਾਨੂੰ ਯਾਦ ਹੋ ਗਿਆ ਹੋਊਗਾ। ਇਹ ਚੀਜ਼ ਤਾਂ ਯਾਦ ਹੋਣੀ ਚਾਹੀਦੀ ਹੈ, ਠੀਕ ਹੈ। ਤਾਂ ਇਹ ਯਾਦ ਰੱਖ ਲਿਓ ਕਿ ਇਹ ਜਿਹੜਾ ਹੈਗਾ ਆਲਰੇਡੀ, ਤੇ ਇਹਦੇ ਉੱਤੇ ਇਸੇ ਕਰਕੇ ਚਾਈਨਾ ਨੂੰ ਇਹਦੇ ਵਿੱਚ ਇਨਕਲੂਡ ਨਹੀਂ ਕੀਤਾ ਗਿਆ ਸੀ, ਤਾਂ ਚਾਈਨਾ ਨੇ ਖਿੱਚ ਕੇ ਆਪਣਾ ਬਣਾ ਲਿਆ। ਤੇ ਚਾਈਨਾ ਵਾਲਾ ਜਿਹੜਾ ਹੋਊਗਾ, ਆ ਇਹਦੀ ਫੋਟੋ ਤੁਸੀਂ ਦੇਖ ਲਓ, ਥੋੜੀ ਬਲਰ ਹੋਊਗੀ, ਐਵੇਂ ਦਿਖਦਾ ਇਹ, ਠੀਕ ਹੈ। ਆ ਇਹਦੇ ਵੱਖਰੇ ਮੋਡਿਊਲ ਨੇ, ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ। ਆ ਇੱਕ ਮੋਡਿਊਲ ਹੈ, ਆ ਇੱਕ ਮੋਡਿਊਲ ਹੈ। ਇਹਨਾਂ ਦੇ ਵਿੱਚੋਂ ਕੋਈ ਰਹਿਣ ਵਾਲਾ ਕਮਰਾ ਹੋਊਗਾ, ਕੋਈ ਕੰਮ ਕਰਨ ਵਾਲਾ ਕਮਰਾ ਹੋਊਗਾ, ਇੱਕ ਲੈਬ ਬਣੀ ਹੋਊਗੀ, ਠੀਕ ਹੈ। ਆ ਦੇਖੋ, ਆ ਜਿਵੇਂ ਤੁਸੀਂ ਦੇਖ ਸਕਦੇ ਹੋ, ਆ ਤਾਂ ਚਲੋ ਬੈਟਰੀਆਂ ਜਿਹੀਆਂ ਲੱਗੀਆਂ ਹੋਈਆਂ ਨੇ, ਜਿਹੜੀਆਂ ਸੋਲਰ ਦੀਆਂ ਬੈਟਰੀਆਂ ਹੋਣਗੀਆਂ ਜਿਹਦੇ ਚੱਲਦਾ ਹੋਊਗਾ ਇਹ। ਤਾਂ ਇਸ ਤਰੀਕੇ ਨਾਲ ਹੈ। ਹੁਣ ਮੈਂ ਚਾਈਨਾ ਵਾਲੇ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਸਭ ਤੋਂ ਵੱਧ ਨਿਊਜ਼ 'ਚ ਇਹ ਹੈ। ਇਹਦਾ ਨਾਮ ਹੈਗਾ ਤਿਆਂਗੋਂਗ। ਕੀ ਨਾਮ ਹੈ ਜੀ? ਤਿਆਂਗੋਂਗ, TIANGONG, ਤਿਆਂਗੋਂਗ ਇਹਦਾ ਨਾਮ ਹੈ। ਕਈ ਮੋਡਿਊਲ ਇਹਦੇ ਹੁਣ ਭੇਜੇ ਜਾ ਰਹੇ ਨੇ, ਬਾਕੀ ਤਾਂ ਆਪਾਂ ਕਰੰਟ ਦੇ ਵਿੱਚ ਇਹਨੂੰ ਹੋਰ ਡਿਟੇਲ 'ਚ ਪੜਾਂਗੇ ਜਦੋਂ ਕਰੰਟ ਅਫੇਅਰ ਦੀ ਸੀਰੀਜ਼ ਆਪਣੀ ਆਊਗੀ, ਕਿਉਂਕਿ ਉਹਦੇ ਵਿੱਚ ਤਾਂ ਜ਼ਿਕਰ ਆਊਗਾ ਹੀ ਆਊਗਾ ਪੱਕਾ ਕਿ ਇਹਦੇ ਵਿੱਚ ਕੀ ਚਾਈਨਾ ਹੁਣ ਤੱਕ ਭੇਜ ਚੁੱਕੀ, ਉਹਨਾਂ ਮੋਡਿਊਲਾਂ ਦੇ ਨਾਮ ਕੀ ਨੇ। ਇੱਥੇ ਤਾਂ ਸਿਰਫ ਤੁਸੀਂ ਨਾਮ ਯਾਦ ਰੱਖੋ। 66 ਟਨ ਦਾ ਹੈਗਾ ਇਹ, ਤੇ ਇਹ ਇਹਨਾਂ ਦਾ ਇਕਲੌਤਾ ਹੋਊ। ਤੇ ਚਾਈਨਾ ਨੇ ਪਲਾਨ ਕੀਤਾ ਕਿ ਘੱਟੋ ਘੱਟ 10 ਕੁ ਸਾਲ ਤਾਂ ਇਹ ਕੰਮ ਕਰੇ, ਵੀ 10 ਸਾਲ ਤਾਂ ਉੱਪਰ ਰਹੇ, ਕਿਉਂਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਵੀ ਹੁਣ ਨਾ ਜਿਹੜੀ ਮਿਆਦ ਆ ਉਹ ਖਤਮ ਹੋ ਚੁੱਕੀ ਹੈ ਲਗਭਗ। ਧੱਕਾ ਹੀ ਹੋ ਰਿਹਾ ਹੁਣ ਉਹਦੇ ਨਾਲ, ਕਿੱਦਣ ਉਹ ਹੋ ਜਾਊਗਾ ਖਤਮ ਕਹਿ ਨਹੀਂ ਸਕਦੇ, ਠੀਕ ਹੈ। ਤਾਂ ਜੇ ਮੈਂ ਦੇਖਾਂ, ਇਹ ਉਹਦੇ ਤਰਜ਼ ਤੇ ਬਣਾਇਆ ਗਿਆ ਜਿਵੇਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਹੈ, ਪਰ ਚਾਈਨਾ ਦਾ ਆਪਣਾ ਇੰਡੀਵਿਜੂਅਲ ਹੈ। ਇਹਨਾਂ ਨੇ ਇੱਕ ਇਹਦੇ 'ਚ ਮੋਡਿਊਲ ਵੀ ਭੇਜਿਆ ਜਿਹਦਾ ਨਾਮ ਹੈਗਾ ਤਿਆਨੀ। ਬਾਕੀ ਮੋਡਿਊਲ ਵੀ ਹੁਣ ਅੱਜ ਕੱਲ੍ਹ ਚੱਲ ਰਹੇ ਨੇ, ਆ ਪਿਛਲੇ 1-2 ਮਹੀਨਿਆਂ ਦੇ ਕਰੰਟ ਅਫੇਅਰਸ 'ਚ ਹੋਣਗੇ, ਉੱਥੇ ਹੀ ਆਪਾਂ ਡਿਸਕਸ ਕਰਾਂਗੇ। ਫਿਲਹਾਲ ਇਹ 'ਚ ਕਨਫਿਊਜ਼ ਨਹੀਂ ਹੋਣਾ, ਨਾਮ ਤਿਆਂਗੋਂਗ ਹੈ। ਤੇ ਜਿਹੜਾ ਇਹਨੂੰ ਲਾਂਚ ਕਰ ਰਿਹਾ ਉਹ ਹੈਗਾ ਲੌਂਗ ਮਾਰਚ। ਇੰਪੋਰਟੈਂਟ ਇੱਕ ਪੁਆਇੰਟ ਇਹ ਹੈ, ਲੌਂਗ ਮਾਰਚ ਇਹਨਾਂ ਦੇ ਇੱਕ ਲਾਂਚਰ ਦਾ ਨਾਮ ਹੈ ਜਿਹੜਾ ਰੌਕਟ ਲੈ ਕੇ ਜਾਂਦਾ ਹੈ। ਜਿੰਨੇ ਵੀ ਮੋਡਿਊਲ ਉੱਪਰ ਛੱਡ ਕੇ ਆਉਣੇ ਨੇ, ਲੌਂਗ ਮਾਰਚ ਹੀ ਛੱਡ ਕੇ ਆਊਗਾ। ਇਹਦੇ ਨਾਲ ਹੀ ਚੱਲ ਰਹੀ ਹੈ ਸਾਰੀ ਇਹ ਜਿਹੜੀ ਹੈਗੀ ਹੈ।
ठीक है। बाकी ये है कि ਇਹਦੇ ਜਿਹੜੇ ਹੋਰ ਇੱਕ ਮੋਡਿਊਲ ਦਾ ਨਾਮ ਟੋਟਲ 3-4 ਮੋਡਿਊਲ ਹੋਣਗੇ ਇਹਨਾਂ ਦੇ ਵੀ ਆਈ, ਜਿਵੇਂ ਮੈਂ ਇੱਥੋਂ ਐਂ ਗੱਲ ਕਰ ਲਾਂ, ਇੱਕ ਆਹ ਮੋਡਿਊਲ ਹੈ, ਇੱਕ ਆਹ ਮੋਡਿਊਲ ਹੈ, ਇੱਕ ਇੱਥੇ ਮੋਡਿਊਲ ਬਣਾਤਾ। ਇਹਨਾਂ ਚੋਂ ਇੱਕ ਦਾ ਨਾਮ ਸਾਡੇ ਕੋਲੇ ਤਿਆਨੇ ਹੈ, ਜਿਵੇਂ ਮੈਂ ਕਹਿਦਾ ਕਿ ਸਪੋਜ਼ ਇਹਦਾ ਨਾਮ ਤਿਆਨੇ ਹੋ ਗਿਆ, ਇਹਨਾਂ ਦਾ ਕੁਛ ਹੋਰ ਨਾਮ ਹੋ, ਇਹਦਾ ਕੁਛ ਹੋਰ ਨਾਮ ਹੋ। ਇਹ ਉਹ ਮੋਡਿਊਲ ਨੇ, ਕਮਰੇ ਕਹਿ ਲਓ ਸਮਝਣ ਲਈ ਸਿੰਪਲ, ਕਿ ਕਮਰੇ ਨੇ ਜਿਹੜੇ ਵੱਖਰੇ ਵੱਖਰੇ ਉੱਥੇ ਬਣੇ ਹੋਣਗੇ। ਇੱਕ ਕਮਰੇ 'ਚ ਸੌਣ ਦਾ ਪ੍ਰਬੰਧ ਹੋਊ, ਇੱਕ 'ਚ ਖਾਣ ਪੀਣ ਦਾ ਹੋਊ, ਇੱਕ 'ਚ ਐਕਸਪੈਰੀਮੈਂਟਾਂ ਵਾਸਤੇ ਲੈਬ ਬਣੀ ਹੋਊ, ਐਵੇਂ ਸੋ ਔਨ ਐਗਜ਼ਾਮਪਲ ਦੇ ਤੌਰ ਤੇ ਦੱਸ ਰਿਹਾ। ਸਮਝ ਗਏ? ਮੈਂ ਉਮੀਦ ਕਰਦਾ ਕਿ ਕਲੀਅਰ ਹੋ ਗਿਆ ਹੋਊਗਾ। ਅੱਗੇ ਆ ਜਾਓ ਯੂਬੀਕਾ। ਯੂਬੀਕਾ ਇੱਕ ਪ੍ਰੋਗਰਾਮ ਹੈ ਨਾਸਾ ਦਾ, ਨਾਸਾ ਆ ਗਿਆ ਇਸਰੋ ਦਾ, ਜਿਹੜੀ ਭਾਰਤ ਦੀ ਏਜੰਸੀ ਹੈ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਫੁੱਲ ਫਾਰਮ ਦੇਖੋ, ਯੰਗ ਸਾਇੰਟਿਸਟ ਪ੍ਰੋਗਰਾਮ, ਇਹਨੂੰ ਯੰਗ ਸਾਇੰਟਿਸਟ ਪ੍ਰੋਗਰਾਮ ਵੀ ਕਹਿ ਦਿੰਦੇ ਆ, ਜਾਂ ਫਿਰ ਯੁਵਾ ਵਿਗਿਆਨੀ ਕਾਰਿਆਕ੍ਰਮ। ਠੀਕ ਹੈ, ਯੁਵਾ ਵਿਗਿਆਨੀ ਹੈ, ਇਹ ਵੱਡਾ ਐਲ ਲੱਗ ਰਿਹਾ ਸੀ, ਯੁਵਾ ਵਿਗਿਆਨੀ ਕਾਰਿਆਕ੍ਰਮ, ਯੁਵਾ ਵਿਗਿਆਨੀ ਕਾਰਿਆਕ੍ਰਮ, ਜਾਂ ਫਿਰ ਯੰਗ ਸਾਇੰਟਿਸਟ ਅੰਗਰੇਜ਼ੀ ਦੇ ਵਿੱਚ ਹੋ ਗਿਆ, ਆ ਹਿੰਦੀ ਦੇ ਵਿੱਚ ਹੋ ਗਿਆ ਸ਼ਬਦ। ਬੇਸਿਕ ਪਰਪਸ ਕੀ ਹੈ ਕਿ ਸਕੂਲ ਬੱਚਿਆਂ ਨੂੰ ਸਪੇਸ ਦੀ ਨੌਲੇਜ ਦੇਣਾ ਤੇ ਸਪੇਸ ਦੀ ਪੜ੍ਹਾਈ ਵੱਲ ਲੈ ਕੇ ਆਉਣਾ, ਕਿ ਸਪੇਸ ਦੇ ਵਿੱਚ ਜੇ ਤੁਸੀਂ ਆਪਣਾ ਕੈਰੀਅਰ ਬਣਾਓਗੇ ਤਾਂ ਤੁਹਾਨੂੰ ਕੀ ਫਾਇਦੇ ਹੋ ਸਕਦੇ ਨੇ, ਇਹਦੇ ਬਾਰੇ ਇੰਟਰਸਟ, ਕਿਉਂਕਿ ਸਾਨੂੰ ਜਾਣਕਾਰੀ ਨਹੀਂ ਹੈਗੀ ਸਪੇਸ ਬਾਰੇ। ਇਹਨੂੰ ਲੈ ਕੇ ਇਹ ਇਸਰੋ ਨੇ ਲਾਂਚ ਕੀਤਾ ਕਿ ਸਪੇਸ ਦੀ ਸਾਇੰਸ ਟੈਕਨੋਲੋਜੀ, ਜਿਹੜੀ ਸਾਇੰਸ ਟੈਕਨੋਲੋਜੀ ਹੈ, ਇਹਦੇ ਬਾਰੇ ਉਹਨਾਂ ਨੂੰ ਆਈਡੀਆ ਹੋਵੇ ਤੇ ਇੱਧਰ ਇੰਟਰਸਟ ਲੈਣ ਬੱਚੇ। ਇਹਦੇ ਵਾਸਤੇ ਕੀ ਮਾਪਦੰਡ ਰੱਖੇ ਗਏ ਨੇ, ਪੈਰਾਮੀਟਰ ਕਿਹੜੇ ਰੱਖੇ ਨੇ ਕਿ ਤੁਸੀਂ ਭਾਈ ਕਿਹੜੇ ਕਿਹੜੇ ਪਾਰਟਿਸਪੈਂਟ ਹੋ ਸਕਦੇ ਨੇ। 8ਵੀਂ ਦੇ ਨੰਬਰਾਂ ਦੇ ਬਿਹਾਫ ਤੇ ਚੂਜ਼ ਕਰਿਆ ਜਾਊ ਬੱਚਾ, 8ਵੀਂ ਦੇ ਨੰਬਰਾਂ ਦੇ ਬਿਹਾਫ ਤੇ ਉਹਨੂੰ ਚੂਜ਼ ਕਰਿਆ ਜਾਊਗਾ ਕਿ ਇਸ ਪ੍ਰੋਗਰਾਮ ਦੇ ਅੰਡਰ ਉਹਨੂੰ ਟ੍ਰੇਨਿੰਗ ਵਗੈਰਾ ਦੇਣਗੇ। ਹੋ ਸਕਦਾ ਉਹਨੂੰ ਇਸਰੋ ਵਿਜ਼ਿਟ ਕਰਾ ਕੇ ਲਿਆਉਣ, ਕੁਝ ਛੋਟੇ ਮੋਟੇ ਸਾਊਂਡਿੰਗ ਰੌਕਟਸ ਦੇ ਥਰੂ ਉਹਨਾਂ ਦੇ ਛੋਟੇ ਮੋਟੇ ਸੈਟੇਲਾਈਟ ਬਣਵਾ ਸਕਦੇ ਨੇ। ਇੰਟਰਸਟ ਤਾਂ ਹੀ ਪੈਦਾ ਹੋ ਸਕਦਾ ਨਾ ਬੱਚਿਆਂ ਦਾ। ਫਿਰ ਜਿਹੜੇ ਸਾਇੰਸ ਫੇਅਰ ਲੱਗਦੇ ਨੇ, ਸਾਇੰਸ ਵਿਗਿਆਨ ਮੇਲੇ ਲੱਗਦੇ ਨੇ ਡਿਸਟ੍ਰਿਕਟ ਪੱਧਰ ਤੇ ਜਾਂ ਸਟੇਟ ਪੱਧਰ ਤੇ, ਉਹਨਾਂ ਦੇ ਵਿੱਚ ਪਿਛਲੇ 3 ਸਾਲਾਂ 'ਚ ਉਹ ਬੱਚੇ ਦੀ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ। ਠੀਕ ਹੈ, ਕੁਛ ਜਿੱਤਿਆ ਵੀ ਹੋਵੇ, ਪ੍ਰਾਈਜ਼ 올림픽 ਦੇ ਵਿੱਚ ਆਇਆ ਹੋਵੇ, ਜਾਂ ਇਹਨਾਂ ਕੰਪੀਟੀਸ਼ਨਾਂ 'ਚ ਜਿੱਤਿਆ ਹੋਵੇ, 1 ਤੋਂ 3 ਰੈਂਕ ਹਾਸਲ ਕੀਤਾ ਹੋਵੇ। ਮਤਲਬ ਇਹ ਚੀਜ਼ਾਂ ਦੇ ਬਿਹਾਫ ਤੇ ਚੂਜ਼ ਕਰਨਗੇ। ਉਹ NSS NCC ਦਾ ਮੈਂਬਰ ਹੋਵੇ, ਉਹਨੂੰ ਵੀ ਚੱਕ ਸਕਦੇ ਨੇ। ਕੋਈ ਸਪੋਰਟਸ ਕੰਪੀਟੀਸ਼ਨ ਜਿਹੜੇ ਸਕੂਲ ਲੈਵਲ ਤੇ ਜਾਂ ਹੋਰ ਲੈਵਲ ਤੇ ਪਿਛਲੇ 3 ਸਾਲਾਂ 'ਚ ਹੋਏ ਹੋਣ। ਮਤਲਬ ਕੁੱਲ ਮਿਲਾ ਕੇ ਉਹ ਬੱਚਾ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਜਿਹੜੀਆਂ ਆਪਾਂ ਬੋਲਦੇ ਹੁੰਦੇ ਆ ਨਾ, ਉਹਨਾਂ 'ਚ ਨਿਪੁੰਨ ਹੋਵੇ, ਉਹ ਚੀਜ਼ਾਂ 'ਚ ਹਿੱਸਾ ਲੈਂਦਾ ਹੋਵੇ, ਤਾਂ ਉਸ ਬੱਚੇ ਨੂੰ ਹੀ ਇਹ ਚੂਜ਼ ਕਰਨਗੇ। ਸਮਝ ਗਏ? ਲਓ ਜੀ, ਇਹ ਸੀਗਾ ਆਪਣਾ ਇੱਥੋਂ ਤੱਕ ਦਾ ਭਾਰਤ ਦੇ ਕੰਟੈਕਸਟ 'ਚ ਜੋ ਆਪਾਂ ਚੀਜ਼ਾਂ ਪੜ੍ਹੀਆਂ ਟੋਟਲੀ। ਹੁਣ ਆਪਾਂ ਇਹਦਾ ਇੱਕ ਲਾਸਟ ਲੈਕਚਰ ਹੋਊਗਾ ਜਿਹਦੇ ਵਿੱਚ ਅਸੀਂ ਇੰਟਰਨੈਸ਼ਨਲ ਮਿਸ਼ਨਸ ਦੇਖਾਂਗੇ, ਜਿਹ 'ਚ ਨਾਸਾ ਦੇ ਜਾਂ ਕੋਈ ਹੋਰ ਏਜੰਸੀਆਂ ਦੇ ਜਿਹੜੇ ਮਿਸ਼ਨ ਕਿਹੜੇ ਕਿਹੜੇ ਪੁਰਾਣੇ ਹੋਏ ਨੇ, ਕਿਉਂਕਿ ਕਈ ਵਾਰ ਪੇਪਰ 'ਚ ਡਾਇਰੈਕਟ ਉਹਨਾਂ ਤੇ ਵੀ ਸਵਾਲ ਬਣ ਜਾਂਦਾ। ਇਹ ਤੋਂ ਇਲਾਵਾ ਕੁਝ ਕੁ ਟੈਲੀਸਕੋਪ ਐਂਡ ਆਲ ਉਹ ਚੀਜ਼ਾਂ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਤੇ ਆਪਣੀ ਡਿਸਕਸ਼ਨ ਇਸ ਲੈਕਚਰ ਦੀ ਆਪਾਂ ਇੱਥੇ ਵਾਈਂਡ ਅਪ ਕਰਾਂਗੇ। ਪੇਸ਼ੈਂਸ ਨਾਲ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਜੋ ਐਕਸਾਈਜ਼ ਦਾ ਅਸੀਂ ਆਲਰੇਡੀ ਲਾਂਚ ਕਰ ਚੁੱਕੇ ਹਾਂ ਬੈਚ, ਐਕਸਾਈਜ਼ ਇੰਸਪੈਕਟਰ ਨੂੰ ਲੈ ਕੇ ਕੋਈ ਆਪਣੀ ਤਿਆਰੀ ਕਰਨਾ ਚਾਹੁੰਦਾ ਤਾਂ ਸਾਡੇ ਨਾਲ ਜੁੜ ਸਕਦਾ। ਜਿਵੇਂ ਕਿ ਅਸੀਂ ਨੇ ਡੈਮੋ ਲੈਕਚਰਸ ਦਾ ਤੁਸੀਂ ਆਲਰੇਡੀ ਸਾਡੇ ਦੇ ਵਿੱਚ ਦੇਖ ਹੀ ਸਕਦੇ ਹੋ, ਐਪ ਡਾਊਨਲੋਡ ਕਰਕੇ। ਠੀਕ ਆ, ਮਾਸਟਰ ਕਲਾਸਿਸ 2.0 ਮਾਸਟਰ ਕਲਾਸਿਸ 2.0 ਐਪ ਹੈ ਮਾਸਟਰ ਕਲਾਸਿਸ ਪਟਿਆਲਾ ਦੀ। ਉਹਨੂੰ ਉਹ PSSB ਦੀ ਸਪੈਸੀਫਿਕ ਐਪ ਆ। ਜਿਵੇਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ PPSC ਤੇ PSSB ਦੀ ਵੱਖਰੀ ਵੱਖਰੀ ਐਪ ਹੈ। ਕੱਲੀ ਮਾਸਟਰ ਕਲਾਸਿਸ ਪਟਿਆਲਾ PPSC ਬੈਚ ਲਈ ਐਪ ਹੈ, ਤੇ ਜਿਹੜੀ ਇਹ 2.0 ਹੋਏਗੀ ਜਾਂ 2.0 ਕਹਿ ਲਓ, ਇਹ ਸਾਡੀ ਜਿਹੜੀ ਹੋਏਗੀ ਇਹ ਹੈਗੀ ਆ PSSB ਦੇ ਲਈ। ਉਹਦੇ ਉੱਤੇ ਵੀ ਡੈਮੋ ਵੀਡੀਓਜ਼ ਹੋਣਗੀਆਂ, ਤੁਸੀਂ ਚੈੱਕ ਕਰ ਸਕਦੇ ਹੋ। YouTube ਜਿਹੜਾ ਚੈਨਲ ਆ ਉਹਦੇ ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ। ਤੇ ਇਹ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦਾ ਡਾਊਟ ਹੈ ਤਾਂ ਆਲਰੇਡੀ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਨੰਬਰ ਦਿੱਤੇ ਸੀਗੇ, ਪ੍ਰਦੀਪ ਸਰ ਦਾ ਤੇ ਦੂਸਰਾ, ਹਨਾ, ਤੁਸੀਂ ਉਹਦੇ ਤੇ ਕਾਲ ਕਰਕੇ ਆਪਣੀ ਕੁਐਰੀ ਦਾ ਜਵਾਬ ਲੈ ਸਕਦੇ ਹੋ। ਬਾਕੀ ਜਿਹੜੀ ਫ੍ਰੀ ਸੀਰੀਜ਼ ਜਿਹੜੀਆਂ ਚੱਲ ਰਹੀਆਂ ਨੇ ਇਹਨਾਂ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਤੁਸੀਂ ਆਪਣੀ ਤਿਆਰੀ ਨੂੰ ਹੋਰ ਪੁਖਤਾ ਕਰ ਸਕੋ। ਜਿਹਦੇ ਵਿੱਚ ਟੈਸਟ ਸੀਰੀਜ਼ ਦੀ ਮੈਂ ਗੱਲ ਕਰਨਾ, 10 ਟੈਸਟ ਕੰਡਕਟ ਕਰਾਂਗੇ, ਟੋਟਲੀ ਫ੍ਰੀ ਆਫ ਕਾਸਟ ਹੋਣਗੇ। ਕੋਈ ਵੀ ਬੱਚਾ ਉਹ ਟੈਸਟ ਨੂੰ ਦੇ ਸਕਦਾ ਹੋਊਗਾ। PDF ਸਾਡੇ ਤੋਂ ਲੈ ਲਿਓ, ਤੁਸੀਂ ਆਪਣੇ ਕਿਸੇ ਵੀ ਲਾਇਬ੍ਰੇਰੀ, ਕਿਸੇ ਘਰ 'ਚ ਬੈਠ ਕੇ ਤਿਆਰੀ ਕਰਦੇ, ਉੱਥੇ ਬੈਠ ਕੇ ਤੁਸੀਂ ਆਪਣਾ ਉਹ ਟੈਸਟ ਦੇ ਸਕਦੇ ਹੋ। ਨੰਬਰ ਆਪਣੇ ਸ਼ੇਅਰ ਕਰ ਸਕਦੇ ਹੋ, ਤੁਹਾਡੀ ਡਿਸਕ੍ਰਿਪਸ਼ਨ ਹੋਊਗੀ ਜੇ ਚਾਹੁੰਦੇ ਹੋ। ਉਹਦੇ ਤੋਂ ਆਪਾਂ ਇੱਕ ਆਈਡੀਆ ਤਿਆਰ ਕਰ ਲਾਂਗੇ ਕਿ ਮੈਰਿਟ ਕਿੱਥੇ ਜਾ ਰਹੀ ਹੈ, ਹਨਾ, ਵੀ ਕਿੰਨਾ ਕੰਪੀਟੀਸ਼ਨ ਚੱਲ ਰਿਹਾ। ਦੂਸਰੀ ਚੀਜ਼, ਇਹ ਸਪੇਸ ਸਾਇੰਸ ਦੀ ਫ੍ਰੀ ਸੀਰੀਜ਼ ਆਪਣੀ ਚੱਲੇਗੀ ਪੂਰੀ ਦੀ ਪੂਰੀ। ਸਪੇਸ ਨਹੀਂ ਕੱਲੀ, ਸਾਇੰਸ ਐਂਡ ਟੈਕ, ਸਪੇਸ, ਡਿਫੈਂਸ, ਇਹ ਸਾਰੀਆਂ ਚੀਜ਼ਾਂ ਕਵਰ ਕਰਾਂਗੇ ਆਪਾਂ ਇਹਦੇ ਵਿੱਚ।
ਵਿੱਚ। ਫਿਰ ਇਸ ਤੋਂ ਬਾਅਦ ਮੈਂ ਜਿਵੇਂ ਕਿ ਤੁਹਾਨੂੰ ਆਲਰੇਡੀ ਪ੍ਰੋਮਿਸ ਕੀਤਾ ਸੀਗਾ ਕਿ ਤੁਹਾਡੇ ਨਾਲ ਜਿਹੜਾ ਲਿਟਰੇਚਰ ਤੇ ਸਿਨੇਮਾ ਹੋਊਗਾ ਉਹ ਵੀ ਫੁੱਲੀ ਡਿਟੇਲ ਦੇ ਵਿੱਚ ਮੈਂ ਪੂਰੇ ਦਾ ਪੂਰਾ ਕਵਰ ਕਰੂੰਗਾ YouTube ਦੇ ਉੱਤੇ ਹੀ ਸਾਰੇ ਬੱਚਿਆਂ ਦੇ ਲਈ ਜਿਹੜੇ PSSB ਦੇ ਲਈ ਖਾਸ ਕਰਕੇ ਤਿਆਰੀ ਕਰ ਰਹੇ ਨੇ। ਤੇ ਤੀਸਰੀ ਟੈਸਟ ਸੀਰੀਜ਼ ਹੋਗੀ ਤੇ 15 ਨਵੰਬਰ ਤੋਂ ਲਗਭਗ ਮਿਡ ਆਫ ਨਵੰਬਰ ਦੇ ਵਿੱਚ ਆਪਣੇ ਕਰੰਟ ਅਫੇਅਰ ਸ਼ੁਰੂ ਹੋ ਜਾਣਗੇ ਤੇ ਕਰੰਟ ਅਫੇਅਰ ਜਿਹੜੇ ਹੋਣਗੇ 4 ਜਾਂ 5 ਵੀਡੀਓ ਇੱਕ ਮੰਥ ਦੀਆਂ ਹੋਣਗੀਆਂ। ਆਪਾਂ ਉਹ ਡੇ ਵਾਈਜ਼ ਨਹੀਂ ਕਰਾਂਗੇ, ਡੇ ਵਾਈਜ਼ ਤਾਂ ਬਹੁਤ ਲੈਂਥੀ ਕੰਮ ਹੋ ਜਾਂਦਾ। ਆਪਾਂ ਸਿੰਪਲੀ ਇੱਕ ਮਹੀਨੇ ਨੂੰ 4 ਜਾਂ 5 ਲੈਕਚਰਾਂ ਦੇ ਵਿੱਚ ਹੀ ਅੱਡ-ਅੱਡ ਮੋਡਿਊਲਾਂ 'ਚ ਵੰਡ ਕੇ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਉਦੋਂ ਹੀ ਮੌਕੇ ਤੇ ਪੜ੍ਹੇ ਦਾ ਹੀ ਫਾਇਦਾ ਹੁੰਦਾ। ਪਹਿਲਾਂ ਪੜ੍ਹ ਕੇ ਆਪਾਂ ਬਰੂਦ ਚਲਾ ਕੇ ਕੋਈ ਫਾਇਦਾ ਨਹੀਂ, ਬਰੂਦ ਜੇ ਮੌਕੇ ਦੀ ਚਲਾਈਏ ਹੈ ਨਾ ਉਹੀ ਕੰਮ ਆਉਂਦਾਗਾ। ਤਾਂ ਕਰੰਟ ਅਫੇਅਰ ਨੂੰ ਮੈਂ ਹੁਣੇ ਹੀ ਸ਼ੁਰੂ ਕਰਦਾ, ਤੁਸੀਂ ਲੱਗੇ ਰਹੋ। ਚਲੋ ਠੀਕ ਹੈ, ਤੁਸੀਂ ਜਿਹੜੇ ਵੀ ਆਪਦੇ ਸਪੈਸੀਫਿਕ ਚੈਨਲਾਂ ਤੋਂ ਕਰਦੇ ਹੋ ਕਰਦੇ ਰਹੋ, ਕੋਈ ਇਸ਼ੂ ਨਹੀਂ। ਉਦੋਂ ਫਿਰ ਤੁਹਾਡੀ ਇੱਕ ਤਰ੍ਹਾਂ ਨਾਲ ਰਿਵੀਜ਼ਨ ਹੋ ਜੂਗੀ, ਜਾਂ ਕੋਈ ਹੋ ਸਕਦਾ ਉਹਦੇ ਵਿੱਚ ਕਰੰਟ ਨਾ ਹੋਵੇ, ਇੱਧਰੋਂ ਮੈਂ ਕੋਈ ਕਰੰਟ ਕਰਾ ਦਾਂ, ਉਹ ਜਿਹਾ ਤੁਹਾਡਾ ਕਵਰ ਹੋ ਜੂਗਾ। ਉਹ ਆਪਾਂ ਮੌਕੇ ਦੀ ਪੜਾਂਗੇ 1 ਮਹੀਨਾ ਪਹਿਲਾਂ, ਉਦੋਂ ਹੀ ਰੱਟੇ ਮਾਰੇ ਦਾ ਉਹਨਾਂ ਨੂੰ ਫਾਇਦਾ। ਤੇ ਆਪਣੀ ਜਿਹੜੀ ਡਿਸਕਸ਼ਨ ਹੈ ਇਹਨੂੰ ਆਪਾਂ ਇੱਥੇ ਵਾਈਂਡ ਅਪ ਕਰਾਂਗੇ। ਪੇਸ਼ੈਂਸ ਨਾਲ ਤੁਸੀਂ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਫॉर ਵਾਚਿੰਗ।